ਸਤਨਾਮ ਸ਼੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਬੇਸ਼ੁਮਾਰ ਅਥਾਹ ਅਗਨਿਤ ਅਤੁਲੈ ਜਿਉ ਬੋਲਾਵਹੁ ਤਿਉ ਨਾਨਕ ਦਾਸ ਬੋਲੇ। ਜਿਉ ਬੋਲਾਵਹੁ ਤਿਉ ਨਾਨਕ ਦਾਸ ਬੋਲੇ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦੇ ਸਦਕਾ ਅੱਜ ਆਪ ਜੀ ਦੇ ਨਾਲ ਕੁਝ ਵਿਚਾਰਾਂ ਇੱਕ ਐਸੇ ਗੁਰਮੁਖ ਦੇ ਜੀਵਨ ਸੰਬੰਧੀ ਸਾਂਝੀਆਂ ਕਰਨੀਆਂ ਨੇ, ਜਿਨ੍ਹਾਂ ਦੇ ਜੀਵਨ ਨੂੰ ਆਪਾਂ ਪੰਥ ਦੇ ਵਿੱਚ ਇੱਕ ਚਮਕਦਾ ਤਾਰਾ ਕਹਿ ਸਕਦੇ ਹਾਂ, ਜਿਨ੍ਹਾਂ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲੋਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕੋਲੋਂ ਬੇਅੰਤ ਬਖਸ਼ਿਸ਼ਾਂ ਪਾ ਕੇ ਸਿੱਖ ਇਤਿਹਾਸ ਦੇ ਵਿੱਚ ਆਪਣੀ ਅਮਿੱਟ ਛਾਪ ਨੂੰ ਛੱਡਿਆ ਹੈ। ਉਹ ਹਨ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ। ਕਿਉਂਕਿ ਸਾਧ ਸੰਗਤ ਜੀਓ, ਹੁਣ ਤੱਕ ਲਗਭਗ ਸੰਤ ਅਤਰ ਸਿੰਘ ਸਾਹਿਬ ਜੀ ਨੂੰ ਕੇਵਲ ਇੱਕ ਸਾਧੂ ਦੇ ਰੂਪ ਦੇ ਵਿੱਚ ਵੇਖਿਆ ਗਿਆ ਹੈ। ਉਹ ਸਿੱਖੀ ਪ੍ਰਤੀ ਕਿੰਨੇ ਸੁਹਿਰਦ ਸਨ, ਮਰਿਆਦਾ ਦੇ ਵਿੱਚ ਕਿੰਨੇ ਪਰਪੱਕ ਸਨ, ਸਿੱਖੀ ਦੀ ਚੜ੍ਹਦੀ ਕਲਾ ਵੇਖਣ ਦੇ ਲਈ ਉਹਨਾਂ ਦੇ ਅੰਦਰ ਜਜ਼ਬਾ ਕਿੰਨਾ ਜ਼ਿਆਦਾ ਸੀ, ਇਹਨਾਂ ਪੱਖਾਂ ਨੂੰ ਜ਼ਿਆਦਾਤਰ ਅਣਗੌਲਿਆਂ ਕੀਤਾ ਗਿਆ ਹੈ। ਸੋ ਆਪਾਂ ਸਤਿਗੁਰੂ ਜੀ ਦੀ ਬਖਸ਼ੀ ਹੋਈ ਮੱਤ ਅਨੁਸਾਰ ਕੋਸ਼ਿਸ਼ ਕਰਾਂਗੇ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਦੇ ਜੀਵਨ ਨੂੰ ਗੁਰਮਤਿ ਦੀ ਰੌਸ਼ਨੀ ਦੇ ਅਨੁਸਾਰ ਵੇਖਣ ਦਾ, ਔਰ ਉਸ ਲਈ ਕੁਝ ਪਹਿਲੂਆਂ ਦੇ ਉੱਪਰ ਅੱਜ ਆਪਾਂ ਵਿਚਾਰ ਕਰਨੀ ਹੈ। ਸਭ ਤੋਂ ਪਹਿਲਾਂ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਦੇ ਜਨਮ ਤੋਂ ਪਹਿਲਾਂ ਪੰਜਾਬ ਅਤੇ ਸਿੱਖਾਂ ਦੀ ਹਾਲਤ ਕਿਹੋ ਜਿਹੀ ਸੀ। ਦੂਸਰਾ, ਉਹਨਾਂ ਹਾਲਾਤਾਂ ਦੇ ਵਿੱਚ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਦਾ ਜਨਮ, ਉਹਨਾਂ ਦੀ ਪਰਵਰਿਸ਼, ਉਹਨਾਂ ਦਾ ਬਚਪਨ। ਔਰ ਤੀਸਰਾ, ਮਹਾਂਪੁਰਸ਼ਾਂ ਦੀ ਕਿਰਤ ਅਤੇ ਉਹਨਾਂ ਦੁਆਰਾ ਸਿੱਖੀ ਦਾ ਪ੍ਰਚਾਰ ਕਰਨਾ ਤੇ ਉਸ ਪ੍ਰਚਾਰ ਦਾ ਅਸਰ ਹੋਣਾ। ਇਹਨਾਂ ਪੱਖਾਂ ਦੇ ਉੱਪਰ ਆਪਾਂ ਵਿਚਾਰ ਕਰਾਂਗੇ। ਸੋ ਆਪ ਜੀ ਨੇ ਇਕਾਗਰਤਾ ਬਖਸ਼ਿਸ਼ ਕਰਨੀ ਤਾਂ ਕਿ ਸਾਰੀ ਵਿਚਾਰ ਤੋਂ ਆਪਾਂ ਲਾਹਾ ਖੱਟੀਏ ਔਰ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਦੇ ਜੀਵਨ ਦੇ ਸੰਬੰਧੀ ਜੋ ਸਹੀ ਔਰ ਨਵੀਨ ਜਾਣਕਾਰੀ ਹੈ ਉਹਦੇ ਤੋਂ ਆਪਾਂ ਲਾਹਾ ਪ੍ਰਾਪਤ ਕਰੀਏ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਬਤ ਭਾਈ ਗੁਰਦਾਸ ਜੀ ਨੇ ਬਚਨ ਕੀਤਾ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਦੇ ਵਿੱਚ ਗੁਰਮਤਿ ਗਾਡੀ ਰਾਹ ਨੂੰ ਸ਼ੁਰੂ ਕੀਤਾ ਔਰ ਅੱਗੇ 8 ਸਰੂਪਾਂ ਦੇ ਰਾਹੀਂ ਇਸ ਗੁਰਮਤਿ ਗਾਡੀ ਰਾਹ ਨੂੰ ਪ੍ਰਚਾਰਿਆ।
ਬਾਣੀ ਦਾ ਪ੍ਰਚਾਰ ਕੀਤਾ, ਮਰਿਆਦਾ ਦਾ ਪ੍ਰਚਾਰ ਕੀਤਾ। ਤੇ 10ਵੇਂ ਸਰੂਪ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਦੇ ਵਿੱਚ ਆ ਕੇ ਗੁਰਸਿੱਖਾਂ ਨੂੰ ਇੱਕ ਨਵੀਂ ਪਹਿਚਾਣ ਦਿੱਤੀ, ਅੰਮ੍ਰਿਤ ਦੀ ਦਾਤ ਦਿੱਤੀ, ਬਾਣਾ ਦਿੱਤਾ ਔਰ ਇੱਕ ਵਿਲੱਖਣ ਦਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪ੍ਰਦਾਨ ਕੀਤੀ, ਖਾਲਸੇ ਦੀ ਅਗਵਾਈ ਕੀਤੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਬਾਬਾ ਬੰਦਾ ਬਹਾਦਰ ਜੀ ਨੇ, ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ, ਬਾਬਾ ਦੀਪ ਸਿੰਘ ਸਾਹਿਬ ਜੀ ਨੇ ਔਰ ਉਹਨਾਂ ਤੋਂ ਬਾਅਦ ਨਵਾਬ ਕਪੂਰ ਸਿੰਘ ਸਾਹਿਬ ਜੀ, ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਚੜਤ ਸਿੰਘ ਜੀ ਹੋਰੀ ਆਦਿਕ ਬੇਅੰਤ ਇਹੋ ਜਿਹੇ ਮਹਾਨ ਗੁਰਸਿੱਖ ਹੋਏ ਜਿਨ੍ਹਾਂ ਨੇ ਬਿਪਤਾ ਦੇ ਸਮੇਂ ਸਤਿਗੁਰ ਦੇ ਭਾਣੇ ਵਿੱਚ ਸਿੱਖੀ ਵਿੱਚ ਪਰਪੱਕ ਰਹਿ ਕੇ ਪੰਥ ਦੀ ਚੜ੍ਹਦੀ ਕਲਾ ਲਈ ਮਹਾਨ ਕਾਰਜ ਕੀਤੇ। ਔਰ ਉਸ ਤੋਂ ਬਾਅਦ ਸਮਾਂ ਆਇਆ ਮਿਸਲਾਂ ਦਾ। ਮਿਸਲਾਂ ਤੋਂ ਬਾਅਦ ਵਿੱਚ 1799 ਦੀ ਵੈਸਾਖੀ ਨੂੰ ਸਰਦਾਰ ਰਣਜੀਤ ਸਿੰਘ ਨੂੰ ਮਹਾਰਾਜੇ ਦਾ ਖਿਤਾਬ ਮਿਲਿਆ ਔਰ ਜਦੋਂ ਉਹ ਪੰਜਾਬ ਦਾ ਮਹਾਰਾਜਾ ਬਣਿਆ ਉਸ ਵੇਲੇ ਸਿੱਖਾਂ ਨੇ ਕੁਝ ਸਕੂਨ ਮਹਿਸੂਸ ਕੀਤਾ, ਕਿਉਂਕਿ ਸਾਧ ਸੰਗਤ ਉਸ ਤੋਂ ਪਹਿਲਾਂ ਗੁਰਸਿੱਖਾਂ ਦੇ ਉੱਪਰ ਬੜੇ ਹਮਲੇ ਕੀਤੇ ਜਾਂਦੇ ਸੀ, ਸਿਰਾਂ ਦੇ ਮੁੱਲ ਪਏ ਸੀ, 2 ਘੱਲੂ ਘਾਰੇ ਸਾਡੇ ਪੰਥ ਵਿੱਚ ਵਾਪਰ ਚੁੱਕੇ ਸੀ ਅਤੇ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਦਾ ਕੁਝ ਸਮਾਂ ਇਹੋ ਜਿਹਾ ਸਮਾਂ ਸੀ ਜਦੋਂ ਗੁਰਸਿੱਖਾਂ ਨੇ ਕੁਝ ਰਾਹਤ ਮਹਿਸੂਸ ਕੀਤੀ, ਪਰ ਇਹ ਵੀ ਬਹੁਤਾ ਸਮਾਂ ਨਾ ਰਹਿ ਸਕੀ। 1799 ਦੇ ਵਿੱਚ ਉਹ ਰਾਜਾ ਬਣਿਆ ਔਰ 1839 ਦੇ ਵਿੱਚ ਚਲਾਣਾ ਕਰ ਗਿਆ। ਕੇਵਲ 40 ਸਾਲ ਦਾ ਸਮਾਂ ਸੀ। ਉਹਦੇ ਚਲਾਣੇ ਤੋਂ ਬਾਅਦ ਵਿੱਚ ਅੰਗਰੇਜ਼ਾਂ ਨੇ ਪੰਜਾਬ ਉੱਪਰ ਕਬਜ਼ੇ ਕਰਨ ਦੀਆਂ ਵਿਉਂਤਾਂ ਬਣਾਈਆਂ। ਲਗਭਗ 1857-58 ਤੱਕ ਪੰਜਾਬ ਦੇ ਉੱਪਰ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀ। ਉਹਨਾਂ ਨੇ ਪੰਜਾਬ ਨੂੰ ਅੰਗਰੇਜ਼ੀ ਹਕੂਮਤ ਦੇ ਵਿੱਚ ਲਿਆ ਕੇ ਪੰਜਾਬ ਦੇ ਵਿੱਚ ਸਿੱਖੀ ਨੂੰ ਖਤਮ ਕਰਨ ਦੇ ਲਈ ਆਪਣੇ ਮਿਸ਼ਨਰੀ ਸਕੂਲ ਖੋਲ੍ਹਣੇ ਸ਼ੁਰੂ ਕਰ ਦਿੱਤੇ ਸੀ। ਮਿਸ਼ਨਰੀ ਸਕੂਲ ਖੋਲ੍ਹੇ ਜਾ ਰਹੇ ਸੀ ਤੇ ਸਾਧ ਸੰਗਤ ਉਹਨਾਂ ਮਿਸ਼ਨਰੀ ਸਕੂਲਾਂ ਦਾ ਅਸਰ ਕੀ ਹੋ ਰਿਹਾ ਸੀ ਬਈ ਸਿੱਖਾਂ ਦੇ ਜਿਹੜੇ ਬੱਚੇ ਸੀ ਉਹ ਈਸਾਈ ਧਰਮ ਦੇ ਵੱਲ ਪ੍ਰੇਰਿਤ ਹੋਣੇ ਸ਼ੁਰੂ ਹੋ ਗਏ। ਇੱਕ ਤੇ ਈਸਾਈਆਂ ਨੇ ਆਪਣਾ ਪ੍ਰਚਾਰ ਪੰਜਾਬ ਵਿੱਚ ਸ਼ੁਰੂ ਕਰ ਦਿੱਤਾ, ਦੂਸਰਾ ਆਰੀਆ ਸਮਾਜ ਨੇ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ। ਆਰੀਆ ਸਮਾਜ ਦੇ ਪ੍ਰਚਾਰਕ ਤੇ ਇਤਿਹਾਸ ਚੋਂ ਇੱਥੋਂ ਤੱਕ ਸਾਨੂੰ ਜ਼ਿਕਰ ਮਿਲਦਾ ਹੈ ਵੀ ਆਰੀਆ ਸਮਾਜ ਦੇ ਜਿਹੜੇ ਪ੍ਰਚਾਰਕ ਸੀ ਗੁਰਦੁਆਰਿਆਂ ਦੇ ਵਿੱਚ ਆ ਕੇ ਸ਼ਰੇਆਮ ਸਿੱਖੀ ਸਿਧਾਂਤਾਂ ਦੇ ਵਿਰੁੱਧ ਬੋਲਦੇ ਸੀ ਔਰ ਉਹਨਾਂ ਨੇ ਇਹੋ ਜਿਹੇ ਭਰਮ ਪਾਏ ਜਿਨ੍ਹਾਂ ਦੇ ਵਿੱਚੋਂ ਸਾਡਾ ਪੰਥ ਅੱਜ ਤੱਕ ਨਹੀਂ ਨਿਕਲ ਸਕਿਆ। ਜਾਦੂ ਟੋਣਿਆਂ ਦੇ ਵਿੱਚ ਵਿਸ਼ਵਾਸ ਸ਼ੁਰੂ ਕਰ ਦਿੱਤਾ, ਤਾਗੇ ਤਬੀਤਾਂ ਦੇ ਨਾਲ ਜੋੜ ਦਿੱਤਾ, ਥਿੱਤਾਂ ਵਾਰਾਂ ਦੀ ਵਿਚਾਰ ਦੇ ਨਾਲ ਜੋੜ ਦਿੱਤਾ ਔਰ ਹੋਰ ਉਹਨਾਂ ਨੇ ਬੜੀਆਂ ਜੰਤਰੀਆਂ ਆਦਿਕ ਬਣਾ ਕਰਕੇ ਸਾਡੇ ਗੁਰਸਿੱਖਾਂ ਨੂੰ ਆਪਣੇ ਅੰਧ ਵਿਸ਼ਵਾਸਾਂ ਦੇ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਸੀ। ਈਸਾਈਆਂ ਤੇ ਆਰੀਆ ਸਮਾਜੀਆਂ ਦੇ ਪ੍ਰਚਾਰ ਦਾ ਅਸਰ ਇੰਨਾ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖਾਂ ਦੀ ਗਿਣਤੀ ਇਤਿਹਾਸਕ ਸਰੋਤਾਂ ਨੇ 1 ਕਰੋੜ ਤੋਂ ਵੱਧ ਦੱਸੀ, ਪਰ ਉਹਦੀ ਮੌਤ ਤੋਂ ਬਾਅਦ ਥੋੜੇ ਹੀ ਸਾਲਾਂ ਦੇ ਵਿੱਚ ਇਹ ਗਿਣਤੀ ਘਟ ਕੇ ਕੇਵਲ 18 ਲੱਖ ਰਹਿ ਗਈ ਸੀ। ਜਿਸ ਕਰਕੇ ਈਸਾਈਆਂ ਦੇ ਇੱਕ ਵਿਦਵਾਨ ਡਾਕਟਰ ਟਰੰਪ ਨੇ 1870 ਦੇ ਵਿੱਚ ਲਿਖਿਆ, ਕਹਿਣ ਲੱਗਿਆ ਸਿੱਖੀ ਬੜੀ ਜਲਦੀ ਖਤਮ ਹੋ ਰਹੀ ਹੈ ਔਰ ਉਹ ਸਮਾਂ ਦੂਰ ਨਹੀਂ ਜਦੋਂ ਸਿੱਖ ਧਰਮ ਬੀਤੇ ਯੁੱਗ ਦਾ ਧਰਮ ਬਣ ਕੇ ਰਹਿ ਜਾਵੇਗਾ। 1870 ਵਿੱਚ ਉਹਨੇ ਇਹ ਗੱਲ ਆਖੀ ਔਰ 1873 ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ 4 ਵਿਦਿਆਰਥੀ ਜੋ ਸਿੱਖ ਘਰਾਣਿਆਂ ਨਾਲ ਸੰਬੰਧ ਰੱਖਦੇ ਸੀ, ਜਿਨ੍ਹਾਂ ਦੇ ਨਾਮ ਨੇ ਸਰਦਾਰ ਅਤਰ ਸਿੰਘ, ਸਰਦਾਰ ਆਇਆ ਸਿੰਘ, ਸਰਦਾਰ ਸੰਤੋਖ ਸਿੰਘ, ਸਰਦਾਰ ਸਾਧੂ ਸਿੰਘ, ਇਹਨਾਂ 4 ਵਿਦਿਆਰਥੀਆਂ ਨੇ ਈਸਾਈ ਬਣਨ ਦਾ ਐਲਾਨ ਕਰ ਦਿੱਤਾ ਸੀ। ਹੁਣ ਆਪ ਜੀ ਹਿਸਾਬ ਲਾਓ, ਜਦੋਂ ਸਿੱਖਾਂ ਦੇ ਬੱਚੇ ਈਸਾਈ ਧਰਮ ਦੇ ਵੱਲ ਪ੍ਰੇਰਿਤ ਹੋਣੇ ਸ਼ੁਰੂ ਹੋ ਗਏ ਹੋਣਗੇ ਤੇ ਉਸ ਵੇਲੇ ਸਾਡੀ ਸਿੱਖੀ ਦੇ ਹਾਲਾਤ ਕਿਹੋ ਜਿਹੇ ਹੋਣਗੇ। 1873 ਦਾ ਇਹ ਸਮਾਂ ਸੀ। ਉਹਨਾਂ ਬੱਚਿਆਂ ਦੇ ਐਲਾਨ ਕਰਨ ਤੋਂ ਬਾਅਦ ਹੀ
ਲਹਿਰਾਂ ਉੱਠੀਆਂ, ਜਿਨ੍ਹਾਂ ਦੇ ਵਿੱਚੋਂ ਮੋਢੀ ਲਹਿਰ ਸਿੰਘ ਸਭਾ ਲਹਿਰ ਸੀ, ਜਿਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਦੇ ਵਿੱਚ ਕਾਫੀ ਵੱਧ ਚੜ੍ਹ ਕੇ ਯੋਗਦਾਨ ਪਾਇਆ। ਸੋ ਸਾਧ ਸੰਗਤ, ਇੰਨਾ ਹੀ ਨਹੀਂ, ਇਸ ਤੋਂ ਬਿਨਾਂ ਸਿੱਖੀ ਦੇ ਵਿੱਚ ਜਾਤ ਪਾਤ ਦਾ ਵੀ ਬੋਲਬਾਲਾ ਕਰ ਦਿੱਤਾ ਗਿਆ ਅਤੇ ਹੁਣ ਤੱਕ ਉਹ ਮੌਜੂਦ ਹੈ। ਗੁਰਬਾਣੀ ਦਾ ਬਚਨ ਹੈ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾ ਕੇ। ਮਹਾਰਾਜ ਤੇ ਕਹਿੰਦੇ ਆ ਵੀ ਜਾਤਾਂ ਪਾਤਾਂ ਨਹੀਂ ਮੰਨਣੀਆਂ, ਪਰ ਆਰੀਆ ਸਮਾਜੀਆਂ ਨੇ ਇਸ ਹੱਦ ਤੱਕ ਜਾਤ ਪਾਤ ਦਾ ਭਰਮ ਸਾਡੇ ਸਿੱਖਾਂ 'ਚ ਪਾ ਦਿੱਤਾ ਕਿ ਸਮੇਂ ਦੇ ਵਿਦਵਾਨ ਗਿਆਨੀ ਦਿੱਤ ਸਿੰਘ ਜੀ, ਜੋ ਬੜੇ ਪ੍ਰਸਿੱਧ ਵਿਦਵਾਨ ਸੀ, ਉਹਨਾਂ ਨੂੰ ਕੇਵਲ ਇਸ ਕਰਕੇ ਨਿਰਾਦਰੀ ਦਾ ਸਾਹਮਣਾ ਕਰਨਾ ਪੈਂਦਾ ਕਿ ਉਹਨਾਂ ਦਾ ਜਨਮ ਰਵਿਦਾਸੀਆਂ ਦੇ ਘਰ ਦਾ ਸੀ। ਜਿਸ ਸਮਾਗਮ ਦੇ ਵਿੱਚ ਪ੍ਰਚਾਰ ਲਈ ਜਾਂਦੇ, ਉੱਥੋਂ ਦੀ ਸੰਗਤ ਕੜਾਹ ਪ੍ਰਸ਼ਾਦ ਦੀ ਦੇਗ ਤੱਕ ਨਹੀਂ ਸੀ ਲੈਂਦੀ। ਉਹ ਆਖਦੇ ਸੀ, ਪਹਿਲਾਂ ਗਿਆਨੀ ਦਿੱਤ ਸਿੰਘ ਨੂੰ ਭੇਜੋ, ਫਿਰ ਸਾਨੂੰ ਪ੍ਰਸ਼ਾਦ ਦਿਓ। ਇੰਨੀ ਘ੍ਰਿਣਾ ਕਰਦੇ ਸੀ। ਜਾਤ ਪਾਤ ਦਾ ਬੋਲਬਾਲਾ ਇੱਥੋਂ ਤੱਕ ਹੋ ਗਿਆ ਸੀ। ਹਿਸਾਬ ਲਾਓ ਸਿੱਖੀ ਦੀ ਹਾਲਤ ਕਿਹੋ ਜਿਹੀ ਹੋਵੇਗੀ ਉਹਨਾਂ ਸਮਿਆਂ ਦੇ ਵਿੱਚ। ਤੇ ਸਾਧ ਸੰਗਤ, ਇਹੋ ਜਿਹੇ ਸਮੇਂ 1866 ਈਸਵੀ ਦੇ ਵਿੱਚ ਚੀਮਾ ਪਿੰਡ ਸੰਗਰੂਰ ਦੇ ਲਾਗੇ, ਸੁਨਾਮ ਦੇ ਲਾਗੇ ਪੈ ਜਾਂਦਾ। ਉਸ ਪਿੰਡ ਦੇ ਵਿੱਚ ਸਰਦਾਰ ਕਰਮ ਸਿੰਘ ਦੇ ਘਰ ਮਾਤਾ ਭੋਲੀ ਕੌਰ ਜੀ ਦੀ ਕੁੱਖੋਂ ਇੱਕ ਬਾਲਕ ਦਾ ਜਨਮ ਹੋਇਆ, ਲੜਕੇ ਦਾ ਜਨਮ ਹੋਇਆ। ਦਾਈ ਨੇ ਆ ਕੇ ਬਾਬਾ ਕਰਮ ਸਿੰਘ ਨੂੰ, ਸਰਦਾਰ ਕਰਮ ਸਿੰਘ ਜੀ ਨੂੰ ਦੱਸਿਆ, ਬਈ ਭਾਈ ਸਾਹਿਬ, ਆਪ ਜੀ ਦੇ ਘਰੇ ਲੜਕੇ ਦਾ ਜਨਮ ਹੋਇਆ, ਵਧਾਈ ਹੋਵੇ ਆਪ ਜੀ ਨੂੰ। ਹੁਣ ਵੇਖੋ, ਉਹ ਮਾਹੌਲ ਇਹੋ ਜਿਹਾ ਸੀ ਜਦੋਂ ਸਾਡੇ ਸਿੱਖ ਵਹਿਮਾਂ ਭਰਮਾਂ 'ਚ ਉਲਝੇ ਹੋਏ ਸੀ। ਪਰ ਇਹੋ ਜਿਹੇ ਮਾਹੌਲ ਦੇ ਵਿੱਚ ਸੰਤ ਅਤਰ ਸਿੰਘ ਸਾਹਿਬ ਜੀ ਦਾ ਪਰਿਵਾਰ ਇਹਨਾਂ ਬ੍ਰਹਮਣੀ ਕਰਮ ਕਾਂਡਾਂ ਤੋਂ ਬਿਲਕੁਲ ਉੱਪਰ ਸੀ। ਬਾਬਾ ਕਰਮ ਸਿੰਘ ਜੀ ਨੂੰ ਜਦੋਂ ਦੱਸਿਆ ਗਿਆ ਵੀ ਤੁਹਾਡੇ ਘਰ ਬਾਲਕ ਦਾ ਜਨਮ ਹੋਇਆ, ਉਹਨਾਂ ਨੇ ਕੋਈ ਹੋਰ ਕਰਮ ਕਰਨ ਦੀ ਥਾਂ ਤੇ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਗੁਰੂ ਘਰ ਗਏ ਔਰ ਉੱਥੇ ਜਾ ਕੇ ਭਾਈ ਸਾਹਿਬ ਨੂੰ ਆਖਿਆ, ਬਈ ਭਾਈ ਸਾਹਿਬ ਜੀ, ਸ਼ੁਕਰਾਨੇ ਦੀ ਅਰਦਾਸ ਕਰਾਉਣੀ। ਕਹਿਣ ਲੱਗੇ, ਕਿਉਂ? ਸਤਿਗੁਰੂ ਨੇ ਕਿਰਪਾ ਕੀਤੀ, ਬਾਲਕ ਦੀ ਦਾਤ ਬਖਸ਼ੀ ਹੈ, ਸ਼ੁਕਰਾਨੇ ਦੀ ਅਰਦਾਸ ਕਰਾਉਣੀ। ਔਰ ਨਾਲ ਹੀ ਮਹਾਰਾਜ ਨੂੰ ਬੇਨਤੀ ਕਰਿਓ ਬਈ ਨਾਮ ਰੱਖਣ ਦੇ ਲਈ ਅੱਖਰ ਵੀ ਬਖਸ਼ ਦੇਣ। ਅਰਦਾਸ ਬੇਨਤੀ ਸਤਿਗੁਰੂ ਨੂੰ ਕੀਤੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਆਇਆ, 8 ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ। ਸਾਧ ਸੰਗਤ ਜੀ, ਹੁਕਮਨਾਮੇ ਦਾ ਪਹਿਲਾ ਅੱਖਰ ਸੀ ਐੜਾ, ਤੇ ਐੜੇ ਅੱਖਰ ਤੋਂ ਮਰਿਆਦਾ ਅਨੁਸਾਰ ਨਾਮ ਰੱਖਿਆ ਗਿਆ ਅਤਰ ਸਿੰਘ। ਬਾਬਾ ਕਰਮ ਸਿੰਘ ਜੀ ਨੇ, ਸਰਦਾਰ ਕਰਮ ਸਿੰਘ ਜੀ ਨੇ ਆਪਣੇ ਬਾਲਕ ਦਾ ਨਾਮ ਰੱਖਿਆ ਅਤਰ ਸਿੰਘ। ਹੁਕਮਨਾਮੇ ਤੋਂ ਨਾਮ ਰੱਖਿਆ ਗਿਆ ਸੀ, ਮਰਿਆਦਾ ਅਨੁਸਾਰ ਰੱਖਿਆ ਗਿਆ ਸੀ। ਉਹਨਾਂ ਭਰਮਾਂ ਦੇ ਸਮੇਂ ਜਦੋਂ ਪੰਜਾਬ ਦੇ ਹਾਲਾਤ ਬੜੇ ਗਿਰ ਚੁੱਕੇ ਸੀ, ਤਦੋਂ ਵੀ ਮਹਾਂਪੁਰਸ਼ਾਂ ਦੇ ਜੀਵਨ ਦੇ ਵਿੱਚ ਗੁਰਸਿੱਖੀ ਪਰਪੱਕ ਸੀ ਔਰ ਸਤਿਗੁਰੂ ਜੀ ਦੀ ਬਖਸ਼ੀ ਦਾਤ ਦੇ ਅਨੁਸਾਰ ਪਰਿਵਾਰ ਚੱਲ ਰਿਹਾ ਸੀ। ਸੋ ਨਾਮ ਰੱਖਿਆ, ਪਰਵਰਿਸ਼ ਹੁੰਦੀ ਰਹੀ, ਵੱਡੇ ਹੁੰਦੇ ਰਹੇ। ਵੱਡੇ ਹੁੰਦਿਆਂ ਵੀ ਆਪ ਜੀ ਦਾ ਜੀਵਨ ਹੋਰਨਾਂ ਬਾਲਕਾਂ ਨਾਲੋਂ ਬਿਲਕੁਲ ਵੱਖਰਾ ਸੀ। ਜਦੋਂ ਦੂਜੇ ਬਾਲਕ ਆਪ ਜੀ ਦੇ ਪਾਸ ਆਉਂਦੇ, ਖੇਡਣ ਲਈ ਆਖਦੇ, ਤਾਂ ਆਪ ਜੀ ਉਹਨਾਂ ਨੂੰ ਹੋਰ ਪਾਸਿਆਂ ਤੋਂ ਰੋਕ ਕੇ ਸਿਮਰਨ ਬੰਦਗੀ ਵੱਲ ਲਾਉਂਦੇ ਸੀ, ਭਜਨ ਵੱਲ ਲਾਉਂਦੇ ਸੀ ਅਤੇ ਉਹਨਾਂ ਨੂੰ ਆਖਦੇ ਸੀ, ਭਾਈ ਬੈਠੋ, ਬੈਠ ਕੇ ਨਾਮ ਜਪੋ, ਬੰਦਗੀ ਕਰੋ। ਉਮਰ 7 ਕੁ ਸਾਲ ਦੀ ਹੋਈ। ਪਿਤਾ ਜੀ ਨੇ ਆਖਿਆ ਪੜ੍ਹੋ, ਪਰ ਬਾਬਾ ਜੀ ਕਹਿਣ ਲੱਗੇ, ਅਸੀਂ ਪੜ੍ਹਨਾ ਨਹੀਂ, ਅਸੀਂ ਤੇ ਕੇਵਲ ਗੁਰਮੁਖੀ ਪੜ੍ਹਨੀ ਹੈ, ਆ ਦੁਨਿਆਵੀ ਵਿਦਿਆ ਨਹੀਂ, ਸਾਨੂੰ ਗੁਰਮੁਖੀ ਪੜ੍ਹਾਈ ਜਾਵੇ। ਸੋ ਗੁਰਮੁਖੀ ਪੜ੍ਹਨ ਲਈ ਆਪ ਜੀ ਨੂੰ ਚੀਮੇ ਪਿੰਡ ਵਿੱਚ ਰਾਮ ਸਿੰਘ ਨਿਰਮਲਿਆਂ ਦਾ ਇੱਕ ਡੇਰਾ ਸੀ, ਉੱਥੇ ਗ੍ਰੰਥੀ ਭਾਈ ਬੂਟਾ ਸਿੰਘ ਜੀ ਦੇ ਪਾਸ ਗੁਰਮੁਖੀ ਪੜ੍ਹਨ ਲਈ ਪਾਇਆ ਗਿਆ। ਭਾਈ ਬੂਟਾ ਸਿੰਘ ਜੀ ਤੋਂ ਆਪ ਜੀ ਨੇ ਗੁਰਮੁਖੀ ਪੜ੍ਹੀ, 5 ਗ੍ਰੰਥੀ ਦੀ ਸੰਥਿਆ ਲਈ, ਗੁਰਬਾਣੀ ਦੀ ਸੰਥਿਆ ਲਈ ਔਰ ਉਸ ਥਾਂ ਤੋਂ ਗੁਰਬਾਣੀ ਦਾ ਪਾਠ ਕਰਨਾ ਆਪ ਜੀ ਨੇ ਸਿੱਖ ਲਿਆ ਸੀ। ਨਿਤਾ ਪ੍ਰਤੀ ਗੁਰਬਾਣੀ ਦਾ ਪਾਠ ਕਰਦੇ, ਡੰਗਰ ਚਾਰਦੇ ਔਰ ਪਿਤਾ ਜੀ ਦੇ ਨਾਲ ਜਾ ਕੇ ਖੇਤੀਬਾੜੀ ਦੇ ਕੰਮਾਂ ਵਿੱਚ ਹੱਥ ਵੀ ਆਪ ਵਟਾਉਂਦੇ ਸੀ। ਸਮਾਂ ਬੀਤਦਾ ਗਿਆ। ਆਪ ਜੀ ਦੇ ਪਿੰਡ ਦਾ ਹੀ ਇੱਕ ਫੌਜੀ ਜਵਾਨ ਸੀ, ਸੂਬੇਦਾਰ ਦਲੇਲ ਸਿੰਘ। ਉਹਦੀ ਪ੍ਰੇਰਣਾ ਦੇ ਸਦਕਾ ਲਗਭਗ 1883 ਦੇ ਵਿੱਚ 17 ਸਾਲ ਦੀ ਉਮਰੇ ਆਪ ਜੀ ਫੌਜ ਵਿੱਚ ਭਰਤੀ ਹੋਏ।
ਸਾਧ ਸੰਗਤ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਆਪ ਜੀ ਦੀ ਡਿਊਟੀ ਕੁਹਾਟ ਛਾਉਣੀ ਲੱਗ ਗਈ। ਕੁਹਾਟ ਛਾਉਣੀ ਤੋਪਖਾਨੇ ਦੇ ਵਿੱਚ ਡਿਊਟੀ ਲੱਗੀ। ਉੱਥੇ ਇੱਕ ਤੇ ਨੌਕਰੀ ਕਰਨੀ ਪੈਂਦੀ ਸੀ, ਦੂਸਰਾ ਨਿਗਰਾਨੀ ਬੜੀ ਰੱਖਣੀ ਪੈਂਦੀ ਸੀ, ਤੀਸਰਾ ਸਫਾਈ ਆਦਿ ਦੇ ਵੀ ਬੜੇ ਕੰਮਕਾਜ ਸੀ। ਰੁਝੇਵੇਂ ਵੱਧ ਹੋਣ ਕਾਰਨ ਆਪ ਜੀ ਨੂੰ ਸਿਮਰਨ ਲਈ ਸਮਾਂ ਨਹੀਂ ਸੀ ਲੱਗਦਾ, ਜਿਸ ਕਰਕੇ ਆਪ ਜੀ ਨੇ ਸੂਬੇਦਾਰ ਦਲੇਲ ਸਿੰਘ ਨੂੰ ਆਖਿਆ ਕਿ ਸਾਡੀ ਡਿਊਟੀ ਬਦਲਾ ਦਿਓ। ਉਹਨਾਂ ਨੇ ਆਪ ਜੀ ਦੀ ਡਿਊਟੀ ਬਦਲਾਈ ਤੇ ਆਪ ਜੀ ਦੀ ਡਿਊਟੀ 54 ਸਿੱਖ ਪਲਟਨ ਕੰਪਨੀ ਨੰਬਰ 7 ਡੇਰਾ ਗਾਜੀ ਖਾਂ ਵਿਖੇ ਕੀਤੀ ਗਈ। ਉਸ ਥਾਂ ਦੇ ਉੱਪਰ ਬਾਬਾ ਜੀ ਦੀ ਡਿਊਟੀ ਲਾਈ। ਡੇਰਾ ਗਾਜੀ ਖਾਂ ਵਿਖੇ ਆਪ ਜੀ ਨੌਕਰੀ ਕਰਦੇ। ਜਦੋਂ ਵਿਹਲਾ ਸਮਾਂ ਹੁੰਦਾ ਤਾਂ ਕੰਪਨੀ ਦੇ ਗੁਰਦੁਆਰਾ ਸਾਹਿਬ ਜਾਂਦੇ। ਉੱਥੋਂ ਦੇ ਗ੍ਰੰਥੀ ਭਾਈ ਜੋਧ ਸਿੰਘ ਜੀ ਦੇ ਨਾਲ ਸਹਾਇਕ ਦੇ ਤੌਰ ਤੇ ਸੇਵਾ ਕਰਦੇ, ਪਾਠ ਕਰਦੇ। ਭਾਈ ਜੋਧ ਸਿੰਘ ਜੀ ਇੱਕ ਸਿਮਰਨ ਬੰਦਗੀ ਵਾਲੀ ਰੂਹ ਸੀ। ਉਹਨਾਂ ਦਾ ਅਸਰ ਸੰਤ ਅਤਰ ਸਿੰਘ ਜੀ ਦੇ ਉੱਪਰ ਇੰਨਾ ਕੁ ਪਿਆ ਕਿ ਬਾਬਾ ਜੀ ਉਹਨਾਂ ਤੋਂ ਸਿਮਰਨ ਦੀਆਂ ਜੁਗਤਾਂ ਪੁੱਛਣ ਲੱਗੇ ਔਰ ਉਹ ਦੱਸਦੇ ਗਏ, ਸਿਮਰਨ ਬੰਦਗੀ ਵਿੱਚ ਪਰਪੱਕ ਕਰਦੇ ਗਏ। ਸਿੱਖ ਪਲਟਨ ਦੇ ਕਾਨੂੰਨ ਅਨੁਸਾਰ, ਮਰਿਆਦਾ ਅਨੁਸਾਰ 1884 ਦੇ ਵਿੱਚ ਲਗਭਗ 18 ਸਾਲ ਦੀ ਉਮਰੇ ਆਪ ਜੀ ਨੂੰ ਅੰਮ੍ਰਿਤਪਾਨ ਕਰਵਾਇਆ ਗਿਆ, ਕਿਉਂਕਿ ਪਲਟਨ ਦਾ, ਸਿੱਖ ਪਲਟਨ ਦਾ ਅਸੂਲ ਹੈ ਵੀ ਜੋ ਰੰਗਰੂਟ ਨਵਾਂ ਭਰਤੀ ਹੁੰਦਾ ਉਹਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ। ਸੋ ਆਪ ਜੀ ਨੇ 18 ਸਾਲ ਦੀ ਉਮਰੇ ਡੇਰਾ ਗਾਜੀ ਖਾਂ ਵਿਖੇ 54 ਸਿੱਖ ਪਲਟਨ ਦੀ ਕੰਪਨੀ ਨੰਬਰ 7 ਵਿੱਚ ਅੰਮ੍ਰਿਤਪਾਨ ਕੀਤਾ ਸੀ। ਗੁਰੂ ਕੇ ਸਿੰਘ ਸਜੇ ਸੀ, ਬਸ ਅੰਮ੍ਰਿਤਪਾਨ ਕੀ ਕਰਨਾ ਸੀ, ਰੰਗਤੇ ਹੋਰ ਚੜ ਗਈ। ਉੱਥੇ ਆਪ ਜੀ ਰਹਿੰਦੇ ਰਹੇ। ਥੋੜੇ ਸਮੇਂ ਬਾਅਦ ਆਪ ਜੀ ਪਿੰਡ ਛੁੱਟੀ ਤੇ ਆਏ, ਚੀਮੇ ਪਿੰਡ ਆਏ। ਥੋੜਾ ਸਮਾਂ ਰਹਿ ਕੇ ਚਲੇ ਗਏ ਔਰ ਉਸ ਸਮੇਂ ਆਪ ਜੀ ਦੇ ਲਈ, ਕਿਉਂਕਿ ਸਾਧ ਸੰਗਤ ਆਮ ਤੌਰ ਤੇ ਅੱਜ ਕੱਲ ਤੇ ਚਲੋ ਵਿਆਹਾਂ ਦੀਆਂ ਉਮਰਾਂ ਵੱਡੀਆਂ ਹੋ ਗਈਆਂ, ਪਰ ਪਹਿਲੇ ਸਮਿਆਂ ਦੇ ਵਿੱਚ ਵੀ 22 ਸਾਲ ਦੀ ਉਮਰ ਦੇ ਵਿੱਚ ਲੜਕੇ ਦੀ ਸ਼ਾਦੀ ਆਨੰਦ ਕਾਰਜ ਕਰ ਦਿੱਤਾ ਜਾਂਦਾ ਸੀ। ਸੋ ਸੰਤ ਅਤਰ ਸਿੰਘ ਜੀ ਦੀ ਉਮਰ ਵੀ ਉਸ ਵੇਲੇ ਲਗਭਗ 20 ਕੁ ਸਾਲ ਦੀ ਸੀ ਜਦੋਂ ਮੁੜ ਕੇ ਛੁੱਟੀ ਤੋਂ ਆਏ ਸੀ ਆਪਣੇ ਪਿੰਡ। ਬਡਰੁੱਖਾਂ ਤੋਂ ਆਪ ਜੀ ਲਈ ਰਿਸ਼ਤਾ ਆਇਆ। ਚਿੱਠੀ ਪਾ ਕੇ ਦੱਸਿਆ ਆਪ ਜੀ ਨੂੰ ਵੀ ਰਿਸ਼ਤਾ ਆਇਆ ਤੇ ਆਪ ਜੀ ਨੇ ਆਪਣਾ ਜਵਾਬ ਦਿੱਤਾ ਬਈ ਮੈਂ ਵਿਆਹ ਨਹੀਂ ਕਰਾਉਣਾ। ਹੁਣ ਸਾਧ ਸੰਗਤ ਦੀ ਇੱਕ ਬੇਨਤੀ ਇੱਥੇ ਰੁਕ ਕੇ ਮੈਂ ਕਰਨੀ, ਕੁਝ ਲੋਕੀ ਕੇਵਲ ਇਸ ਲਈ ਸੰਤ ਅਤਰ ਸਿੰਘ ਜੀ ਦੇ ਉੱਪਰ ਕਿੰਤੂ ਕਰਦੇ ਨੇ ਵੀ ਉਹਨਾਂ ਨੇ ਵਿਆਹ ਨਹੀਂ ਸੀ ਕਰਵਾਇਆ, ਔਰ ਆਪਣੀ ਇਸ ਦਲੀਲ ਨੂੰ ਸਪਸ਼ਟ ਕਰਨ ਦੇ ਲਈ ਭਾਈ ਗੁਰਦਾਸ ਜੀ ਦੀ ਪੰਕਤੀ ਦਾ ਸਹਾਰਾ ਲੈਂਦੇ ਐ। ਉਹਨਾਂ ਦੀ ਪੰਕਤੀ ਹੈ, ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਹੁਣ ਜੇਕਰ ਭਾਈ ਗੁਰਦਾਸ ਜੀ ਦਾ ਜੀਵਨ ਪੜ੍ਹੀਏ, ਉਹ ਸਿੱਖੀ ਦੇ ਪਹਿਲੇ ਫਿਲਾਸਫਰ ਹੋਏ ਨੇ ਔਰ ਸਤਿਗੁਰੂ ਜੀ ਦੀ ਬਰਕਤਾਂ ਉਹਨਾਂ ਦੇ ਉੱਪਰ ਇੰਨੀਆਂ ਸੀ ਕਿ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਗਿਆ। ਮਹਾਨ ਗੁਰਸਿੱਖ ਹੋਏ ਨੇ। ਭਾਈ ਗੁਰਦਾਸ ਜੀ ਕਦੀ ਵੀ ਇਹੋ ਜਿਹਾ ਕੰਮ ਨਹੀਂ ਕਰਨਗੇ ਵੀ ਉਹ ਆਖਣਗੇ ਕੁਝ ਹੋਰ ਤੇ ਕਰਨਗੇ ਕੁਝ ਹੋਰ। ਬੇਨਤੀ ਆਪ ਜੀ ਸਮਝਿਓ, ਭਾਈ ਗੁਰਦਾਸ ਜੀ ਨੇ ਵਿਆਹ ਨਹੀਂ ਸੀ ਕਰਵਾਇਆ, ਉਹਨਾਂ ਨੇ ਸਾਰੀ ਉਮਰ ਵਿਆਹ ਨਹੀਂ ਸੀ ਕਰਵਾਇਆ, ਪਰ ਉਹਨਾਂ ਨੇ ਇਹ ਗੱਲ ਲਿਖੀ, ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਫਿਰ ਕਿਉਂ ਲਿਖੀ? ਉਹ ਆ ਦੁਨਿਆਵੀ ਗ੍ਰਸਤ ਦੀ ਗੱਲ ਨਹੀਂ ਕਰ ਰਹੇ। ਬਹੁਤੇ ਲੋਕੀ ਆ ਦੁਨਿਆਵੀ ਗ੍ਰਸਤ, ਦੁਨਿਆਵੀ ਪਰਿਵਾਰ ਦੇ ਵਿੱਚ ਉਲਝ ਜਾਂਦੇ ਆ। ਜੇ ਕੇਵਲ ਦੁਨਿਆਵੀ ਪਰਿਵਾਰ ਨੂੰ ਹੀ ਮੰਨੀਏ, ਪਰਿਵਾਰ ਤੇ ਔਰੰਗਜ਼ੇਬ ਦਾ ਵੀ ਸੀ, ਪਰਿਵਾਰ ਤੇ ਜਹਾਂਗੀਰ ਦਾ ਵੀ ਸੀ, ਪਰਿਵਾਰ ਤੇ ਮੀਆਂ ਮੀਰ ਦਾ ਵੀ ਸੀ, ਪਰਿਵਾਰ ਤੇ ਜੋ ਮੀਰ ਮੰਨੂ ਹੋਇਆ ਸਾਧ ਸੰਗਤ ਉਹਨਾਂ ਦਾ ਵੀ ਸੀ, ਮਾਫ ਕਰਨਾ ਮੀਆਂ ਮੀਰ ਜੀ ਤੇ ਸਤਿਗੁਰੂ ਦੇ ਸ਼ਰਧਾਲੂ ਸੀ, ਤੇ ਪਰਿਵਾਰ ਮੱਸੇ ਰੰਗੜ ਵਰਗਿਆਂ ਦੇ ਵੀ ਸੀ। ਦੁਨਿਆਵੀ ਪਰਿਵਾਰ ਦੀ ਗੱਲ ਭਾਈ ਗੁਰਦਾਸ ਜੀ ਨਹੀਂ ਕਰ ਰਹੇ। ਭਾਈ ਗੁਰਦਾਸ ਜੀ ਦੀ ਇਸ ਪੰਕਤੀ ਦੀ ਵਿਆਖਿਆ ਸਤਿਗੁਰੂ ਨੇ ਬਾਣੀ ਵਿੱਚੋਂ ਕੀਤੀ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਕਿਹੜੀ ਗ੍ਰਸਤ ਹੈ ਜੀ? ਆ ਸਾਡੀ ਜੋ ਜੀਵ ਆਤਮਾ ਹੈ, ਇਹਦਾ ਰਿਸ਼ਤਾ ਪਰਮਾਤਮਾ ਨਾਲ ਜੁੜੇ। ਸਾਡੀ ਜੀਵ ਆਤਮਾ ਦਾ ਰਿਸ਼ਤਾ ਪਰਮਾਤਮਾ ਨਾਲ ਜੋੜਨ ਦੀ ਗੱਲ ਭਾਈ ਗੁਰਦਾਸ ਜੀ ਕਰ ਰਹੇ ਨੇ, ਨਾ ਕਿ ਦੁਨਿਆਵੀ ਰਿਸ਼ਤਿਆਂ ਦੀ ਗੱਲ ਭਾਈ ਗੁਰਦਾਸ ਸਾਹਿਬ ਕਰ ਰਹੇ ਨੇ। ਉਹ ਤੇ ਇਹ ਦੱਸਦੇ ਨੇ, ਕਹਿੰਦੇ ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਸਭ ਤੋਂ ਉੱਤਮ ਧਰਮ ਉਦੋਂ ਹੈ ਜਦੋਂ ਸਾਡੀ ਜੀਵ ਆਤਮਾ ਦਾ ਰਿਸ਼ਤਾ ਪ੍ਰਭੂ ਪਰਮਾਤਮਾ ਨਾਲ ਜੁੜ ਜਾਵੇ। ਸੋ ਇਸ ਲਈ ਵਿਆਹ ਕਰਾਉਣਾ ਜਾਂ ਨਾ ਕਰਾਉਣਾ ਇੱਕ ਇਨਸਾਨ ਦਾ ਆਪਣਾ ਨਿੱਜੀ ਫੈਸਲਾ ਹੁੰਦਾ ਹੈ। ਸਤਿਗੁਰੂ ਜੀ ਨੇ ਗ੍ਰਸਤੀ ਨੂੰ ਪ੍ਰਵਾਨਗੀ ਦਿੱਤੀ ਔਰ ਆਖਿਆ ਗੁਰਸਿੱਖਾਂ ਨੂੰ ਵੀ ਭਾਈ
ਤੁਸੀਂ ਜੋ ਦੁਨਿਆਵੀ ਗ੍ਰਸਥ ਧਰਮ ਹੈ ਉਹਦੀ ਪਾਲਣਾ ਕਰਨੀ ਹੈ, ਪਰਿਵਾਰ ਨੂੰ ਪਾਲਣਾ ਹੈ, ਕਿਰਤ ਕਰਨੀ ਹੈ, ਨਾਮ ਜਪਣਾ ਹੈ, ਵੰਡ ਛਕਣਾ ਹੈ। ਪਰ ਕਿਉਂਕਿ ਫੈਸਲਾ ਹੋ ਸਕਦਾ ਕੋਈ ਕਾਰਨ ਹੋਵੇ, ਨਹੀਂ ਆਪ ਜੀ ਨੇ ਸ਼ਾਦੀ ਕਰਵਾਈ, ਗੁਰਸਿੱਖੀ ਦੇ ਪ੍ਰਚਾਰ ਲਈ ਆਪਣੀ ਮੌਜ ਅਨੁਸਾਰ ਇਦਾਂ ਵਿਚਰਨਾ ਚਾਹੁੰਦੇ ਸੀ। ਸੋ ਇਹ ਕੋਈ ਕਿੰਤੂ ਨਹੀਂ ਬਣਦਾ ਕਿ ਆਪਾਂ ਭਾਈ ਗੁਰਦਾਸ ਜੀ ਦੀ ਪੰਕਤੀ ਨੂੰ ਆਧਾਰ ਬਣਾ ਕੇ ਇਦਾਂ ਚੱਲਣਾ ਕਰੀਏ। ਸਤ ਸੰਗਤ ਜੀ, ਫੌਜ ਵਿੱਚ ਰਹਿੰਦੇ ਰਹੇ, ਲਗਭਗ 4 ਸਾਲ ਆਪ ਜੀ ਨੇ ਫੌਜ 'ਚ ਨੌਕਰੀ ਕੀਤੀ ਔਰ 22 ਸਾਲ ਦੀ ਉਮਰ ਦੇ ਵਿੱਚ ਆਪ ਜੀ ਨੂੰ ਚਿੱਠੀ ਮਿਲੀ ਮਾਤਾ ਭੋਲੀ ਕੌਰ ਜੀ ਦੀ ਲਿਖੀ ਹੋਈ, ਜਿਹਦੇ ਵਿੱਚ ਲਿਖਿਆ ਸੀ ਕਿ ਪੁੱਤਰ ਜੀ, ਤੁਹਾਡੇ ਪਿਤਾ ਚਲਾਣਾ ਕਰ ਗਏ ਨੇ, ਤੁਸੀਂ ਘਰੇ ਆ ਜਾਓ। ਪਿਤਾ ਜੀ ਦੇ ਚਲਾਣੇ ਦੀ ਖਬਰ ਮਿਲਦਿਆਂ ਆਪ ਜੀ ਦਾ ਮਨ ਉਪਰਾਮ ਹੋ ਗਿਆ ਤੇ ਘਰੇ ਆਉਣ ਦੀ ਥਾਂ ਤੇ ਡੇਰਾ ਗਾਜੀ ਖਾਂ ਤੋਂ ਆਪ ਜੀ ਪੈਦਲ ਹਜੂਰ ਸਾਹਿਬ ਦੇ ਵੱਲ ਚੱਲ ਪਏ ਸੀ, ਪੈਦਲ ਹਜੂਰ ਸਾਹਿਬ ਦੇ ਵੱਲ। ਔਰ ਰਸਤੇ ਦੇ ਵਿੱਚ ਇੱਕ ਕਦਮ ਰੱਖਦੇ ਵਾਹ, ਦੂਜਾ ਰੱਖਦੇ ਗੁਰੂ, ਫਿਰ ਕਦਮ ਰੱਖਿਆ ਵਾਹ, ਦੂਜਾ ਰੱਖਿਆ ਗੁਰੂ, ਕਦਮ ਕਦਮ ਨਾਲ ਵਾਹਿਗੁਰੂ 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 ਸਿਮਰਦੇ ਸੀ। ਕਿਉਂਕਿ ਗੁਰਬਾਣੀ ਸਾਨੂੰ ਸਿਖਾਉਂਦੀ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਮਹਾਰਾਜ ਜੀ ਦੀ ਬਾਣੀ ਨੇ ਸਿਖਾਇਆ ਵੀ ਸਭ ਤੋਂ ਉੱਤਮ ਸਿਮਰਨੀ ਰਸਨਾ ਦੇ ਉੱਪਰ ਪ੍ਰਭੂ ਦਾ ਨਾਮ ਹੈ। ਆ ਮਾਲਾਵਾਂ ਚੁੱਕੀ ਫਿਰਨਾ, ਗਲਾਂ 'ਚ ਮਾਲਾ ਪਾ ਕੇ ਫੈਸ਼ਨ ਕਰੀ ਜਾਣਾ, ਉਹ ਕੋਈ ਗੁਰਸਿੱਖੀ ਦਾ ਧਰਮ ਨਹੀਂ ਹੈ। ਰਸਨਾ ਦੇ ਉੱਪਰ ਪ੍ਰਭੂ ਦਾ ਨਾਮ ਹੋਵੇ ਤੇ ਗਲ 'ਚ ਮਾਲਾ ਪਾ ਕੇ ਵਿਖਾਉਣ ਦੀ ਕੀ ਲੋੜ ਹੈ? ਇਹ ਤੇ ਕੇਵਲ ਫੈਸ਼ਨ ਦੇ ਲਈ ਲਟਕਾ ਰੱਖੀ ਹੁੰਦੀ। ਮੈਂ ਤੇ ਕਈ ਦਫਾ ਵੇਖ ਕੇ ਹੈਰਾਨ ਹੁੰਨਾ, ਪਿੱਛੋਂ ਇੱਕ ਮਾਲਾ ਆਉਂਦੀ ਹੁੰਦੀ ਤੇ ਅੱਗੋਂ ਉਹਦੇ ਵਿੱਚ ਜੋੜ ਕੇ 2 ਬਣਾ ਦਿੰਦੇ, ਫਿਰ ਹੋਰ ਜੋੜ ਕੇ 3, ਫਿਰ ਹੋਰ ਜੋੜ ਕੇ 4, ਹੋਰ ਜੋੜ ਕੇ 5। ਉਹਨਾਂ ਨੂੰ ਪੁੱਛੀਏ ਵੀ ਇਹ ਮਾਲਾ ਨੂੰ ਤੁਸੀਂ ਫੇਰਦੇ ਕਿਵੇਂ ਹੋ? ਉੱਤੇ ਵਿਖਾਵਾ ਹੈ। ਤੇ ਸਤਿਗੁਰੂ ਜੀ ਨੇ ਸਾਨੂੰ ਸੁਚੇਤ ਕੀਤਾ ਹੈ, ਭਾਈ ਰਸਨਾ ਦੇ ਉੱਪਰ ਪ੍ਰਭੂ ਦਾ ਨਾਮ ਰਹਿਣਾ ਇਹ ਸਭ ਤੋਂ ਉੱਤਮ ਸਿਮਰਨੀ ਹੈ। ਸੰਤ ਅਤਰ ਸਿੰਘ ਜੀ ਇਸ ਬਚਨ ਦੀ ਪਾਲਣਾ ਕਰਦੇ ਹੋਏ ਕਦਮ ਦਰ ਕਦਮ ਸਿਮਰਨ ਕਰਦੇ ਹਜੂਰ ਸਾਹਿਬ ਦੀ ਧਰਤੀ ਤੇ ਪਹੁੰਚੇ। ਉੱਥੇ ਆਪ ਜੀ ਨੇ ਗੁਰਦੁਆਰਾ ਹੀਰਾ ਘਾਟ, ਸ਼ਿਕਾਰ ਘਾਟ, ਨਗੀਨਾ ਘਾਟ, ਮਾਤਾ ਸਾਹਿਬ ਕੌਰ ਜੀ ਦਾ ਗੁਰਦੁਆਰਾ, ਹੋਰ ਬੜੇ ਸਥਾਨਾਂ ਦੇ ਦਰਸ਼ਨ ਕੀਤੇ ਔਰ ਗੋਦਾਵਰੀ ਦੇ ਕਿਨਾਰੇ ਲਗਭਗ 1.25 ਲੱਖ ਪਾਠ ਜਪਜੀ ਸਾਹਿਬ ਦਾ ਆਪ ਜੀ ਨੇ ਕੀਤਾ। ਲਗਭਗ 1.25 ਲੱਖ ਪਾਠ ਜਪਜੀ ਸਾਹਿਬ ਦਾ ਕੀਤਾ। 2 ਸਾਲ ਤੱਕ ਦਾ ਸਮਾਂ ਆਪ ਜੀ ਨੇ ਹਜੂਰ ਸਾਹਿਬ ਬਿਤਾਇਆ। ਉਪਰੰਤ ਆਪ ਜੀ ਰਿਖੀਕੇਸ ਆਏ ਪੈਦਲ ਚੱਲ ਕੇ ਔਰ ਲਗਭਗ 1 ਸਾਲ ਦਾ ਸਮਾਂ ਆਪ ਜੀ ਨੇ ਰਿਖੀਕੇਸ ਬਿਤਾਇਆ। ਉੱਥੇ ਸਿਮਰਨ ਬੰਦਗੀ ਆਪ ਜੀ ਨੇ ਕੀਤੀ। ਰਿਖੀਕੇਸ਼ ਦੀ ਧਰਤੀ ਦੇ ਉੱਪਰ ਕੁਝ ਆਰੀਆ ਸਮਾਜੀ ਪੰਡਿਤ ਆਪ ਜੀ ਦੇ ਪਾਸ ਆਏ ਔਰ ਆ ਕੇ ਕਹਿਣ ਲੱਗੇ ਵੀ ਬਾਬਾ ਜੀ, ਅਸੀਂ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ, ਅਸੀਂ ਵਿਚਾਰ ਚਰਚਾ ਤੁਹਾਡੇ ਨਾਲ ਕਰਨੀ ਤੇ ਚਰਚਾ ਦੇ ਆਧਾਰ ਤੇ ਵੇਖਾਂਗੇ ਕਿਹਦਾ ਧਰਮ ਉੱਤਮ ਹੈ। ਸੰਤ ਬਾਬਾ ਅਤਰ ਸਿੰਘ ਜੀ ਨੇ ਬੜੇ ਪ੍ਰੇਮ ਨਾਲ ਉਹਨਾਂ ਨੂੰ ਜਵਾਬ ਦਿੱਤਾ। ਕਹਿੰਦੇ ਗੁਰਮੁਖੋ, ਚਰਚਾ ਵਿਚਾਰ ਕਰਾਂਗੇ ਉਹ ਤਕਰਾਰ 'ਚ ਬਦਲ ਜਾਵੇਗੀ ਤੇ ਇੱਕ ਦੂਸਰੇ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਸਾਡੇ ਅੰਦਰ ਪੈਦਾ ਹੋ ਜਾਏਗੀ। ਤੁਸੀਂ ਸਾਨੂੰ ਨਫ਼ਰਤ ਦੀ ਭਾਵਨਾ ਨਾਲ ਦੇਖੋਗੇ, ਅਸੀਂ ਤੁਹਾਨੂੰ ਨਫ਼ਰਤ ਦੀ ਭਾਵਨਾ ਨਾਲ ਦੇਖੋਗੇ। ਕਿਉਂ ਨਾ ਚੰਗਾ ਹੋਵੇ ਤੁਸੀਂ ਆਪਣੇ ਧਰਮ ਦੀਆਂ ਚੰਗੀਆਂ ਗੱਲਾਂ ਸੁਣਾ ਦਿਓ ਤੇ ਸਾਡੇ ਕੋਲੋਂ ਸਾਡੇ ਧਰਮ ਦੀਆਂ ਗੱਲਾਂ ਸੁਣ ਲਓ। ਸਤਸੰਗ ਵੀ ਇੱਥੇ ਹੀ ਹੋ ਜਾਏਗਾ, ਪ੍ਰਭੂ ਦਾ ਸਿਮਰਨ ਵੀ ਆਪਾਂ ਇਸ ਥਾਂ ਤੇ ਕਰ ਲਾਂਗੇ ਤੇ ਇਹਦੇ ਨਾਲ ਮਨ ਦੀ ਨਫ਼ਰਤ ਨਿਕਲ ਜਾਵੇਗੀ ਔਰ ਸਾਡੇ ਭਰਾਤਰੀ ਭਾਵ ਵੀ ਪੈਦਾ ਹੋ ਜਾਣਗੇ। ਆਪਾਂ ਇੱਕ ਮੁਲਕ ਦੇ ਵਾਸੀ ਹਾਂ, ਆਪਾਂ ਇੱਕ ਦੂਸਰੇ ਨਾਲ ਲੜਨਾ ਨਹੀਂ, ਪ੍ਰੇਮ ਦੇ ਨਾਲ ਭਰਾਵਾਂ ਦੇ ਵਾਂਗ ਰਹਿਣਾ ਹੈ। ਇਹ ਭਾਵਨਾ ਸੰਤ ਅਤਰ ਸਿੰਘ ਸਾਹਿਬ ਦੀ ਸੀ। ਸੋ ਉੱਥੋਂ ਆਪ ਜੀ ਚੱਲੇ ਔਰ ਚੱਲ ਕੇ ਲਗਭਗ 1891 ਦੇ ਵਿੱਚ ਚੀਮੇ ਪਿੰਡ ਆਏ। 1891 ਦੇ ਵਿੱਚ ਚੀਮੇ ਪਿੰਡ ਜਦੋਂ ਆਪ ਜੀ ਪਹੁੰਚੇ ਸੀ, ਪਹੁੰਚਣ ਤੇ ਬਚਪਨ ਦੇ ਮਿੱਤਰਾਂ ਨੂੰ ਪਤਾ ਚੱਲਿਆ ਬਈ ਸਾਡੇ ਮਿੱਤਰ ਬਾਲ ਸਖਾਈ ਪਹੁੰਚੇ ਹੋਏ ਨੇ ਤੇ ਅਸੀਂ ਜਾ ਕੇ ਮਿਲ ਕੇ ਆਈਏ। ਮਿਲਣ ਵਾਸਤੇ ਆਏ। ਸੰਤ ਅਤਰ ਸਿੰਘ ਜੀ ਨੇ ਸਾਰਿਆਂ ਨੂੰ ਆਪਣੇ ਪਾਸ ਬਿਠਾ ਲਿਆ ਔਰ ਉਪਦੇਸ਼ ਕੀਤਾ, ਭਾਈ ਧਰਮ ਦੀ ਕਿਰਤ ਕਰੋ, ਦਸਵੰਧ ਗੁਰੂ ਅਰਥ ਕੱਢੋ, ਸਤਿਗੁਰੂ ਜੀ ਤੁਹਾਡੇ ਉੱਪਰ ਤਰੁੱਠਣਗੇ ਤੇ ਤੁਹਾਨੂੰ ਆਪਣੇ ਚਰਨਾਂ 'ਚ ਨਿਵਾਸ ਦੇਣਗੇ। ਨਿੰਦਾ ਚੁਗਲੀ, ਪਰਤਨ ਤੇ ਪਰਤਨ ਦੋਵਾਂ ਤੋਂ ਬਚ ਕੇ ਰਹੋ, ਇਹਨਾਂ ਤੋਂ ਬਚ ਕੇ ਰਹੋ ਔਰ ਧਰਮ ਦੀ ਕਿਰਤ ਕਰਦੇ ਹੋਏ ਆਪਣੇ ਜੀਵਨ ਦਾ ਨਿਰਵਾਹ ਤੁਸੀਂ ਕਰਦੇ ਰਹੋ। ਉਹਨਾਂ ਨੂੰ ਇਹ ਬਚਨ ਸਿਖਾਇਆ।
ਸਤ ਸੰਗਤ ਗੁਰਬਾਣੀ ਦੇ ਪ੍ਰਤੀ ਪ੍ਰੇਮ ਸੰਤ ਅਤਰ ਸਿੰਘ ਜੀ ਦੇ ਹਿਰਦੇ 'ਚ ਇੰਨਾ ਸੀ ਕਿ ਚੀਮੇ ਪਿੰਡ ਆਪ ਜੀ ਨੇ ਆਪਣਾ ਟਿਕਾਣਾ ਖੇਤ ਵਿੱਚ ਰੱਖਿਆ ਔਰ ਪ੍ਰਸ਼ਾਦਾ ਰੋਜ਼ ਆਪ ਜੀ ਦੀ ਮਾਤਾ ਭੋਲੀ ਕੌਰ ਲੈ ਕੇ ਆਉਂਦੇ ਸੀ। ਇਹ ਜੋ ਆਪ ਜੀ ਦਾ ਪ੍ਰੇਮ ਹੈ ਇੱਥੋਂ ਸਪਸ਼ਟ ਹੁੰਦਾ ਹੈ। ਆਪ ਜੀ ਨੇ ਪੌੜੀ ਦਰ ਪੌੜੀ ਰੋਜ਼ ਇੱਕ ਇੱਕ ਪੌੜੀ ਕਰਕੇ ਜਪਜੀ ਸਾਹਿਬ ਦਾ ਸੰਪੂਰਨ ਪਾਠ ਆਪਣੀ ਮਾਤਾ ਨੂੰ ਕੰਠ ਕਰਵਾ ਦਿੱਤਾ ਸੀ ਔਰ 3 ਕੁ ਮਹੀਨੇ ਚੀਮੇ ਪਿੰਡ ਰਹਿ ਕੇ ਆਪ ਜੀ ਨੇ ਇੱਥੋਂ ਚਾਲੇ ਪਾ ਦਿੱਤੇ ਸੀ। ਇੱਥੋਂ ਚਾਲੇ ਪਾ ਕੇ ਆਪ ਜੀ ਥਾਂਪੁਰ ਥਾਂ ਹੁੰਦੇ ਹੋਏ ਭਾਈ ਰਾਮ ਸਿੰਘ ਜੀ ਧਮਾਲੀ ਵਾਲੇ ਉਹਨਾਂ ਦੇ ਪਾਸ ਪਹੁੰਚੇ। ਉਹਨਾਂ ਦੇ ਪਾਸ ਸਾਧ ਸੰਗਤ ਜੀ ਆਪ ਜੀ ਨੇ ਆਪਣੇ ਮਨ ਦਾ ਇੱਕ ਵਿਚਾਰ ਦੱਸਿਆ ਬਈ ਰਾਮ ਸਿੰਘ ਜੀਓ, ਸਾਡੇ ਮਨ ਦਾ ਵਿਚਾਰ ਹੈ ਅਸੀਂ ਇਕੱਲੇ ਬੈਠ ਕੇ ਕਿਸੇ ਥਾਂ ਤੇ ਬੰਦਗੀ ਕਰੀਏ, ਸਾਨੂੰ ਕੋਈ ਇਹੋ ਜੀ ਥਾਂ ਵਿਖਾਓ। ਰਾਮ ਸਿੰਘ ਜੀ ਧਮਾਲੀ ਵਾਲੇ ਆਪ ਜੀ ਨੂੰ ਕਨੋਹੇ ਪਿੰਡ ਲੈ ਆਏ। ਅੱਜ ਕੱਲ ਪਾਕਿਸਤਾਨ ਚ ਪੈ ਜਾਂਦਾ। ਕਨੋਹੇ ਪਿੰਡ ਦੀ ਇੱਕ ਥਾਂ ਵਿਖਾਈ, ਆਪ ਜੀ ਨੂੰ ਚੰਗੀ ਲੱਗੀ। ਉੱਥੇ ਆਪ ਜੀ ਨੇ ਲੰਮਾ ਸਮਾਂ ਸਿਮਰਨ ਕੀਤਾ, ਬੰਦਗੀ ਕੀਤੀ, ਆਰਾਧਨਾ ਕੀਤੀ ਪਰਮੇਸ਼ਵਰ ਦੀ। ਉਹ ਕੋਈ ਜਪ ਨਹੀਂ ਆਪਾਂ ਉਹਨੂੰ ਕਹਿ ਸਕਦੇ ਜਾਂ ਕਿਸੇ ਪ੍ਰਕਾਰ ਦਾ ਤਪ ਨਹੀਂ ਕਹਿ ਸਕਦੇ, ਉਹ ਸਿਮਰਨ ਸੀ ਔਰ ਪ੍ਰੇਮਾ ਭਗਤੀ ਸੀ। ਜਿਸ ਪ੍ਰੇਮਾ ਭਗਤੀ ਦੀ ਗੱਲ ਗੁਰਬਾਣੀ ਦੇ ਵਿੱਚੋਂ ਕੀਤੀ ਗਈ, ਪਹਿਲੇ ਤੇ 40 ਦਿਨ ਆਪ ਜੀ ਨੇ ਸਿਮਰਨ ਬੰਦਗੀ ਲਈ ਚੌਕੜਾ ਲਾਇਆ, ਫਿਰ 6 ਮਹੀਨੇ ਬੈਠੇ ਔਰ ਫਿਰ 1 ਸਾਲ ਦਾ ਚੌਕੜਾ ਆਪ ਜੀ ਨੇ ਲਾਇਆ। ਸਤ ਸੰਗਤ ਇਸ ਸਮੇਂ ਦੌਰਾਨ ਆਪ ਜੀ ਦੀ ਸੇਵਾ ਕਨੋਹੇ ਪਿੰਡ ਦਾ ਇੱਕ ਗੁਰਮੁਖ ਜੋੜਾ ਭਾਈ ਵਜ਼ੀਰ ਸਿੰਘ ਤੇ ਉਹਦੀ ਪਤਨੀ ਬੀਬੀ ਭਾਗ ਭਰੀ, ਇਹ ਦੋਵੇਂ ਜਣੇ ਆਪ ਜੀ ਦੀ ਸੇਵਾ ਕਰਦੇ ਸੀ। ਸਵੇਰ ਦੇ ਸਮੇਂ ਆਪ ਜੀ ਨੇ 1 ਕੌਲੀ ਸਬਜ਼ੀ ਦੀ ਦੇ ਜਾਂਦੇ ਔਰ ਢਲੀ ਦੁਪਹਿਰ 1 ਗਲਾਸ ਸਰਦਾਈ ਦਾ ਦੇ ਜਾਂਦੇ। ਬਸ ਪੂਰੇ ਦਿਨ ਦੀ ਇੰਨੀ ਕੁ ਆਪ ਜੀ ਦੀ ਖੁਰਾਕ ਸੀ ਤਾਂ ਕਿ ਸਰੀਰ ਤੇ ਸਵਾਸ ਚੱਲਦੇ ਰਹਿਣ। ਇਹ ਵੀ ਨਹੀਂ ਵੀ ਭੁੱਖੇ ਰਹਿ ਕੇ ਵਰਤ ਰੱਖਿਆ ਜਾਂ ਧੂਣੇ ਤਾਪੇ ਜਾਂ ਹੋਰ ਕੀਤਾ। ਰੋਜ਼ ਦੀ ਰੋਜ਼ ਸਰੀਰ ਨੂੰ ਚਲਾਉਣ ਵਾਸਤੇ ਆਪ ਜੀ ਭੋਜਨ ਵੀ ਵਰਤਦੇ ਸੀ ਔਰ ਸਿਮਰਨ ਬੰਦਗੀ ਵੀ ਕਰਦੇ ਸੀ। 1 ਸਾਲ ਦਾ ਚੌਕੜਾ ਜੋ ਆਪ ਜੀ ਨੇ ਲਾਇਆ ਉਹ 1 ਵੈਸਾਖ 1896 ਨੂੰ ਸੰਪੂਰਨ ਹੋਇਆ। 1866 ਦਾ ਜਨਮ, 1896 ਨੂੰ ਸੰਪੂਰਨ ਹੁੰਦਾ 1 ਸਾਲ ਦਾ ਚੌਕੜਾ। ਤਕਰੀਬਨ 30 ਸਾਲ ਦੀ ਉਮਰ। ਹੁਣ ਸਾਧ ਸੰਗਤ 30 ਸਾਲ ਦੀ ਉਮਰ ਭਰ ਜਵਾਨੀ ਦੀ ਉਮਰ ਹੁੰਦੀ ਔਰ ਭਰ ਜਵਾਨੀ ਦੀ ਉਮਰ ਪਰਮਾਤਮਾ ਯਾਦ ਕਿਹਨੂੰ ਹੁੰਦਾ। ਪਰ ਸੰਤ ਅਤਰ ਸਿੰਘ ਜੀ ਨੇ ਭਰ ਜਵਾਨੀ ਦੀ ਉਮਰ ਤੱਕ ਇੱਕ ਸਵਾਸ ਦੇ ਲਈ ਵੀ ਪਰਮੇਸ਼ਵਰ ਨੂੰ ਨਹੀਂ ਸੀ ਵਿਸਾਰਿਆ। ਉਹਨਾਂ ਨੇ ਉਹ ਜਿਹੜਾ ਆਪਣਾ ਜਵਾਨੀ ਦਾ ਸਮਾਂ ਸੀ ਉਹਨੂੰ ਹੋਰ ਪਾਸੇ ਨਸ਼ਟ ਕਰਨ ਦੀ ਥਾਂ ਤੇ, ਖਰਾਬ ਕਰਨ ਦੀ ਥਾਂ ਤੇ ਪ੍ਰਭੂ ਬੰਦਗੀ ਵਾਲੇ ਪਾਸੇ ਲਾਇਆ। ਔਰ ਸਾਖੀਆਂ ਦੇ ਵਿੱਚ ਆਉਂਦਾ ਹੈ ਜਦੋਂ ਸਾਲ ਦਾ ਚੌਕੜਾ ਲਾ ਕੇ ਆਪ ਜੀ ਉੱਠੇ ਸੀ ਨਾ, ਸਰੀਰ ਤੇ ਨਿਰਬਲ ਹੋ ਗਿਆ ਸੀ ਪਰ ਚਿਹਰੇ ਦਾ ਤੇਜ ਪ੍ਰਤਾਪ ਇੰਨਾ ਸੀ ਕਿ ਝੱਲਿਆ ਨਹੀਂ ਸੀ ਜਾਂਦਾ। ਔਰ ਫਿਰ ਇਸ ਕਨੋਹੇ ਦੀ ਧਰਤੀ ਤੇ ਆਪ ਜੀ ਨੇ ਵਜ਼ੀਰ ਸਿੰਘ ਨੂੰ ਆਖਿਆ ਕਿਉਂ ਨਾ ਇੱਥੇ ਤੁਸੀਂ ਇੱਕ ਕਮਰਾ ਬਣਵਾ ਦਿਓ। ਉਹਨਾਂ ਨੇ ਕਮਰਾ ਬਣਵਾ ਦਿੱਤਾ। ਫਿਰ ਉਸ ਕਮਰੇ ਦੇ ਵਿੱਚ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਔਰ ਉੱਥੇ ਪਹਿਲਾ ਗੁਰਦੁਆਰਾ ਬਣਾਇਆ। ਰੋਜ਼ ਉੱਥੇ ਸਤਸੰਗ ਹੁੰਦਾ ਸੀ, ਸਵੇਰ ਦਾ ਤੇ ਸ਼ਾਮ ਦਾ। ਲਗਭਗ 2-3 ਮਹੀਨੇ ਉਸ ਥਾਂ ਦੇ ਉੱਪਰ ਬਿਨਾਂ ਸਾਜ਼ਾਂ ਤੋਂ ਕੀਰਤਨ ਹੁੰਦਾ ਰਿਹਾ ਸੀ। ਫਿਰ ਸੰਤ ਅਤਰ ਸਿੰਘ ਜੀ ਨੇ ਆਖ ਕੇ ਰਾਵਲਪਿੰਡੀ ਤੋਂ ਇੱਕ ਜੋੜੀ ਮੰਗਵਾਈ ਸੀ, ਤਬਲਾ ਮੰਗਵਾਇਆ ਸੀ ਔਰ ਕਿੰਨਾ ਸਮਾਂ ਤਬਲੇ ਦੇ ਉੱਪਰ ਬਾਬਾ ਜੀ ਆਪ ਕੀਰਤਨ ਕਰਦੇ ਰਹਿੰਦੇ। ਅੱਜ ਕੱਲ ਤੇ ਲੋਕ ਕਹਿੰਦੇ ਆ ਵੀ ਉਹ ਕੇਵਲ ਧਾਰ ਨਹੀਂ ਲਾਉਂਦੇ ਸੀ, ਪਰ ਸਤ ਸੰਗਤ ਤਬਲੇ ਦੇ ਉੱਪਰ ਸੰਤ ਬਾਬਾ ਅਤਰ ਸਿੰਘ ਜੀ ਆਪ ਕੀਰਤਨ ਕਰਦੇ ਹੁੰਦੇ ਸੀ। ਥੋੜਾ ਸਮੇਂ ਬਾਅਦ ਭਾਈ ਰਾਮ ਸਿੰਘ ਜੀ ਦਾ ਜਥਾ ਆਪ ਜੀ ਦੇ ਪਾਸ ਪੁੱਜ ਗਿਆ ਸੀ। ਫਿਰ ਤੇ ਕੀਰਤਨ ਦਾ ਪ੍ਰਵਾਹ ਚੱਲਦਾ ਹੀ ਰਿਹਾ ਸੀ ਔਰ 1897 ਦੇ ਵਿੱਚ, ਲਗਭਗ 1897 ਦੇ ਵਿੱਚ ਆਪ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜਾ ਕੇ ਹਾਜ਼ਰੀ ਭਰੀ ਸੀ। ਸਤ ਸੰਗਤ ਜੀ, ਹੁਣ ਇੱਕ ਖਿਆਲ ਆਪ ਜੀ ਨੇ ਰੱਖਣਾ, ਜਿਹੜੇ ਲੋਕ ਕੇਵਲ ਇਸ ਗੱਲ ਦਾ ਪ੍ਰਚਾਰ ਕਰਦੇ ਨੇ ਵੀ ਸੰਤ ਅਤਰ ਸਿੰਘ ਜੀ ਨੇ ਧਾਰਨਾ ਦੀ ਮਰਿਆਦਾ ਸ਼ੁਰੂ ਕੀਤੀ, ਉਹਨਾਂ ਨੇ ਸਿੱਧੀਆਂ ਧਾਰਨਾ ਲਾਈਆਂ ਔਰ ਉਹ ਧਾਰਨਾ ਹੀ ਲਾਉਂਦੇ ਸੀਗੇ। ਉਹਨਾਂ ਨੂੰ ਪੁੱਛੋ ਬਈ ਅਕਾਲ ਤਖਤ ਸਾਹਿਬ ਤੇ ਧਾਰਨਾ ਲੱਗ ਸਕਦੀ ਹੈ? ਉੱਥੇ ਕੋਈ ਧਾਰਨਾ ਚ ਕੀਰਤਨ ਕਰ ਸਕਦਾ ਹੈ? 1897 ਦੇ ਵਿੱਚ ਸੰਤ ਅਤਰ ਸਿੰਘ ਜੀ ਨੇ ਅਕਾਲ ਤਖਤ ਸਾਹਿਬ ਦੇ ਉੱਪਰ ਕੀਰਤਨ ਕੀਤਾ ਹੈ ਔਰ ਉਸ ਤੋਂ ਅਗਲੇ ਹੀ ਸਾਲ 1898 ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਸੰਪੂਰਨ ਆਸਾ ਦੀ ਵਾਰ ਦਾ ਕੀਰਤਨ ਸੰਤ ਅਤਰ ਸਿੰਘ ਜੀ ਨੇ ਕੀਤਾ ਸੀ। ਹਰਿਮੰਦਰ ਸਾਹਿਬ ਦੇ ਵਿੱਚ ਤੇ ਧਾਰਨਾ ਅਲਾਊਡ ਹੈ ਨਹੀਂ, ਉੱਥੇ ਤੇ ਕੇਵਲ ਰਾਗਾਂ ਦੇ ਵਿੱਚ ਕੀਰਤਨ ਹੁੰਦਾ ਹੈ।
ਔਰ ਰਾਗਾਂ ਦੇ ਵਿੱਚ ਸੰਤ ਅਤਰ ਸਿੰਘ ਜੀ ਨੇ ਰਾਗ ਪਾ ਕੇ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਹਰਿਮੰਦਰ ਸਾਹਿਬ 'ਚ ਕੀਤਾ ਹੈ। ਔਰ ਇਹ ਦਾਅਵੇ ਨਾਲ ਆਪਾਂ ਕਹਿ ਸਕਦੇ ਹਾਂ, ਜਿੰਨੇ ਅੱਜ ਤੱਕ ਦੇ ਸੰਤ ਨੇ ਉਹਨਾਂ ਦੇ ਵਿੱਚੋਂ ਸੰਤ ਅਤਰ ਸਿੰਘ ਜੀ ਇੱਕ ਨੇ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਰਾਗਾਂ ਦੇ ਵਿੱਚ ਕੀਰਤਨ ਕੀਤਾ ਹੋਇਆ ਹੈ। ਨਹੀਂ, ਸਾਧ ਸੰਗਤ ਮਹਾਂਪੁਰਸ਼ਾਂ ਦੇ ਨਾਮ ਨੂੰ ਵਰਤਿਆ ਤੇ ਆਪਣੀ ਰੋਜੀ ਰੋਟੀ ਕਮਾਉਣ ਲਈ ਵੜਿਆ ਨੇ ਔਰ ਵਰਤਦੇ ਵੀ ਬੜੇ ਪਏ ਨੇ, ਪਰ ਉਹਨਾਂ ਦੀ ਜੋ ਬੰਦਗੀ, ਉਹਨਾਂ ਦੇ ਜੋ ਪ੍ਰਚਾਰ ਦਾ ਤਰੀਕਾ ਹੈ, ਉਹਨੂੰ ਕਿਸੇ ਨੇ ਵੇਖਣ ਦਾ ਯਤਨ ਨਹੀਂ ਕੀਤਾ। ਹੁਣ ਇੱਕ ਬੇਨਤੀ ਇੱਥੇ ਹੋਰ ਆਪ ਜੀ ਨਾਲ ਸਾਂਝੀ ਕਰਾਂ। ਜਦ ਵੀ ਸੰਤ ਅਤਰ ਸਿੰਘ ਜੀ ਦੀਵਾਨ ਲਾਉਣ ਕਿਸੇ ਥਾਂ ਤੇ ਜਾਂਦੇ ਹੁੰਦੇ ਸੀ ਤੇ ਭੇਟਾ ਨਹੀਂ ਸੀ ਮੰਗਦੇ, ਕਦੀ ਵੀ ਪੈਸਾ ਨਹੀਂ ਸੀ ਮੰਗਿਆ। ਔਰ ਜਿੰਨਾ ਪੈਸਾ ਆਪ ਜੀ ਨੂੰ ਸੰਗਤ ਦਿੰਦੀ ਸੀ ਉਹ ਵੀ ਆਪ ਜੀ ਉਸੇ ਥਾਂ ਤੇ ਛੱਡ ਜਾਂਦੇ ਸੀ, ਕਦੇ ਨਾਲ ਨਹੀਂ ਸੀ ਲੈ ਕੇ ਗਏ, ਕਦੀ ਵੀ। ਸਾਖੀਆਂ ਬੜੀਆਂ ਪੜ੍ਹੀਆਂ ਨੇ, ਜੀਵਨੀਆਂ ਬੜੀਆਂ ਪੜ੍ਹੀਆਂ ਨੇ, ਹਰ ਥਾਂ ਤੇ ਲਿਖਣ ਵਾਲੇ ਨੇ ਇਹ ਗੱਲ ਲਿਖੀ ਵੀ ਜੋ ਕੀਰਤਨ ਭੇਟਾ ਅਰਦਾਸ ਹੁੰਦੀ ਸੀ ਉਹ ਵੀ ਆਪ ਜੀ ਉਸੇ ਥਾਂ ਤੇ ਛੱਡ ਕੇ ਚਲੇ ਜਾਂਦੇ ਸੀ, ਨਾਲ ਨਹੀਂ ਸੀ ਲੈ ਕੇ ਜਾਂਦੇ। ਆਖ ਦਿੰਦੇ ਸੀ ਭਾਈ ਗੁਰੂ ਘਰ 'ਚ ਸੇਵਾ ਕਰਵਾ ਦਿਓ, ਸਕੂਲ 'ਚ ਸੇਵਾ ਕਰਵਾ ਦਿਓ, ਕਿਸੇ ਹੋਰ ਥਾਂ ਤੇ ਸੇਵਾ ਕਰਵਾ ਦਿਓ। ਇਹ ਇੱਕ ਆਪਾਂ ਏਦਾਂ ਕਹਿ ਸਕਦੇ ਹਾਂ ਕਿ ਮਹਾਂਪੁਰਸ਼ਾਂ ਦੇ ਜੀਵਨ ਦੇ ਵਿੱਚ ਵਿਲੱਖਣ ਇੱਕ ਚੀਜ਼ ਹੈ, ਵਿਲੱਖਣ ਇੱਕ ਮਹਾਂਪੁਰਸ਼ਾਂ ਦਾ ਕੌਤਕ ਹੈ। ਉਹਨਾਂ ਨੇ ਨਿਰਇੱਛਤ ਰਹਿ ਕੇ ਲੋਭ ਦੀ ਬਿਰਤੀ ਤੋਂ ਉੱਪਰ ਉੱਠ ਕੇ ਧਰਮ ਦੇ ਪ੍ਰਚਾਰ ਨੂੰ ਮੁੱਖ ਆਪਣਾ ਨਿਸ਼ਾਨਾ ਰੱਖਿਆ ਸੀ। ਇਸ ਤੋਂ ਅਗਲੀ ਗੱਲ, ਸੰਤ ਅਤਰ ਸਿੰਘ ਜੀ ਨੇ ਧਾਰਨਾ ਕਿਉਂ ਸ਼ੁਰੂ ਕੀਤੀ? ਕਿਉਂਕਿ ਮਹਾਂਪੁਰਸ਼ਾਂ ਨੇ ਆਪਣੇ ਪ੍ਰਚਾਰ ਦਾ ਕੇਂਦਰ ਮਸਤੂਆਣੇ ਦੀ ਧਰਤੀ ਨੂੰ ਬਣਾਇਆ ਤੇ ਇਹ ਜੋ ਮਾਲਵਾ ਹੈ ਇਹਨੂੰ ਆਪਣੇ ਪ੍ਰਚਾਰ ਖੇਤਰ ਦੇ ਵਿੱਚ ਰੱਖਿਆ। ਮਾਲਵੇ ਦਾ ਖੇਤਰ, ਮਾਲਵੇ ਦਾ ਇਲਾਕਾ ਬਿਲਕੁਲ ਪਛੜਿਆ ਹੋਇਆ ਸੀ ਸਿੱਖੀ ਸਿਧਾਂਤਾਂ ਪੱਖੋਂ, ਸਿੱਖੀ ਦੀ ਜਾਣਕਾਰੀ ਪੱਖੋਂ, ਔਰ ਇਹਨਾਂ ਨੂੰ ਰਾਗ ਦੀ ਸੋਝੀ ਕੋਈ ਨਹੀਂ ਸੀ। ਅੱਜ ਵੀ ਬੜੇ ਘੱਟ ਲੋਕਾਂ ਨੂੰ ਰਾਗ ਦੀ ਸੋਝੀ ਹੋਵੇਗੀ। ਆ ਮਾਲਵੇ ਦੇ ਇਲਾਕੇ ਦੀ ਜੇ ਆਪਾਂ ਗੱਲ ਕਰੀਏ, ਵੈਸੇ ਤੇ ਚੇਤਨਤਾ ਬਹੁਤ ਆਉਂਦੀ ਜਾਂਦੀ ਹੈ, ਪਰ ਫਿਰ ਵੀ ਪਿੰਡ ਪੱਧਰ ਤੇ ਰਾਗ ਦੀ ਸੋਝੀ ਬਹੁਤ ਘੱਟ ਹੈ। ਉਸ ਵੇਲੇ ਤੇ ਬਿਲਕੁਲ ਹੀ ਹੈ ਨਹੀਂ ਸੀ। ਉਹਨਾਂ ਹਾਲਾਤਾਂ ਨੂੰ ਵੇਖਦਿਆਂ ਸੰਤ ਅਤਰ ਸਿੰਘ ਸਾਹਿਬ ਜੀ ਨੇ ਪ੍ਰਚਾਰ ਦਾ ਤਰੀਕਾ ਅਪਣਾਇਆ, ਧਾਰਨਾ ਦੇ ਵਿੱਚ ਕੀਰਤਨ ਕਰਨਾ। ਔਰ ਉਹ ਕੀਰਤਨ ਕਿੱਦਾਂ ਹੁੰਦਾ ਸੀ? ਡਾਕਟਰ ਗੁਰਨੇਕ ਸਿੰਘ ਜੀ ਹੋਰੀ ਉਹਨਾਂ ਨੇ ਇੱਕ ਗੱਲ ਬੜੀ ਪਿਆਰੀ ਲਿਖੀ, ਕਹਿੰਦੇ ਸੰਤ ਅਤਰ ਸਿੰਘ ਜੀ ਰਾਗ ਪਾ ਕੇ ਕੀਰਤਨ ਕਰਦੇ ਸੀ। ਇੱਕ ਸ਼ਬਦ ਦਾ ਪਹਿਲੇ ਰਾਗ ਦੇ ਵਿੱਚ ਕੀਰਤਨ ਕਰਨਾ, ਫਿਰ ਉਹਦੀ ਵਿਆਖਿਆ ਕਰਨੀ ਔਰ ਫਿਰ ਉਸ ਸ਼ਬਦ ਨੂੰ ਧਾਰਨਾ ਰੂਪ ਦੇ ਵਿੱਚ ਪੜ੍ਹਨਾ, ਸੰਗਤ ਤੋਂ ਪੜ੍ਹਾਉਣਾ। ਇਹਦੇ 3 ਪ੍ਰਭਾਵ ਪੈਂਦੇ ਸੀ। ਇੱਕ ਤੇ ਸੰਗਤ ਨੂੰ ਰਾਗ ਦੀ ਸੋਝੀ ਪੈਂਦੀ ਸੀ, ਦੂਜਾ ਸ਼ਬਦ ਦਾ ਭਾਵ ਸੰਗਤ ਨੂੰ ਸਮਝ ਆ ਜਾਂਦਾ ਸੀ, ਤੇ ਤੀਜਾ ਉਹ ਸ਼ਬਦ ਸੰਗਤ ਨੂੰ ਕੰਠ ਹੋ ਜਾਂਦਾ ਸੀ। ਇਹ ਪ੍ਰਚਾਰ ਦਾ ਤਰੀਕਾ ਸੀ, ਇੱਕ ਨਵੇਕਲਾ ਤਰੀਕਾ ਸੀ। ਅੱਜ ਦੇ ਸਮੇਂ ਜੇ ਆਪਾਂ ਵੇਖੀਏ ਨਾ ਸਾਧ ਸੰਗਤ, ਦੂਜੇ ਧਰਮਾਂ ਨਾਲ ਆਪਣੀ ਸਿੱਖੀ ਨੂੰ ਕੰਪੈਰੀਟਿਵਲੀ ਆਪਾਂ ਵੇਖਣ ਦੀ ਕੋਸ਼ਿਸ਼ ਕਰੀਏ ਤੇ ਪ੍ਰਚਾਰ ਦੇ ਖੇਤਰ 'ਚ ਅਸੀਂ ਅੱਜ ਵੀ 30-35 ਸਾਲ ਪਛੜੇ ਹੋਏ ਆ। ਤੁਸੀਂ ਵੇਖੋ, ਲਗਭਗ 1980-82 ਦੇ ਵਿੱਚ ਟੀਵੀ ਆ ਗਿਆ ਸੀ ਔਰ ਉਸ ਸਮੇਂ ਤੋਂ ਹੀ ਟੀਵੀ ਦੇ ਉੱਪਰ ਰਾਮਾਇਣ ਚੱਲ ਰਹੀ ਹੈ, ਸ਼੍ਰੀ ਕ੍ਰਿਸ਼ਨਾ ਚੱਲ ਰਿਹਾ ਹੈ, ਮਹਾਭਾਰਤ ਚੱਲ ਰਹੀ ਹੈ, ਇਸਲਾਮ ਧਰਮ ਦੇ ਆਪਣੇ ਸੀਰੀਅਲ ਚੱਲ ਰਹੇ ਨੇ, ਈਸਾਈਆਂ ਦੇ ਆਪਣੇ ਨਾਟਕ ਚੱਲ ਰਹੇ ਨੇ। ਪਰ ਸਿੱਖਾਂ ਦਾ ਲੜੀਵਾਰ ਚੱਲਿਆ ਕਦੀ? ਕੋਈ ਨਹੀਂ ਚੱਲਿਆ। ਉਹਨਾਂ ਨੇ ਪਤਾ ਹੀ ਨਹੀਂ ਕਿੰਨੇ ਕੁ ਵਾਰ ਸ਼੍ਰੀ ਕ੍ਰਿਸ਼ਨਾ ਰਿਪੀਟ ਕਰ ਦਿੱਤਾ। ਕ੍ਰਿਸ਼ਨ ਜੀ ਦਾ ਜੀਵਨ ਰਿਪੀਟ ਕਰਕੇ ਹਰ ਇੱਕ ਘਰ ਦੇ ਵਿੱਚ ਪਹੁੰਚਾ ਦਿੱਤਾ। ਅੱਜ ਇੱਕ ਘਰ 'ਚ 2-2 ਟੀਵੀ ਨੇ ਤੇ ਉੱਥੋਂ ਹਰ ਇੱਕ ਘਰ ਤੱਕ ਪਹੁੰਚ ਕਰਨ ਲਈ ਸਿੱਖਾਂ ਨੂੰ ਚਾਹੀਦਾ ਅੱਜ ਦੇ ਸਮੇਂ ਦੀ ਲੋੜ ਨੂੰ ਮੁੱਖ ਰੱਖ ਕੇ ਪ੍ਰਚਾਰ ਦਾ ਸਾਧਨ ਮਲਟੀਮੀਡੀਆ ਰਾਹੀਂ ਅਪਣਾਇਆ ਜਾਵੇ ਔਰ ਇਦਾਂ ਦੀਆਂ ਟੈਲੀਫਿਲਮਾਂ ਬਣਨ, ਬੱਚਿਆਂ ਦੇ ਲਈ ਸਪੈਸ਼ਲ ਕਿਸੇ ਪ੍ਰਕਾਰ ਦੇ ਜੋ ਕਾਰਟੂਨ ਬੱਚੇ ਪਸੰਦ ਕਰਦੇ ਆ ਉਦਾਂ ਦੇ ਕੋਈ ਸੀਰੀਅਲ ਤਿਆਰ ਹੋਣ ਬੱਚਿਆਂ ਦੇ ਲਈ, ਜਿਨ੍ਹਾਂ ਦੇ ਰਾਹੀਂ ਉਹਨਾਂ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਿਆ ਜਾਵੇ, ਉਹਨਾਂ ਬੱਚਿਆਂ ਨੂੰ ਸਿੱਖੀ ਦੀਆਂ ਸਾਖੀਆਂ ਨਾਲ ਜੋੜਿਆ ਜਾਵੇ, ਸਾਹਿਬਜ਼ਾਦਿਆਂ ਦੇ ਨਾਮਾਂ ਨਾਲ ਜੋੜਿਆ ਜਾਵੇ। ਅੱਜ ਕੱਲ ਬੱਚੇ ਸਾਧ ਸੰਗਤ ਜੀ, ਇੱਕ ਥਾਂ ਤੇ ਮੈਂ ਇੱਕ ਟੇਲਰ ਦੇ ਕੋਲ ਵੇਖ ਕੇ ਹੈਰਾਨ ਹੋਇਆ। ਮੈਂ ਕਿਹਾ ਭਰਾਵਾ ਤੂੰ ਕੀ ਬਣਾ ਰਿਹਾ? ਕਹਿੰਦਾ ਜੀ ਇੱਕ ਬੱਚੇ ਦੀ ਵਰਦੀ ਹੈ। ਮੈਂ ਕਿਹਾ ਇਦਾਂ ਦੀ ਵੀ ਬੱਚੇ ਵਰਦੀਆਂ ਪਾਉਂਦੇ ਨੇ? ਕਹਿੰਦਾ ਹਾਂਜੀ, ਉਹ ਟੀਵੀ ਦੇ ਉੱਪਰ ਉਹ ਛੋਟਾ ਬੀਮ ਬੜਾ ਚੱਲ ਰਿਹਾ ਤੇ ਉਹ ਬੱਚਾ ਕਹਿੰਦਾ ਮੈਂ ਤੇ ਡਰੈਸ ਹੀ ਉਦਾਂ ਦੀ ਪਾਉਣੀ। ਹੁਣ ਜੇ ਉਹ ਚੀਜ਼ ਦੇਖ ਰਿਹਾ ਤੇ ਉਦਾਂ ਦਾ ਬਣਨ ਦੀ ਕੋਸ਼ਿਸ਼ ਕਰ ਰਿਹਾ, ਜੇ ਆਪਾਂ ਉਸ ਬੱਚੇ ਨੂੰ ਸਾਹਿਬਜ਼ਾਦੇ ਵਿਖਾਵਾਂਗੇ ਟੀਵੀ ਤੇ ਉਹ ਉਦਾਂ ਦੀ ਡਰੈਸ ਕਿਉਂ ਨਹੀਂ ਪਹਿਨਣਗੇ? ਉਹ ਸਿੱਖ ਕਿਉਂ ਨਹੀਂ ਬਣਨਗੇ? ਉਹ ਸਿਰ ਤੇ ਦਸਤਾਰਾਂ ਕਿਉਂ ਨਹੀਂ ਸਜਾਉਣਗੇ? ਇਹ ਘਾਟ ਸਾਡੇ 'ਚ ਆ ਗਈ। ਸੰਤ ਅਤਰ ਸਿੰਘ ਜੀ ਨੇ ਸਮੇਂ ਦੀ ਨਬਜ਼ ਨੂੰ ਪਛਾਣਿਆ ਸੀ, ਪ੍ਰਚਾਰ ਕਿੱਦਾਂ ਕੀਤਾ ਜਾਵੇ ਤੇ ਉਹਨਾਂ ਦੇ ਪ੍ਰਚਾਰ ਦਾ ਅਸਰ ਕਿੰਨਾ ਹੋਇਆ ਸੀ। ਗਿਆਨੀ ਮੋਹਨ ਸਿੰਘ ਜੀ ਵੈਦ ਇੱਕ ਬੜੇ ਵੱਡੇ ਵਿਦਵਾਨ ਹੋਏ ਨੇ, ਉਹਨਾਂ ਨੇ ਲਿਖਿਆ
ਉਹ ਕਹਿੰਦੇ 1901 ਤੋਂ ਲੈ ਕੇ 1911 ਤੱਕ ਦਾ ਜੋ ਸਮਾਂ ਨਾ, ਇਸ ਸਮੇਂ ਦੇ ਵਿੱਚ ਸਿੱਖਾਂ ਦੀ ਗਿਣਤੀ 'ਚ 9 ਲੱਖ ਦਾ ਵਾਧਾ ਹੋਇਆ ਹੈ। 1901 ਤੋਂ ਲੈ ਕੇ 1911 ਤੱਕ 10 ਸਾਲ ਦਾ ਜੋ ਸਮਾਂ, ਇਸ ਸਮੇਂ ਵਿੱਚ ਸਿੱਖਾਂ ਦੀ ਗਿਣਤੀ 'ਚ 9 ਲੱਖ ਦਾ ਵਾਧਾ ਹੋਇਆ ਹੈ। ਤੇ ਗਿਆਨੀ ਮੋਹਨ ਸਿੰਘ ਜੀ ਵੈਦ ਕਹਿਣ ਲੱਗੇ, ਮੇਰੇ ਅਨੁਸਾਰ ਇਸ ਵਾਧੇ ਦਾ ਕਾਰਨ ਕੇਵਲ ਤੇ ਕੇਵਲ ਸੰਤ ਅਤਰ ਸਿੰਘ ਸਾਹਿਬ ਜੀ ਨੇ। ਵੇਖੋ ਸਾਧ ਸੰਗਤ, ਰਾਵਲਪਿੰਡੀ ਅੱਜ ਕੱਲ ਤੇ ਪਾਕਿਸਤਾਨ 'ਚ, ਉਹਦੇ ਲਾਗੇ ਇੱਕ ਪਿੰਡ ਪੈਂਦਾ ਨੜਾਲੀ। ਨੜਾਲੀ ਪਿੰਡ ਦੇ ਵਿੱਚ ਸੰਤ ਅਤਰ ਸਿੰਘ ਜੀ ਦੁਪਹਿਰ ਦੇ ਸਮੇਂ ਗਏ, ਸ਼ਾਮ ਦਾ ਦੀਵਾਨ ਉੱਥੇ ਲਾਇਆ ਔਰ ਸਵੇਰੇ ਉੱਥੇ ਅੰਮ੍ਰਿਤ ਸੰਚਾਰ ਮਹਾਂਪੁਰਸ਼ਾਂ ਨੇ ਕੀਤਾ। ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਅੰਮ੍ਰਿਤ ਸੰਚਾਰ ਕੀਤਾ। ਸਿਰਫ ਇੱਕ ਦੀਵਾਨ ਦੀ ਆਊਟਪੁੱਟ ਆਪ ਜੀ ਸੁਣ ਕੇ ਹੈਰਾਨ ਹੋਵੋਗੇ। ਇੱਕ ਦੀਵਾਨ ਲਾਇਆ ਤੇ 800 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਇੱਕ ਦੀਵਾਨ ਦੀ। ਅੱਜ ਅਸੀਂ 5-5 ਦੀਵਾਨਾਂ ਦੀ ਆਊਟਪੁੱਟ ਇੰਨੀ ਨਹੀਂ ਦੇਖ ਸਕਦੇ। ਅੱਜ ਮਹੀਨੇਵਾਰ ਲੜੀਵਾਰ ਸਮਾਗਮ ਚੱਲ ਕੇ ਅਸੀਂ ਇੰਨੀ ਵੱਡੀ ਆਊਟਪੁੱਟ ਨਹੀਂ ਦੇ ਸਕਦੇ। ਤੇ ਉਹਨਾਂ ਦੇ ਇੱਕ ਦੀਵਾਨ ਦੀ ਆਊਟਪੁੱਟ ਇੰਨੀ ਸੀ। ਮੋਹਨ ਸਿੰਘ ਜੀ ਵੈਦ ਅਨੁਸਾਰ 1901 ਤੋਂ 1911 ਤੱਕ 9 ਲੱਖ ਦਾ ਵਾਧਾ ਸੰਤ ਅਤਰ ਸਿੰਘ ਸਾਹਿਬ ਕਰਕੇ ਹੋਇਆ। ਪਰ ਸੰਤ ਅਤਰ ਸਿੰਘ ਜੀ ਨੇ 1911 ਵਿੱਚ ਅੰਮ੍ਰਿਤ ਸੰਚਾਰ ਬੰਦ ਨਹੀਂ ਸੀ ਕਰ ਦਿੱਤਾ। 1921 ਤੱਕ ਵੀ ਚੱਲਿਆ, 1927 ਤੱਕ ਅੰਤਲੇ ਸਵਾਸਾਂ ਤੱਕ ਅੰਮ੍ਰਿਤ ਸੰਚਾਰ ਚੱਲਿਆ। ਹਿਸਾਬ ਲਾਓ, ਮਹਾਂਪੁਰਸ਼ਾਂ ਨੇ ਆਪਣੇ ਜੀਵਨ ਵਿੱਚ ਕਿੰਨਿਆਂ ਨੂੰ ਗੁਰਸਿੱਖੀ ਨਾਲ ਜੋੜਿਆ ਔਰ ਕਿੰਨਿਆਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੋੜ ਦਿੱਤਾ। ਸਾਧ ਸੰਗਤ ਜੀਓ, ਇੱਕ ਥਾਂ ਤੇ ਸੰਤ ਅਤਰ ਸਿੰਘ ਸਾਹਿਬ ਜੀ ਨੇ ਮਹਾਂਪੁਰਸ਼ਾਂ ਨੂੰ ਪੁੱਛਿਆ, ਕਿਸੇ ਨੇ, ਕਹਿੰਦਾ ਬਾਬਾ ਜੀ ਆਪ ਜੀ ਆ ਜੋ ਕਥਾ ਕਰਦੇ ਹੋ ਇਹਦਾ ਭਾਵ ਕੀ ਹੁੰਦਾ ਹੈ? ਸੰਤ ਅਤਰ ਸਿੰਘ ਜੀ ਕਹਿਣ ਲੱਗੇ, ਗੁਰਮੁਖਾ, ਜਿੰਨੀਆਂ ਵੀ ਕਥਾਵਾਂ ਤੁਸੀਂ ਸੁਣਦੇ ਹੋ ਨਾ, ਇਹਨਾਂ ਸਾਰੀਆਂ ਦਾ ਭਾਵ ਲੈਣਾ ਚਾਹੀਦਾ। ਕਹਿੰਦਾ ਬਾਬਾ ਜੀ ਉਹ ਕਿਵੇਂ? ਕਹਿੰਦੇ ਭਾਈ ਗੁਣ ਧਾਰਨ ਕਰਨੇ ਚਾਹੀਦੇ ਨੇ। ਗੁਣ ਕੇਵਲ ਸਾਖੀਆਂ ਸੁਣ ਕੇ ਨਹੀਂ ਛੱਡ ਦੇਈਦੀਆਂ, ਗੁਣ ਧਾਰਨ ਕਰਨੇ ਚਾਹੀਦੇ ਨੇ। ਤੇ ਉਹ ਪੁੱਛਣ ਲੱਗਿਆ, ਮਹਾਂਪੁਰਸ਼ੋ ਸਭ ਤੋਂ ਵੱਡਾ ਗੁਣ ਕਿਹੜਾ ਹੈ? ਬਾਬਾ ਜੀ ਕਹਿਣ ਲੱਗੇ, ਸਭ ਤੋਂ ਵੱਡਾ ਗੁਣ ਹੈ ਖਿਮਾ ਦਾ ਗੁਣ। ਸਭ ਤੋਂ ਵੱਡਾ ਗੁਣ ਹੈ ਅਜਰ ਨੂੰ ਜਰ ਜਾਣ ਦਾ ਗੁਣ। ਤੋ ਸੰਤ ਅਤਰ ਸਿੰਘ ਸਾਹਿਬ ਜੀ ਨੇ ਸਾਧ ਸੰਗਤ ਜੀ ਇਸ ਪ੍ਰਕਾਰ ਆਪਣੀ ਕਥਾ, ਆਪਣੇ ਪ੍ਰਚਾਰ ਦੇ ਰਾਹੀਂ ਸੰਗਤ ਨੂੰ ਬਾਣੀ ਔਰ ਬਾਣੇ ਦੇ ਨਾਲ ਜੋੜਨਾ ਕੀਤਾ ਸੀ। ਜਦੋਂ ਸੰਤ ਅਤਰ ਸਿੰਘ ਸਾਹਿਬ ਤਰਨਤਾਰਨ ਸਾਹਿਬ ਵਿਖੇ ਗਏ ਹੋਏ ਸੀ, ਤਰਨਤਾਰਨ ਸਾਹਿਬ ਦੇ ਪੁਜਾਰੀਆਂ ਨੇ, ਉੱਥੋਂ ਦੇ ਜਿਹੜੇ ਪ੍ਰਬੰਧਕ ਸੀ, ਉਹਨਾਂ ਨੇ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਨੂੰ ਇੱਕ ਬੇਨਤੀ ਕੀਤੀ। ਕਹਿੰਦੇ ਬਾਬਾ ਜੀ, ਆਪ ਜੀ ਇੰਨੀ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤ ਸੰਚਾਰ ਕਰਦੇ ਹੋ, ਕਿਉਂ ਨਾ ਅੰਮ੍ਰਿਤ ਸੰਚਾਰ ਦੀ ਕੋਈ ਭੇਟਾ ਰੱਖ ਦਿੱਤੀ ਜਾਵੇ। ਕਹਿੰਦੇ 1.25 ਰੁਪਈਆ ਆਪ ਜੀ ਹਰੇਕ ਅੰਮ੍ਰਿਤ ਅਭਿਲਾਖੀ ਦੇ ਕੋਲੋਂ ਲਿਆ ਕਰੋ। ਬਾਬਾ ਜੀ ਮੁਸਕਰਾਉਣ ਲੱਗੇ ਤੇ ਕਹਿਣ ਲੱਗੇ, ਭਲਿਆ ਕਿਹੋ ਜੀਆਂ ਗੱਲਾਂ ਕਰਦੇ ਹੋ, ਅੰਮ੍ਰਿਤ ਦੀ ਵੀ ਕੋਈ ਭੇਟਾ ਹੁੰਦੀ ਆ। ਹੁਣ ਵੇਖੋ ਸਾਧ ਸੰਗਤ, ਤਰਨਤਾਰਨ ਸਾਹਿਬ ਦੇ ਪੁਜਾਰੀ ਕਹਿ ਰਹੇ ਆ ਤੇ ਸੰਤ ਅਤਰ ਸਿੰਘ ਜੀ ਕਹਿਣ ਲੱਗੇ, ਅੰਮ੍ਰਿਤ ਦੀ ਵੀ ਕੋਈ ਭੇਟਾ ਰੱਖੀ ਦੀ ਆ, ਇਹ ਤੇ ਸਿਰ ਦਿੱਤਿਆਂ ਮਿਲਦਾ। ਉਹ ਭਲਿਓ, ਜੇ ਤੁਸੀਂ ਆਖੋ 9 ਖੰਡ ਪ੍ਰਿਥਵੀ ਦਾ ਰਾਜ ਦੇ ਕੇ ਅੰਮ੍ਰਿਤ ਲੈ ਲਈਏ, ਇੰਨੀ ਭੇਟਾ ਵੀ ਬਹੁਤ ਥੋੜੀ ਹੈ। ਅੰਮ੍ਰਿਤ ਦੀ ਦਾਤ ਤੇ ਆਪਾ ਭੇਟ ਗੁਰੂ ਨੂੰ ਕਰਕੇ ਫਿਰ ਕਿਧਰੇ ਜਾ ਕੇ ਪ੍ਰਾਪਤ ਹੁੰਦੀ। ਕਹਿੰਦੇ ਇਸ ਪਰਮ ਅਮੋਲਕ ਵਸਤੂ ਦੀ ਅਸੀਂ ਭੇਟਾ ਨਹੀਂ ਨਿਸ਼ਚਿਤ ਕਰ ਸਕਦੇ। ਸਾਧ ਸੰਗਤ ਜੀ, ਆਪ ਜੀ ਹੈਰਾਨ ਹੋਵੋਗੇ, ਭਰਮ ਕਿੱਥੋਂ ਤੱਕ ਪੈਦਾ ਕਰ ਦਿੱਤਾ ਗਿਆ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਬਾਟਾ ਅੰਮ੍ਰਿਤ ਸਭ ਲਈ ਸਾਂਝਾ ਹੈ, ਪਰ ਉਹਨਾਂ ਸਮਿਆਂ ਦੇ ਵਿੱਚ ਭਾਈਆਂ ਨੂੰ ਅੰਮ੍ਰਿਤ ਵੱਖਰਾ ਛਕਾਇਆ ਜਾਂਦਾ ਸੀ, ਮਾਈਆਂ ਨੂੰ ਵੱਖਰਾ ਛਕਾਇਆ ਜਾਂਦਾ ਸੀ। ਔਰ ਪੁਰਖਾਂ ਨੂੰ ਤੇ ਖੰਡੇ ਦੇ ਨਾਲ ਅੰਮ੍ਰਿਤ ਤਿਆਰ ਕਰਕੇ ਛਕਾਇਆ ਜਾਂਦਾ, ਬੀਬੀਆਂ ਨੂੰ ਕਿਰਪਾਨ ਦੇ ਨਾਲ ਅੰਮ੍ਰਿਤ ਤਿਆਰ ਕਰਕੇ ਛਕਾਇਆ ਜਾਂਦਾ ਸੀ। ਜਦ ਸੰਤ ਅਤਰ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਚੱਲਿਆ ਤੇ ਉਹਨਾਂ ਨੇ ਕਰੜੇ ਸ਼ਬਦਾਂ ਵਿੱਚ ਇਹਦਾ ਵਿਰੋਧ ਕੀਤਾ ਔਰ ਆਖਿਆ ਕਿ ਖਾਲਸਾ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਬਾਟਾ ਸਭ ਲਈ ਸਾਂਝਾ ਹੈ, ਮਾਈਆਂ ਲਈ ਵੀ, ਭਾਈਆਂ ਲਈ ਵੀ, ਸਾਰਿਆਂ ਲਈ ਸਾਂਝਾ ਹੈ। ਅੰਮ੍ਰਿਤ ਸੰਚਾਰ ਸਾਰਿਆਂ ਦਾ ਇਕੱਠਾ ਗੁਣ ਹੈ ਔਰ ਖੰਡੇ ਦੀ ਪਹੁਲ ਹੀ ਹਰ ਇੱਕ ਨੂੰ ਛਕਾਈ ਜਾਣੀ, ਕਿਰਪਾਨ ਦੇ ਨਾਲ ਨਹੀਂ। ਖੰਡੇ ਦੀ ਪਹੁਲ ਹਰ ਇੱਕ ਨੂੰ ਛਕਾਈ ਜਾਣੀ ਹੈ। ਸਤ ਸੰਗਤ ਜੀਓ, ਇਸ ਪ੍ਰਕਾਰ ਜਿਹੜੇ ਸਮੇਂ ਦੇ ਭਰਮ ਸੀ ਨਾ, ਉਹਨਾਂ ਨੂੰ ਸੰਤ ਅਤਰ ਸਿੰਘ ਜੀ ਨੇ ਦੂਰ ਕੀਤਾ ਹੈ। ਭਾਈ ਹੀਰਾ ਸਿੰਘ ਜੀ ਗੁਰਮੁਖ ਹੋਏ ਨੇ, ਇੱਕ ਬਾਬਾ ਜੀ ਨੂੰ ਪੁੱਛਣ ਲੱਗੇ, ਕਹਿੰਦੇ ਬਾਬਾ ਜੀ,
ਕੀ ਕਲਗੀਧਰ ਪਿਤਾ ਦੇ ਦਰਸ਼ਨ ਹੋ ਸਕਦੇ ਨੇ? ਸੰਤ ਅਤਰ ਸਿੰਘ ਜੀ ਕਹਿੰਦੇ ਕਿਉਂ ਨਹੀਂ ਹੋ ਸਕਦੇ। ਕਲਗੀਧਰ ਪਾਤਸ਼ਾਹ ਤੇ ਸਦਾ ਹੀ ਖਾਲਸੇ ਦੇ ਅੰਗ ਸੰਗ ਨੇ। ਉਹਨਾਂ ਨੇ ਸਾਡੇ ਹਿਰਦੇ ਰੂਪੀ ਸਿੰਘਾਸਣ ਦੇ ਉੱਪਰ ਆ ਕੇ ਬੈਠਣਾ। ਜਦੋਂ ਸਾਡਾ ਆ ਹਿਰਦੇ ਦਾ ਸਿੰਘਾਸਣ ਔਗਣਾ ਤੋਂ, ਵਿਸ਼ੇ ਵਿਕਾਰਾਂ ਤੋਂ ਖਾਲੀ ਹੋ ਗਿਆ ਨਾ, ਤੇ ਇਸ ਸਿੰਘਾਸਣ ਦੇ ਉੱਪਰ ਕਲਗੀਧਰ ਪਾਤਸ਼ਾਹ ਜੀ ਬਿਰਾਜਮਾਨ ਵੀ ਹੋਣਗੇ ਤੇ ਉਹਨਾਂ ਦੇ ਦਰਸ਼ਨ ਵੀ ਹੋਣਗੇ। ਇੱਕ ਰਾਗੀ ਸੀ ਪੰਥ ਦੇ ਪ੍ਰਸਿੱਧ, ਔਰ ਸੰਤ ਅਤਰ ਸਿੰਘ ਜੀ ਨਾਲ ਵੀ ਉਹਨਾਂ ਨੇ ਕਾਫੀ ਸੇਵਾ ਕੀਤੀ। ਉਹਨਾਂ ਦਾ ਨਾਮ ਹੈ ਭਾਈ ਸੁੱਧ ਸਿੰਘ ਜੀ। ਉਹਨਾਂ ਨੇ ਪੁੱਛਿਆ, ਕਹਿੰਦੇ ਬਾਬਾ ਜੀ ਕਿਰਪਾ ਕਰਕੇ ਦੱਸ ਸਕਦੇ ਹੋ ਵੀ ਸੰਤ ਅਤਰ ਸਿੰਘ ਜੀ ਮਾਫ ਕਰਨਾ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਰੂਪ ਕਿੱਦਾਂ ਦਾ? ਕਿਰਪਾ ਕਰਕੇ ਸਾਨੂੰ ਦੱਸ ਸਕਦੇ ਹੋ ਵੀ ਕਲਗੀਧਰ ਸੱਚੇ ਪਾਤਸ਼ਾਹ ਜੀ ਕਿੱਦਾਂ ਦੇ ਦਿਸਦੇ ਨੇ? ਬਾਬਾ ਜੀ ਆਪਣੀ ਥਾਂ ਤੋਂ ਉੱਠੇ, ਭਾਈ ਸੁੱਧ ਸਿੰਘ ਜੀ ਦੇ ਨੇੜੇ ਆਏ, ਉਹਨਾਂ ਦੇ ਸੋਹਣੇ ਦਾੜੇ ਨੂੰ ਹੱਥ ਲਾ ਕੇ ਕਹਿਣ ਲੱਗੇ, ਸੁੱਧ ਸਿੰਘ ਜੀ ਆਹ ਜਿਹੜਾ ਰੂਪ ਹੈ ਇਹ ਕਲਗੀਧਰ ਦਾ ਤੇ ਹੈ। ਮਹਾਰਾਜ ਤੇ ਆਪ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਕਹਿੰਦੇ ਆ ਰੂਪ ਕਲਗੀਧਰ ਦਾ ਤੇ ਹੈ। ਸੁੱਧ ਸਿੰਘ ਜੀ ਅੰਦਰ ਬਾਣੀ ਬਾਹਰ ਬਾਣਾ, ਇਹ ਰੂਪ ਕਲਗੀਧਰ ਸੱਚੇ ਪਾਤਸ਼ਾਹ ਦਾ ਆਪਣਾ ਖਾਸ ਰੂਪ ਹੈ ਜੋ ਉਹਨਾਂ ਨੇ ਸਾਨੂੰ ਦਿੱਤਾ ਹੈ। ਹੋਰ ਬਾਹਰ ਕਿਤੇ ਤੁਸੀਂ ਸਤਿਗੁਰ ਨੂੰ ਭਾਲਣ ਦੀ ਕੋਸ਼ਿਸ਼ ਨਾ ਕਰੋ, ਬਾਹਰ ਪ੍ਰਮਾਤਮਾ ਨੂੰ ਭਾਲਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਸਤਿਗੁਰੂ ਜੀ ਦੀ ਬਾਣੀ ਤੇ ਆਪ ਆਖਦੀ ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਈ। ਮੈਣ ਦੁਆਬ ਇਲਾਕਾ ਉਹ ਵੀ ਪਾਕਿਸਤਾਨ ਚ ਪੈ ਜਾਂਦਾ। ਉੱਥੋਂ ਦਾ ਰਹਿਣ ਵਾਲਾ ਇੱਕ ਭਾਈ ਲਾਲ ਸਿੰਘ ਸੀ। ਕਹਿਣ ਲੱਗਿਆ ਬਾਬਾ ਜੀ ਅਸੀਂ ਸੁਣਿਆ ਵੀ ਜੰਤਰ ਮੰਤਰ ਤੰਤਰ ਟੂਣਿਆਂ ਦੇ ਵਿੱਚ ਬੜੀ ਤਾਕਤ ਹੁੰਦੀ, ਬੜੀ ਤਾਕਤ ਹੁੰਦੀ। ਸੰਤ ਅਤਰ ਸਿੰਘ ਜੀ ਹੱਸਣ ਲੱਗੇ ਉਹਦੀ ਗੱਲ ਸੁਣ ਕੇ ਤੇ ਕਹਿਣ ਲੱਗੇ ਗੁਰਮੁਖਾ ਕਿਹੋ ਜਿਹੀਆਂ ਗੱਲਾਂ ਕਰਦਾ, ਕਿਹੜੇ ਜਾਦੂ ਟੂਣਿਆਂ ਦੀ ਗੱਲ ਤੂੰ ਕਰ ਰਿਹਾ ਹੈ? ਗੁਰਬਾਣੀ ਦੇ ਸਾਹਮਣੇ ਜਾਦੂ ਟੂਣੇ ਜੰਤਰ ਮੰਤਰ ਤੰਤਰ ਰਿੱਧੀਆਂ ਸਿੱਧੀਆਂ ਇਹ ਸਭ ਕੁਝ ਤੁੱਛ ਪੈ ਜਾਂਦਾ ਹੈ, ਛੋਟਾ ਪੈ ਜਾਂਦਾ ਹੈ। ਗੁਰਬਾਣੀ ਸਭ ਤੋਂ ਵੱਡੀ ਹੈ। ਜਿਸ ਦੇ ਹਿਰਦੇ ਵਿੱਚ ਗੁਰਬਾਣੀ ਹੋਵੇਗੀ ਉਹਦੇ ਉੱਪਰ ਕੋਈ ਜੰਤਰ ਮੰਤਰ ਜਾਦੂ ਟੂਣਾ ਕੋਈ ਅਸਰ ਨਹੀਂ ਕਰ ਸਕਦਾ, ਕਿਉਂਕਿ ਸਤਿਗੁਰੂ ਨੇ ਅਗੰਮੀ ਬਾਣੀ ਦੀ ਦਾਤ ਸਾਨੂੰ ਬਖਸ਼ੀ ਹੈ। ਇਸ ਪ੍ਰਕਾਰ ਪ੍ਰਚਾਰ ਕਰਦੇ ਹੋਏ ਲਗਭਗ 1921 ਈਸਵੀ ਦੇ ਵਿੱਚ ਬਾਬਾ ਜੀ ਮਸਤੂਆਣੀ ਦੀ ਧਰਤੀ ਤੇ ਆਏ ਸੀ। ਇਹ ਥਾਂ ਸੰਗਰੂਰ ਦੇ ਲਾਗੇ ਬਰਨਾਲਾ ਸਾਈਡ ਲਗਭਗ 5 ਕਿਲੋਮੀਟਰ ਦੇ ਫਾਸਲੇ ਤੇ ਪੈ ਜਾਂਦਾ ਹੈ। ਔਰ ਇਹ ਜੋ ਥਾਂ ਹੈ ਸਰਦਾਰ ਨੱਥਾ ਸਿੰਘ ਢਾਲੀਵਾਲ ਜੋ ਬਡਰੁੱਖਿਆਂ ਦੇ ਰਹਿਣ ਵਾਲੇ ਸੀ, ਉਹਨਾਂ ਨੇ ਸੰਤ ਅਤਰ ਸਿੰਘ ਜੀ ਨੂੰ ਅਰਦਾਸ ਕਰਾਈ। ਇੱਥੇ ਬਾਬਾ ਜੀ ਨੇ ਗੁਰੂ ਘਰ ਦੀ ਸਥਾਪਨਾ ਸ਼ੁਰੂ ਕੀਤੀ। ਔਰ ਜਦੋਂ ਇਮਾਰਤ ਸੰਪੂਰਨ ਹੋ ਗਈ, ਸੰਗਤ ਨੇ ਪੁੱਛਿਆ ਬਾਬਾ ਜੀ ਅਸਥਾਨ ਦਾ ਨਾਮ ਕੀ ਰੱਖੋਗੇ? ਬਾਬਾ ਜੀ ਕਹਿਣ ਲੱਗੇ ਭਾਈ ਨਾਮ ਅਸੀਂ ਨਹੀਂ ਰੱਖਣਾ, ਇਹ ਤੇ ਗੁਰੂ ਨੇ ਹੁਕਮ ਕਰਨਾ ਹੈ। ਹੁਕਮਨਾਮਾ ਲਿਆ ਤੇ ਹੁਕਮਨਾਮਾ ਆਇਆ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਹੁਕਮਨਾਮੇ ਦੇ ਪਹਿਲੇ ਸ਼ਬਦ ਗੁਰ ਸਾਗਰ ਤੋਂ ਅਸਥਾਨ ਦਾ ਨਾਮ ਗੁਰਸਾਗਰ ਸਾਹਿਬ ਰੱਖਿਆ ਗਿਆ। ਔਰ ਅੱਜ ਵੀ ਸੰਗਤ ਗੁਰਸਾਗਰ ਸਾਹਿਬ ਮਸਤੂਆਣੇ ਦੇ ਨਾਮ ਤੋਂ ਉਸ ਥਾਂ ਨੂੰ ਸਾਧ ਸੰਗਤ ਜਾਣਦੀ ਹੈ। ਕਿਸੇ ਗੁਰਮੁਖ ਨੇ ਪੁੱਛਿਆ ਬਾਬਾ ਜੀ ਨੂੰ, ਕਹਿੰਦਾ ਮਹਾਂਪੁਰਸ਼ੋ ਤੁਸੀਂ ਸਿਮਰਨ ਦੀ ਬੜੀ ਗੱਲ ਕਰਦੇ ਹੋ, ਸਾਨੂੰ ਦੱਸੋਗੇ ਵੀ ਸਿਮਰਨ ਦਾ ਆਨੰਦ ਕਿਹੋ ਜਿਹਾ ਹੁੰਦਾ? ਤੇ ਬਾਬਾ ਜੀ ਕਹਿਣ ਲੱਗੇ ਭਲਿਆ ਸਿਮਰਨ ਦਾ ਆਨੰਦ ਕਿਹੋ ਜਿਹਾ ਹੁੰਦਾ ਇਹ ਦੱਸਿਆ ਨਹੀਂ ਜਾ ਸਕਦਾ। ਇੱਕ ਸ਼ਬਦ ਪੜਿਆ ਆਪ ਜੀ ਨੇ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਇਸ ਸ਼ਬਦ ਦੇ ਕੁਝ ਕੁ ਅਰਥ ਕਰਕੇ ਬਾਬਾ ਜੀ ਨੇ ਸੁਣਾਏ ਔਰ ਕਹਿਣ ਲੱਗੇ ਸਿਮਰਨ ਦੇ ਵਿੱਚੋਂ ਜੋ ਆਨੰਦ ਆਉਂਦਾ ਹੈ ਨਾ, ਇਹ ਤੇ ਗੂੰਗੇ ਕੀ ਮਠਿਆਈ ਦੀ ਤਰ੍ਹਾਂ, ਜਿਹਨੂੰ ਆਉਂਦਾ ਹੈ ਉਸੇ ਨੂੰ ਇਹ ਪਤਾ ਹੈ। ਭਾਈ ਸਾਧ ਸੰਗਤ ਜੀਓ, ਧੰਨ ਸੰਤ ਅਤਰ ਸਿੰਘ ਸਾਹਿਬ ਜੀ ਜਿੱਥੇ ਉਹਨਾਂ ਨੇ ਮਸਤੂਆਣੇ ਗੁਰਦੁਆਰੇ ਦੀ ਸਥਾਪਨਾ ਕੀਤੀ, ਉੱਥੇ ਨਾਲ ਹੀ ਨਾਲ ਸਿੱਖਾਂ ਨੂੰ ਵਿਦਿਅਕ ਪੱਖੋਂ ਉੱਚਾ ਚੁੱਕਣ ਦੇ ਲਈ ਅਕਾਲ ਕਾਲਜ ਦੀ ਸਥਾਪਨਾ ਕੀਤੀ। ਆ ਪਿੱਛੇ ਜੇ ਸੰਤ ਅਤਰ ਸਿੰਘ ਜੀ ਦੇ ਜੀਵਨ ਦੇ ਉੱਪਰ PhD ਹੋਈ, ਮੇਰਾ ਖਿਆਲ ਹੈ ਪਹਿਲੇ ਸੰਤ ਨੇ ਜਿਨ੍ਹਾਂ ਦੇ ਜੀਵਨ ਤੇ PhD ਹੋਈ ਹੈ ਔਰ ਯੂਨੀਵਰਸਿਟੀ ਨੇ ਉਹਨੂੰ ਪ੍ਰਵਾਨਗੀ ਦਿੱਤੀ ਹੈ। ਔਰ ਉਹ PhD ਕੀਤੀ ਡਾਕਟਰ ਅਮਰ ਸਿੰਘ ਜੀ ਨੇ। ਉਹਨਾਂ ਨੇ ਖੋਜ ਕੇ ਦੱਸਿਆ 1920 ਦੇ ਵਿੱਚ, ਲਗਭਗ 1920 ਦੇ ਵਿੱਚ
ਮਸਤੂਆਣੇ ਵਿਖੇ ਅਕਾਲ ਕਾਲਜ ਦੀ ਸਥਾਪਨਾ ਕੀਤੀ ਗਈ ਸੀ। ਉਸ ਕਾਲਜ ਦੇ ਵਿੱਚ ਕਿੱਤਾ ਮੁਖੀ ਕੋਰਸ ਬੱਚਿਆਂ ਨੂੰ ਕਰਵਾਏ ਜਾਂਦੇ ਸੀ। ਜੈਸੇ ਕਿਸੇ ਨੇ ਲੱਕੜੀ ਦਾ ਕੰਮ ਸਿੱਖਣਾ ਹੈ ਤੇ ਉਹ ਰੰਦੇ ਆਦਿਕ ਹੋਰ ਜਿੰਨਾ ਸਾਜੋ ਸਮਾਨ ਹੁੰਦਾ ਉਹਦੇ ਨਾਲ ਸਿਖਲਾਈ ਦੇਣੀ। ਕਿਸੇ ਲੜਕੀ ਨੇ ਸਿਲਾਈ ਸਿੱਖਣੀ ਹੈ ਤੇ ਉਹਨੂੰ ਸਿਲਾਈ ਦੀ ਸਿੱਖਿਆ ਉੱਥੇ ਦਿੱਤੀ ਜਾਂਦੀ ਸੀ। ਔਰ ਡਾਕਟਰ ਅਮਰ ਸਿੰਘ ਜੀ ਉਹਨਾਂ ਨੇ ਆਪਣੇ PhD ਦੇ ਥੀਸਿਸ ਦੇ ਵਿੱਚ ਲਿਖਿਆ, ਕਹਿੰਦੇ ਜਦੋਂ ਮਸਤੂਆਣੇ ਵਿਖੇ ਕਿੱਤਾ ਮੁਖੀ ਕੋਰਸ ਸ਼ੁਰੂ ਹੋਏ ਸੀ ਨਾ, ਉਦੋਂ ਪੂਰੇ ਇਲਾਕੇ ਦੇ ਵਿੱਚ ਕਿਸੇ ਨੇ ਸੋਚਿਆ ਵੀ ਨਹੀਂ ਸੀ ਵੀ ਇਦਾਂ ਦੇ ਕੋਰਸ ਵੀ ਹੋ ਸਕਦੇ ਐ, ਇਦਾਂ ਦੀ ਪੜ੍ਹਾਈ ਵੀ ਹੋ ਸਕਦੀ ਹੈ। ਕਿਸੇ ਨੇ ਸੋਚਿਆ ਤੱਕ ਨਹੀਂ ਸੀ। ਉਹਨਾਂ ਦੀ ਸੋਚਣ ਸ਼ਕਤੀ ਕਿੰਨੀ ਉੱਚੀ ਸੀ। ਇਸ ਤੋਂ ਇਲਾਵਾ ਸਾਧ ਸੰਗਤ ਸੰਤ ਅਤਰ ਸਿੰਘ ਜੀ ਨੇ ਵਿਦਵਾਨ ਵੀ ਬੜੇ ਪੈਦਾ ਕੀਤੇ। ਨਾਨਕ ਚੰਦ ਨਾਂ ਦਾ ਇੱਕ ਲੜਕਾ ਆਪਣੇ ਸਾਥੀਆਂ ਦੇ ਨਾਲ ਸੰਤ ਅਤਰ ਸਿੰਘ ਜੀ ਦੇ ਦਰਸ਼ਨਾਂ ਨੂੰ ਆਇਆ। ਮਹਾਂਪੁਰਸ਼ਾਂ ਦੇ ਬਚਨ ਸੁਣ ਕੇ ਉਹਦਾ ਮਨ ਬਣ ਗਿਆ ਕਿ ਮੈਂ ਅੰਮ੍ਰਿਤ ਛਕਾਂ। ਨਾਨਕ ਚੰਦ ਨੇ ਅੰਮ੍ਰਿਤ ਛਕਿਆ। ਅੰਮ੍ਰਿਤ ਛਕਣ ਤੋਂ ਉਪਰੰਤ ਸੰਤ ਅਤਰ ਸਿੰਘ ਜੀ ਨੇ ਉਹਦਾ ਨਾਮ ਰੱਖਿਆ ਤਾਰਾ ਸਿੰਘ। ਔਰ ਉਹਨੂੰ ਇੱਕ ਬਚਨ ਕੀਤਾ, ਕਹਿੰਦੇ ਤਾਰਾ ਸਿੰਘ ਤੂੰ ਆਪ ਵੀ ਤਰ ਗਿਆ ਤੇ ਆਪਣੇ ਨਾਲ ਹੋਰਾਂ ਨੂੰ ਵੀ ਬੜਿਆਂ ਨੂੰ ਤਾਰੇਗਾ। ਉਹੀ ਤਾਰਾ ਸਿੰਘ ਬਾਅਦ ਵਿੱਚ ਜਾ ਕੇ ਮਾਸਟਰ ਤਾਰਾ ਸਿੰਘ ਬਣੇ, ਪ੍ਰਸਿੱਧ ਅਕਾਲੀ ਨੇਤਾ ਬਣੇ। ਸ਼੍ਰੋਮਣੀ ਕਮੇਟੀ ਦੀ ਅਗਵਾਈ ਉਹਨਾਂ ਨੇ ਕੀਤੀ ਔਰ ਲਗਭਗ 40 ਸਾਲ ਦਾ ਸਮਾਂ ਮਾਸਟਰ ਤਾਰਾ ਸਿੰਘ ਸਿੱਖ ਪੰਥ ਦੀ ਅਗਵਾਈ ਕਰਦੇ ਰਹੇ ਸੀ। ਇਹਨਾਂ ਤੋਂ ਬਿਨਾਂ ਇੱਕ ਹੋਰ ਵਿਅਕਤੀ ਦਾ ਨਾਮ ਬੜਾ ਉੱਘਾ ਆਉਂਦਾ ਹੈ, ਨਰਿੰਜਣ ਦਾਸ ਮਹਿਤਾ, ਜੋ ਕਿ ਇੰਨਾ ਕੱਟੜ ਸੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਵੀ ਬੁੱਤ ਪ੍ਰਸਤੀ ਆਖਦਾ ਸੀ। ਉਹ ਕਹਿੰਦਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਵੀ ਬੁੱਤ ਪੂਜਾ ਹੈ। ਪਰ ਉਹਦੇ ਉੱਪਰ ਸੰਤ ਅਤਰ ਸਿੰਘ ਜੀ ਦੇ ਜੀਵਨ ਦਾ ਪ੍ਰਭਾਵ ਇੰਨਾ ਪਿਆ, ਉਹਨੇ ਵੀ ਆਖਿਆ ਬਾਬਾ ਜੀ ਅੰਮ੍ਰਿਤ ਛਕਾਓ, ਗੁਰੂ ਨਾਲ ਜੋੜੋ। ਨਰਿੰਜਣ ਦਾਸ ਮਹਿਤਾ ਨੇ ਅੰਮ੍ਰਿਤ ਛਕਿਆ। ਬਾਬਾ ਜੀ ਨੇ ਉਹਦਾ ਨਾਮ ਰੱਖਿਆ ਤੇਜਾ ਸਿੰਘ ਤੇ ਉਹ ਬਣੇ ਪ੍ਰਿੰਸੀਪਲ ਤੇਜਾ ਸਿੰਘ। ਫਿਰ ਉਹਨਾਂ ਨੂੰ ਪੜ੍ਹਨ ਦੇ ਲਈ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਔਰ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਸੰਤ ਅਤਰ ਸਿੰਘ ਜੀ ਨੇ ਭੇਜਿਆ। ਉੱਥੋਂ ਪੜ੍ਹ ਕੇ ਪ੍ਰਿੰਸੀਪਲ ਤੇਜਾ ਸਿੰਘ ਜੀ ਹਿੰਦੁਸਤਾਨ ਆਏ, ਅਕਾਲ ਕਾਲਜ ਦੇ ਪਹਿਲੇ ਪ੍ਰਿੰਸੀਪਲ ਬਣੇ ਔਰ ਸਿਮਰਨ ਸਾਧਨਾ ਇੰਨੀ ਕੀਤੀ ਕਿ ਪ੍ਰਿੰਸੀਪਲ ਤੇਜਾ ਸਿੰਘ ਜੀ ਨੂੰ ਬਾਅਦ ਵਿੱਚ ਸੰਗਤ ਸੰਤ ਤੇਜਾ ਸਿੰਘ ਜੀ ਕਹਿਣ ਲੱਗ ਪਈ ਸੀ। ਇਹਨਾਂ ਤੋਂ ਬਿਨਾਂ ਸਰਦਾਰ ਮੇਹਰ ਸਿੰਘ DC, ਜਿਨ੍ਹਾਂ ਦਾ ਪਹਿਲਾ ਨਾਮ ਸੀ ਤੁਲਸੀ ਰਾਮ, ਉਹ ਵੀ ਸੰਤ ਅਤਰ ਸਿੰਘ ਜੀ ਤੋਂ ਅੰਮ੍ਰਿਤ ਛਕ ਕੇ ਸਿੰਘ ਸਜੇ ਸੀ। ਔਰ ਇਹਨਾਂ ਤੋਂ ਬਿਨਾਂ ਪ੍ਰਿੰਸੀਪਲ ਯੋਧ ਸਿੰਘ ਜੀ ਹੋਰੀ, ਸਰਦਾਰ ਕਰਮ ਸਿੰਘ ਹਿਸਟੋਰੀਅਨ, ਜਿਨ੍ਹਾਂ ਨੇ ਬੜਾ ਇਤਿਹਾਸ ਸਿੱਖਾਂ ਦਾ ਖੋਜਿਆ। ਕਰਮ ਸਿੰਘ ਹਿਸਟੋਰੀਅਨ ਦਾ ਪਹਿਲਾ ਨਾਮ ਸੀ ਮਹਿਰਾਜ ਸਿੰਘ। ਉਹਨਾਂ ਨੂੰ ਵੀ ਸੰਤ ਅਤਰ ਸਿੰਘ ਜੀ ਤੋਂ ਅੰਮ੍ਰਿਤ ਛਕਣ ਦਾ ਮਾਣ ਪ੍ਰਾਪਤ ਹੋਇਆ। ਸਰਦਾਰ ਭੁਪਿੰਦਰ ਸਿੰਘ ਜੀ ਨੇ ਲਿਖਿਆ, ਕਹਿੰਦੇ ਜਦੋਂ ਮਹਿਰਾਜ ਸਿੰਘ ਸੰਤਾਂ ਤੋਂ ਅੰਮ੍ਰਿਤ ਛਕਣ ਆਏ, ਅੰਮ੍ਰਿਤ ਛਕਣ ਤੋਂ ਬਾਅਦ ਵਿੱਚ ਇਹਨਾਂ ਦਾ ਨਾਮ ਰੱਖਿਆ ਗਿਆ ਕਰਮ ਸਿੰਘ। ਇਹਨਾਂ ਨੇ ਥੋੜਾ ਸਮਾਂ ਸੰਤ ਅਤਰ ਸਿੰਘ ਨਾਲ ਬਚਨ ਵਿਲਾਸ ਕੀਤੇ। ਇਹਨਾਂ ਦੀਆਂ ਗੱਲਾਂ ਸੁਣ ਕੇ ਸੰਤ ਅਤਰ ਸਿੰਘ ਜੀ ਨੇ ਆਖਿਆ ਸੀ, ਸੰਗਤ ਜੀ ਕਰਮ ਸਿੰਘ ਤਾਂ ਫਿਲਾਸਫਰ ਹੈ, ਇਹ ਤੇ ਫਿਲਾਸਫਰ ਹੈ। ਔਰ ਸਤ ਸੰਗਤ ਕਰਮ ਸਿੰਘ ਹਿਸਟੋਰੀਅਨ ਫਿਰ ਬਾਅਦ ਵਿੱਚ ਜਾ ਕੇ ਪ੍ਰਸਿੱਧ ਇਤਿਹਾਸਕਾਰ ਬਣੇ। ਪ੍ਰੋਫੈਸਰ ਸਾਹਿਬ ਸਿੰਘ ਜੀ ਹੋਰੀ, ਕਿੰਨਿਆਂ ਦੇ ਨਾਮ ਲਈਏ ਜਿਨ੍ਹਾਂ ਵਿਦਵਾਨਾਂ ਨੂੰ ਸੰਤ ਅਤਰ ਸਿੰਘ ਜੀ ਤੋਂ ਅੰਮ੍ਰਿਤ ਛਕਣ ਦਾ ਮਾਣ ਪ੍ਰਾਪਤ ਹੋਇਆ ਔਰ ਉਹਨਾਂ ਨੇ ਫਿਰ ਪੰਥ ਦੀ ਸੇਵਾ ਦੇ ਵਿੱਚ ਆਪਣਾ ਲਗਭਗ ਜੀਵਨ ਹੀ ਲਾ ਦਿੱਤਾ ਸੀ, ਜੀਵਨ ਹੀ ਅਰਦਾਸ ਕਰਾ ਦਿੱਤਾ ਸੀ। ਵਿਦਿਆ ਦਾ ਆਪ ਜੀ ਦੇ ਮਨ ਵਿੱਚ ਪ੍ਰੇਮ ਇੰਨਾ ਸੀ, ਆਪ ਜੀ ਚਾਹੁੰਦੇ ਸੀ ਵੀ ਸਾਡੇ ਸਿੱਖ ਪੜ੍ਹ ਲਿਖ ਕੇ ਉੱਚੇ ਅਹੁਦਿਆਂ ਤੇ ਜਾਣ ਔਰ ਦੁਨੀਆ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਨ। ਜੈਸੇ ਸਾਧ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੰਮ੍ਰਿਤਸਰ ਸਾਹਿਬ ਵਿਖੇ 52 ਕਿੱਤੇ ਸ਼ੁਰੂ ਕੀਤੇ ਸੀ ਔਰ ਉੱਥੇ ਗੁਰਸਿੱਖਾਂ ਨੂੰ ਖਾਸ ਸੱਦੇ ਦੇ ਉੱਪਰ ਮਹਾਰਾਜ ਜੀ ਨੇ ਬੁਲਾਇਆ ਸੀ ਔਰ ਆਪਣੇ ਗੁਰਸਿੱਖਾਂ ਨੂੰ ਵਪਾਰ ਕਰਨ ਦੇ ਲਈ ਕਾਬਲ, ਕੰਧਾਰ, ਰੋਮ ਆਦਿਕ ਥਾਵਾਂ ਤੇ ਭੇਜਦੇ ਹੁੰਦੇ। ਵਿਦੇਸ਼ਾਂ ਦੇ ਵਿੱਚ ਜਾ ਕੇ ਵਪਾਰ ਕਰੋ ਘੋੜਿਆਂ ਦਾ। ਉਹਦੇ ਦੋ ਕਾਰਨ ਸੀ, ਇੱਕ ਤੇ ਸਿੱਖ ਆਰਥਿਕ ਪੱਖੋਂ ਮਜ਼ਬੂਤ ਹੁੰਦੇ, ਦੂਜਾ ਸਿੱਖੀ ਦੀ ਪਹਿਚਾਣ ਵਿਦੇਸ਼ਾਂ ਵਿੱਚ ਜਾਂਦੀ ਸੀ। ਇਸੇ ਤਰ੍ਹਾਂ ਸੰਤ ਅਤਰ ਸਿੰਘ ਜੀ ਨੇ ਆਪਣੇ ਪਾਸੋਂ ਬੜੇ ਵਿਦਵਾਨਾਂ ਨੂੰ ਵਿਦੇਸ਼ਾਂ 'ਚ ਪੜ੍ਹਨ ਭੇਜਿਆ ਸੀ। ਇੱਕ ਤੇ ਉਹ ਵਿਦੇਸ਼ਾਂ 'ਚੋਂ ਪੜ੍ਹ ਕੇ ਆਏ ਔਰ ਦੂਸਰਾ ਸਿੱਖੀ ਦੀ ਛਾਪ ਵਿਦੇਸ਼ਾਂ ਦੇ ਵਿੱਚ ਛੱਡ ਕੇ ਆਏ ਸੀ। ਗੁਰੂ ਮਹਾਰਾਜ ਜੀ ਦੇ ਪਾਏ ਹੋਏ ਪੂਰਨਿਆਂ ਦੇ ਉੱਪਰ ਸੰਤ ਅਤਰ ਸਿੰਘ ਜੀ ਚੱਲੇ। ਵਿਦਿਆ ਪ੍ਰਤੀ ਪ੍ਰੇਮ ਆਪ ਜੀ ਦਾ ਵੇਖਦੇ ਹੋਏ ਆਪ ਜੀ ਨੂੰ
1914 ਈਸਵੀ ਦੇ ਵਿੱਚ ਪੰਡਿਤ ਮਦਨ ਮੋਹਨ ਮਾਲਵੀਆ, ਉਹਨਾਂ ਨੇ ਸੱਦਾ ਦਿੱਤਾ। ਸੱਦਾ ਕੀ ਦਿੱਤਾ ਕਿ ਆਪ ਜੀ ਆਓ, ਹਿੰਦੂ ਬਨਾਰਸ ਯੂਨੀਵਰਸਿਟੀ ਦੇ ਵਿੱਚ ਸੰਸਕ੍ਰਿਤ ਕਾਲਜ ਦਾ ਨੀਂਹ ਪੱਥਰ ਰੱਖਣਾ ਹੈ ਤੇ ਆਪ ਜੀ ਆ ਕਰਕੇ ਨੀਂਹ ਪੱਥਰ ਰੱਖਣਾ ਕਰੋ। ਸੰਤ ਅਤਰ ਸਿੰਘ ਸਾਹਿਬ ਜੀ ਗਏ, ਜਾ ਕਰਕੇ ਉਹਨਾਂ ਨੇ ਨੀਂਹ ਪੱਥਰ ਸਾਧ ਸੰਗਤ ਰੱਖਿਆ। ਨੀਂਹ ਪੱਥਰ ਰੱਖਣ ਤੋਂ ਪਹਿਲਾਂ ਉਸ ਸਮੇਂ ਨੂੰ ਅੱਜ ਦੇ ਸਮੇਂ ਨਾਲ ਥੋੜਾ ਜਿਹਾ ਆਪਾਂ ਮੇਲ ਕੇ ਵੇਖਣਾ ਹੈ। ਅੱਜ ਤੇ ਸਿੱਖਾਂ ਨੇ ਆਪਣੇ ਘਰੇ ਕੋਈ ਕਾਰਜ ਕਰਨਾ ਹੋਵੇ ਤੇ ਪਹਿਲਾਂ ਜੰਤਰੀਆਂ ਵੇਖਦੇ ਨੇ, ਪਹਿਲਾਂ ਥਿੱਤਾਂ ਦੀ ਵਿਚਾਰ ਕਰਦੇ ਨੇ, ਬਈ ਦਿਨ ਕਿਹੜਾ ਹੈ, ਥਿੱਤ ਕਿਹੜੀ ਹੈ, ਵਾਰ ਕਿਹੜਾ। ਮੁਹੂਰਤਾਂ ਬੜੇ ਸਿੱਖ ਕਢਵਾਉਂਦੇ ਫਿਰਦੇ ਨੇ, ਜਨਮ ਪੱਤਰੀਆਂ ਬੜੇ ਸਿੱਖ ਵਾਚਦੇ ਫਿਰਦੇ ਨੇ, ਨਿਰੇ ਬ੍ਰਹਮਣੀ ਕਰਮ ਕਾਂਡਾਂ 'ਚ ਫਸੇ ਹੋਏ ਨੇ। ਅੱਜ ਇੱਕ ਗੁਰਸਿੱਖ ਨੇ ਆਪਣਾ ਕਾਰਜ ਸ਼ੁਰੂ ਕਰਨਾ ਹੋਵੇ ਤੇ ਬੜੇ ਵਹਿਮਾਂ ਭਰਮਾਂ ਪਾਖੰਡਾਂ 'ਚ ਉਲਝੇ ਹੋਏ ਨੇ। ਪਰ ਸੰਤ ਅਤਰ ਸਿੰਘ ਜੀ ਨੇ 1914 ਦੇ ਵਿੱਚ ਹਿੰਦੂ ਬਨਾਰਸ ਯੂਨੀਵਰਸਿਟੀ ਵਿਖੇ ਜਾ ਕੇ ਨੀਂਹ ਪੱਥਰ ਰੱਖਿਆ। ਰੱਖਣ ਤੋਂ ਪਹਿਲਾਂ ਪੰਡਿਤ ਮਦਨ ਮੋਹਨ ਮਾਲਵੀਆ ਨੂੰ ਆਖ ਦਿੱਤਾ ਸੀ, ਕਹਿੰਦੇ ਭਾਈ ਅਸੀਂ ਤੇ ਮਰਿਆਦਾ ਅਨੁਸਾਰ ਰੱਖਾਂਗੇ। ਕਹਿੰਦਾ ਬਾਬਾ ਜੀ ਜੋ ਆਪ ਜੀ ਦੀ ਇੱਛਾ। ਉੱਥੇ 5 ਅਖੰਡ ਪਾਠ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਹੋਏ ਸੀ। ਬਨਾਰਸ ਹਿੰਦੂਆਂ ਦਾ ਗੜ੍ਹ ਹੈ, ਉੱਥੇ ਗੁਰਸਿੱਖੀ ਦਾ ਪ੍ਰਚਾਰ। 5 ਅਖੰਡ ਪਾਠ ਸਾਹਿਬ ਗੁਰਬਾਣੀ ਦੇ ਕੀਤੇ, ਅਰਦਾਸ ਕੀਤੀ, ਕੜਾਹ ਪ੍ਰਸ਼ਾਦ ਦੀ ਦੇਗ ਸਾਰੀ ਸੰਗਤ ਵਿੱਚ ਵਰਤਾਈ। ਨੀਂਹ ਰੱਖਣ ਤੋਂ ਪਹਿਲਾਂ ਸੰਤ ਅਤਰ ਸਿੰਘ ਜੀ ਨੇ ਫਿਰ ਸੰਖੇਪ ਅਰਦਾਸ ਕਰਕੇ ਉਹ ਉੱਥੇ ਨੀਂਹ ਰੱਖੀ ਸੀ। ਇਦਾਂ ਜੇ ਇੱਕ ਦੂਸਰੇ ਧਰਮ ਦੇ ਵਿੱਚ ਵੀ ਗਏ ਤਾਂ ਵੀ ਪ੍ਰੇਰਨਾ ਦਿੱਤੀ। ਇੰਨਾ ਹੀ ਨਹੀਂ, ਇੱਕ ਥਾਂ ਤੇ ਸੰਤ ਅਤਰ ਸਿੰਘ ਜੀ ਜਾ ਰਹੇ ਸੀ, ਮਹਾਂਪੁਰਸ਼ਾਂ ਨੇ ਦੇਖਿਆ ਕੁਝ ਮੁਸਲਮਾਨ 5-7 ਲੋਕ ਬੈਠੇ ਨੇ, ਹੁੱਕਾ ਪੀ ਰਹੇ ਨੇ। ਬਾਬਾ ਜੀ ਆਪਣੇ ਸਾਥੀਆਂ ਨੂੰ ਕਹਿਣ ਲੱਗੇ, ਭਾਈ ਇੱਥੇ ਹੀ ਸਾਜ਼ ਖੋਲੋ, ਆਪਾਂ ਇੱਥੇ ਕੀਰਤਨ ਕਰਨਾ। ਕਹਿੰਦੇ ਬਾਬਾ ਜੀ ਇੱਥੇ? ਕਹਿੰਦੇ ਹਾਂ। ਸੰਤ ਅਤਰ ਸਿੰਘ ਜੀ ਕਹਿਣ ਲੱਗੇ ਸਾਜ਼ ਖੋਲੋ। ਸਾਥੀਆਂ ਨੇ ਸਾਜ਼ ਖੋਲ ਲਏ। ਬਾਬਾ ਜੀ ਨੇ ਜਾ ਕੇ ਉਹਨਾਂ ਮੁਸਲਮਾਨਾਂ ਨੂੰ ਆਖਿਆ, ਪ੍ਰੇਰਿਆ ਵੀ ਸਾਡੇ ਕੋਲ ਆ ਕੇ ਥੋੜਾ ਸਮਾਂ ਬੈਠੋ। ਉਹਨਾਂ ਨੇ ਆਪਣੇ ਹੁੱਕੇ ਪਾਣੀ ਛੱਡੇ, ਉਜੂ ਕੀਤਾ, ਆ ਕੇ ਬੈਠ ਗਏ। ਤੇ ਉਹਨਾਂ ਨੂੰ ਸੰਤ ਅਤਰ ਸਿੰਘ ਜੀ ਨੇ ਤਿਲੰਗ ਰਾਗ ਦੇ ਵਿੱਚ ਇੱਕ ਸ਼ਬਦ ਸੁਣਾਇਆ। ਉਹ ਸ਼ਬਦ ਕਿਹੜਾ ਸੀ? ਯਕੀ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ, ਹਕਾ ਕਬੀਰ ਕਰੀਮ ਤੂੰ ਬੇਐਬ ਪਰਬਦਗਾਰ। ਇਸ ਸ਼ਬਦ ਦੀ ਸ਼ਬਦਾਵਲੀ ਵੀ ਬੜੀ ਕਠਿਨ ਹੈ, ਪਰ ਸੰਤ ਅਤਰ ਸਿੰਘ ਜੀ ਨੇ ਪੂਰੇ ਦਾ ਪੂਰਾ ਸ਼ਬਦ ਤਿਲੰਗ ਰਾਗ ਦੇ ਵਿੱਚ ਉਹਨਾਂ ਨੂੰ ਸੁਣਾਇਆ। ਤਿਲੰਗ ਰਾਗ ਦੇ ਵਿੱਚ ਗਾਉਣ ਦੀ ਹਦਾਇਤ ਮਹਾਰਾਜ ਨੇ ਕੀਤੀ। ਤਿਲੰਗ ਰਾਗ ਦੇ ਵਿੱਚ ਬਾਬਾ ਜੀ ਨੇ ਗਾ ਕੇ ਸੁਣਾਇਆ। ਇੱਕ ਤੇ ਹੈ ਇਸਲਾਮ ਧਰਮ ਨਾਲੋਂ ਸੰਬੰਧਿਤ ਸੀ, ਦੂਸਰਾ ਇਸ ਸ਼ਬਦ ਦੀ ਭਾਸ਼ਾ ਵੀ ਇਸਲਾਮੀ ਭਾਸ਼ਾ ਹੈ। ਸੁਣਦਿਆਂ ਸਾਰ ਉਹਨਾਂ ਨੂੰ ਸਮਝ ਪੈ ਗਿਆ ਸੀ। ਉਹਨਾਂ 7-8 ਜਣਿਆਂ ਨੇ ਉਸੇ ਦਿਨ ਪ੍ਰਣ ਕਰ ਲਿਆ, ਕਹਿੰਦੇ ਬਾਬਾ ਜੀ ਅੱਜ ਤੋਂ ਮੁੜ ਕੇ ਅਸੀਂ ਤੰਬਾਕੂ ਨਹੀਂ ਵਰਤਦੇ। ਕੇਵਲ ਸਿੱਖਾਂ ਦਾ ਹੀ ਨਹੀਂ, ਮਾਨਵਤਾ ਦਾ ਸੁਧਾਰ ਸੰਤ ਅਤਰ ਸਿੰਘ ਜੀ ਕਰ ਰਹੇ ਨੇ। ਜਿੱਥੇ ਜਾਂਦੇ ਪਿੰਡਾਂ ਦੇ ਪਿੰਡ ਗੁਰਸਿੱਖੀ ਦੇ ਨਾਲ ਆਪ ਜੀ ਜੋੜ ਦਿੰਦੇ ਸੀ। ਇਹੋ ਪ੍ਰੇਮ ਆਪ ਜੀ ਦਾ ਵੇਖ ਕੇ ਆਲ ਇੰਡੀਆ ਐਨੂਅਲ ਸਿੱਖ ਵਿਦਿਅਕ ਕਾਨਫਰੰਸ ਹੁੰਦੀ ਸੀ। ਉਸ ਕਾਨਫਰੰਸ ਦੇ ਵਿੱਚ ਆਪ ਜੀ ਨੂੰ ਸੱਦਿਆ ਜਾਂਦਾ ਸੀ। ਆਪ ਜੀ ਨੇ ਲਗਭਗ 9 ਵਿਦਿਅਕ ਕਾਨਫਰੰਸਾਂ ਦੇ ਵਿੱਚ ਹਿੱਸਾ ਲਿਆ। ਉਹਨਾਂ ਦੇ ਵਿੱਚੋਂ 8ਵੀਂ ਵਿਦਿਅਕ ਕਾਨਫਰੰਸ ਫਿਰੋਜ਼ਪੁਰ ਵਿਖੇ ਹੋਈ ਸੀ 13, 14, 15 ਅਕਤੂਬਰ 1915 ਨੂੰ। ਐਨੂਅਲ ਸਿੱਖ ਵਿਦਿਅਕ ਕਾਨਫਰੰਸ ਹੋਈ ਸੀ ਔਰ ਉਹਦੀ ਪ੍ਰਧਾਨਗੀ ਸੰਤ ਅਤਰ ਸਿੰਘ ਸਾਹਿਬ ਜੀ ਨੂੰ ਦਿੱਤੀ ਗਈ। ਵੇਖੋ ਸਾਧ ਸੰਗਤ, ਸਿੱਖ ਵਿਦਿਅਕ ਕਾਨਫਰੰਸ ਹੋ ਰਹੀ ਹੈ ਔਰ ਸਾਰੀ ਕਮੇਟੀ ਉਹਦੀ ਪ੍ਰਧਾਨਗੀ ਸਰਬਸੰਮਤੀ ਨਾਲ ਸੰਤ ਅਤਰ ਸਿੰਘ ਜੀ ਨੂੰ ਦੇ ਰਹੀ ਹੈ। ਔਰ ਫਿਰੋਜ਼ਪੁਰ ਵਿਖੇ ਪ੍ਰਧਾਨਗੀ ਭਾਸ਼ਣ ਜਦੋਂ ਸੰਤ ਅਤਰ ਸਿੰਘ ਜੀ ਨੇ ਦਿੱਤਾ, ਉਸ ਭਾਸ਼ਣ ਦੀ ਆਰੰਭਤਾ ਆਪ ਜੀ ਨੇ ਕੀਤੀ। ਕਹਿੰਦੇ ਖਾਲਸਾ ਜੀ, ਸਿੱਖ ਪੰਥ ਦੀ ਚੜ੍ਹਦੀ ਕਲਾ ਉਸ ਦਿਨ ਹੋਣੀ ਜਿਸ ਦਿਨ ਅੰਮ੍ਰਿਤ ਵੇਲੇ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਡੋਲ ਖੜਕਣਗੇ ਅਤੇ ਇੱਕ ਓੰਕਾਰ ਸਤਨਾਮ ਦੀ ਧੁਨ ਹਰ ਗੁਰਸਿੱਖ ਦੇ ਘਰ ਵਿੱਚੋਂ ਆਵੇਗੀ। ਦੂਸਰਾ, ਸਾਰੇ ਖਾਲਸੇ ਦਾ ਖਜ਼ਾਨਾ ਇੱਕ ਹੋਵੇਗਾ ਤੇ ਸਾਰਾ ਖਾਲਸਾ ਇਮਾਨਦਾਰੀ ਦੇ ਨਾਲ ਆਪਣੀ ਕਿਰਤ ਦੇ ਵਿੱਚੋਂ ਦਸਵੰਧ ਕੱਢ ਕੇ ਉਸ ਖਜ਼ਾਨੇ ਵਿੱਚ ਪਾਵੇਗਾ, ਤਾਂ ਕਿ ਖਾਲਸੇ ਨੂੰ ਪੰਥਕ ਕਾਰਜਾਂ ਦੇ ਲਈ ਕਿਸੇ ਪ੍ਰਕਾਰ ਦੀਆਂ ਅਪੀਲਾਂ ਕਰਨ ਦੀ ਲੋੜ ਨਾ ਪਵੇ, ਕਿਉਂਕਿ ਖਾਲਸਾ ਜੀ ਮੰਗਣ ਦੇ ਨਾਲ ਖਾਲਸੇ ਦਾ ਮਾਣ ਸਨਮਾਨ ਘਟ ਜਾਂਦਾ ਹੈ। ਗੁਰੂ ਜੀ ਨੇ ਸਾਨੂੰ ਮੰਗਤੇ ਨਹੀਂ, ਸਾਨੂੰ ਦਾਨੀ ਬਣਾਇਆ ਹੈ। ਤੀਸਰੀ ਗੱਲ ਸੰਤ ਅਤਰ ਸਿੰਘ ਜੀ ਨੇ ਉੱਥੇ ਆਖੀ
ਕਹਿੰਦੇ ਭਾਈ ਜਦੋਂ ਵੀ ਕਿਤੇ ਧਾਰਮਿਕ ਸਮਾਗਮ ਹੋਵੇ ਨਾ, ਉੱਥੇ ਤੁਸੀਂ ਜਾ ਕੇ ਜਦੋਂ ਮਾਇਆ ਭੇਟ ਕਰਦੇ ਹੋ ਤੇ ਸਪੀਕਰਾਂ ਦੇ ਵਿੱਚ ਜਾਂ ਉੱਚੀ ਆਵਾਜ਼ ਦੇ ਵਿੱਚ ਨਾਮ ਬੋਲਣਾ ਬੰਦ ਕਰ ਦਿਓ। ਕੁਝ ਇੱਕ ਨੇ ਪੁੱਛਿਆ, ਕਹਿੰਦੇ ਬਾਬਾ ਜੀ ਕਿਉਂ? ਤੇ ਸੰਤ ਅਤਰ ਸਿੰਘ ਜੀ ਕਹਿਣ ਲੱਗੇ, ਭਾਈ ਜਦੋਂ ਕੋਈ 5-10 ਦਮੜੇ ਦਿੰਦਾ ਹੈ ਉਦੋਂ ਤੇ ਤੁਸੀਂ ਬੋਲਦੇ ਨਹੀਂ। ਜਦੋਂ ਕੋਈ 100, 200, 1100 ਦਮੜੇ ਭੇਟ ਕਰਦੇ ਉਦੋਂ ਤੁਸੀਂ ਵੱਡੇ ਵੱਡੇ ਜੈਕਾਰੇ ਲਾਉਨੇ ਹੋ, ਲੰਮੇ ਲੰਮੇ ਅਰਦਾਸੇ ਸੋਧਦੇ ਹੋ। ਹਰ ਇੱਕ ਇਨਸਾਨ ਆਪਣੀ ਸਮਰੱਥਾ ਅਨੁਸਾਰ ਸੇਵਾ 'ਚ ਹਿੱਸਾ ਪਾਉਂਦਾ ਹੈ। ਇੱਕ ਲਈ ਜੈਕਾਰਾ ਲੱਗਦਾ, ਇੱਕ ਦਾ ਨਾਮ ਵੀ ਨਹੀਂ ਬੋਲਿਆ ਜਾਂਦਾ। ਏਦਾਂ ਸੰਗਤ ਵਿੱਚ ਦੁਆਇਤ ਭਾਵਨਾ ਪੈਦਾ ਹੁੰਦੀ, ਸੰਗਤ ਵਿੱਚ ਦੁਆਇਤ ਭਾਵਨਾ ਪੈਦਾ ਹੁੰਦੀ। ਕਹਿੰਦੇ ਆਪਾਂ ਉਹ ਭਾਵਨਾ ਨਹੀਂ ਪੈਦਾ ਕਰਨੀ। ਜਿਹਨੇ ਵੀ ਮਾਇਆ ਭੇਟ ਕਰਨੀ, ਇੱਕ ਸਿੰਘ ਨੂੰ ਭੇਟ ਕਰੀ ਜਾਵੇ, ਬਸ ਉਹੀ ਬੈਠਾ ਗੁਪਤ ਅਰਦਾਸ ਮਹਾਰਾਜ ਨੂੰ ਕਰੀ ਜਾਵੇ, ਨਾਮ ਕਿਸੇ ਦਾ ਨਾ ਬੋਲੋ। ਔਰ ਚੌਥੀ ਗੱਲ, ਬੜੀ ਕਮਾਲ ਦੀ ਗੱਲ ਸੰਤ ਅਤਰ ਸਿੰਘ ਜੀ ਨੇ ਆਖੀ। ਕਹਿੰਦੇ ਖਾਲਸਾ ਜੀ, ਜੇ ਤਰੱਕੀ ਕਰਨੀ ਤੇ ਸਾਨੂੰ ਵਿਦਿਅਕ ਪੱਖੋਂ ਉੱਚਾ ਉੱਠਣਾ ਪੈਣਾ। ਜਿੱਥੇ ਲੜਕਿਆਂ ਲਈ ਵਿਦਿਆ ਜ਼ਰੂਰੀ ਹੈ, ਉੱਥੇ ਕੰਨਿਆ ਵਿਦਿਆ ਵੀ ਬੜੀ ਜ਼ਰੂਰੀ ਹੈ। ਉੱਥੇ ਲੜਕੀਆਂ ਦੇ ਲਈ ਵੀ ਵਿਦਿਆ ਜ਼ਰੂਰੀ ਹੈ। ਅਸੀਂ ਲੜਕਿਆਂ ਲਈ ਸਕੂਲ ਖੋਲ੍ਹਦੇ ਹਾਂ, ਕਾਲਜ ਖੋਲ੍ਹਦੇ ਹਾਂ, ਨਾਲ ਹੀ ਨਾਲ ਲੜਕੀਆਂ ਦੇ ਲਈ ਵੀ ਸਕੂਲ ਕਾਲਜ ਖੋਲ੍ਹੀਏ, ਜਿੱਥੇ ਸਾਡੀਆਂ ਬੱਚੀਆਂ ਨੂੰ ਉੱਚ ਸਿੱਖਿਆ ਦਿੱਤੀ ਜਾਵੇ। ਕਿਉਂਕਿ ਜੇ ਬੱਚੀ ਪੜ੍ਹੀ ਲਿਖੀ ਹੋਵੇਗੀ ਤੇ ਅੱਗੇ ਪਰਿਵਾਰ ਵੀ ਚੰਗਾ ਸਮਝਦਾਰ ਹੋਵੇਗਾ। ਵੇਖੋ ਪੜ੍ਹਾਈ ਦੇ ਪ੍ਰਤੀ ਕਿੰਨੇ ਸੁਚੇਤ ਨੇ ਸੰਤ ਅਤਰ ਸਿੰਘ ਸਾਹਿਬ। ਸਾਧ ਸੰਗਤ, ਉਸ ਤੋਂ ਬਾਅਦ ਇੱਕ ਪ੍ਰੇਮੀ ਨੇ ਆਪ ਜੀ ਨੂੰ ਪੁੱਛ ਲਿਆ, ਕਹਿੰਦਾ ਬਾਬਾ ਜੀ ਮੈਨੂੰ ਇਹ ਦੱਸੋ ਬਈ ਵਿਦਿਆ ਜ਼ਰੂਰੀ ਹੈ ਜਾਂ ਸਿਮਰਨ ਕਰਨਾ ਜ਼ਰੂਰੀ ਹੈ? ਦੋਵਾਂ ਚੋਂ ਜ਼ਰੂਰੀ ਕੀ ਹੈ? ਸੰਤ ਅਤਰ ਸਿੰਘ ਜੀ ਕਹਿਣ ਲੱਗੇ, ਭਲਿਆ ਗੁਰਸਿੱਖ ਲਈ ਦੋਵੇਂ ਜ਼ਰੂਰੀ ਨੇ। ਵਿਦਿਆ ਪੜ੍ਹ ਕੇ ਸੰਸਾਰ ਦੇ ਵਿੱਚ ਚੰਗਾ ਰੁਤਬਾ ਹਾਸਲ ਕੀਤਾ ਜਾ ਸਕਦਾ ਹੈ, ਸਿਮਰਨ ਕਰਕੇ ਨਿਰੰਕਾਰ ਦੇ ਪਾਸ ਚੰਗਾ ਰੁਤਬਾ ਹਾਸਲ ਕੀਤਾ ਜਾ ਸਕਦਾ ਹੈ। ਸਿੱਖ ਲਈ ਕਹਿੰਦੇ ਦੋਵੇਂ ਜ਼ਰੂਰੀ ਨੇ। ਇੱਕ ਗੁਰਸਿੱਖ ਦੇ ਲਈ ਇਹ ਦੋਵੇਂ ਚੀਜ਼ਾਂ ਜ਼ਰੂਰੀ ਨੇ। ਔਰ ਕੁਝ ਜ਼ੁਬਾਨੀ ਸਰੋਤਾਂ ਤੋਂ ਇਹ ਗੱਲ ਦਾ ਪਤਾ ਚੱਲਦਾ ਹੈ ਸਾਧ ਸੰਗਤ ਜੀ, ਸੰਕੇਤ ਮਿਲਦੇ ਨੇ ਬਈ ਇਹ ਫਿਰੋਜ਼ਪੁਰ ਦੇ ਵਿੱਚ ਜਿਹੜੀ ਕਾਨਫਰੰਸ ਹੋਈ ਸੀ 1915 ਦੇ ਵਿੱਚ, ਇਸ ਕਾਨਫਰੰਸ ਦੇ ਵਿੱਚ ਚੀਫ ਖਾਲਸਾ ਦੀਵਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਬਾਬਾ ਅਤਰ ਸਿੰਘ ਜੀ ਨੂੰ ਸੰਤ ਦੀ ਉਪਾਧੀ ਦਿੱਤੀ ਸੀ। ਅੱਜ ਕੱਲ ਤੇ ਹਰ ਕੋਈ ਚੋਲਾ ਪਾ ਕੇ ਤੇ ਗੋਲ ਦਸਤਾਰ ਬੰਨ ਕੇ ਔਰ ਸੰਤ ਬਣ ਜਾਂਦਾ ਹੈ। ਵੇਖੋ ਆਪਾਂ ਕਟਾਕਸ਼ ਨਹੀਂ ਕਿਸੇ ਤੇ ਕਰ ਰਹੇ, ਆਪਣੇ ਆਪ ਲੈਵਲ ਲਾ ਲਿਆ ਜਾਂਦਾ ਹੈ। ਕੋਈ ਬੰਦਾ ਆਪਣੇ ਆਪ ਆਪਣੇ ਉੱਪਰ ਡੀਸੀ ਦਾ ਲੈਵਲ ਨਹੀਂ ਲਾ ਸਕਦਾ, ਉਹਨੂੰ ਅਹੁਦਾ ਹਾਸਲ ਕਰਨਾ ਪਏਗਾ। ਪਹਿਲਾਂ ਉਸ ਅਹੁਦੇ ਤੇ ਬੈਠਣਾ ਪਏਗਾ, ਫਿਰ ਉਹ ਲੈਵਲ ਉਹਦੇ ਤੇ ਲੱਗੇਗਾ। ਪਰ ਸਾਧ ਸੰਗਤ ਜੀ, ਸੰਤ ਦਾ ਲੈਵਲ ਲਾਉਣਾ ਬੜਾ ਸੌਖਾ ਲੋਕਾਂ ਲਈ ਹੋ ਗਿਆ। ਬਾਬਾ ਅਤਰ ਸਿੰਘ ਜੀ ਨੇ ਆਪਣੇ ਨਾਮ ਨਾਲ ਆਪ ਸੰਤ ਨਹੀਂ ਸੀ ਜੋੜਿਆ, ਉਹਨਾਂ ਨੂੰ ਤੇ ਕੇਵਲ ਬਾਬਾ ਜੀ ਆਖਦੇ ਸੀ। ਔਰ ਉਹਨਾਂ ਨੂੰ ਸੰਤ ਦੀ ਉਪਾਧੀ ਚੀਫ ਖਾਲਸਾ ਦੀਵਾਨ ਭਸੌੜ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਦਿੱਤੀ ਸੀ। ਔਰ ਉਦੋਂ ਆਖਿਆ ਸੀ ਕਿ ਬਾਬਾ ਜੀ ਆਪ ਜੀ ਦੇ ਵਿੱਚ ਜਿੰਨੇ ਸੰਤ ਦੇ ਗੁਣ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੇ ਗਏ ਨੇ ਉਹ ਸਾਰੇ ਮੌਜੂਦ ਨੇ, ਇਸ ਲਈ ਅਸੀਂ ਆਪ ਜੀ ਨੂੰ ਸੰਤ ਦੀ ਉਪਾਧੀ ਦਿੰਨੇ ਹਾਂ। ਸਾਧ ਸੰਗਤ, ਆਪਣੇ ਆਪ ਬਾਬਾ ਜੀ ਨੇ ਆਪਣੇ ਆਪ ਨੂੰ ਸੰਤ ਨਹੀਂ ਸੀ ਆਖਿਆ। ਕਿਸੇ ਪ੍ਰੇਮੀ ਨੇ ਫਿਰ ਬਾਅਦ ਵਿੱਚ ਆਪ ਜੀ ਨੂੰ ਪੁੱਛਿਆ ਸੀ, ਕਹਿੰਦਾ ਬਾਬਾ ਜੀ ਆ ਜੋ ਤੁਸੀਂ ਇੱਕ ਚੋਲਾ, ਇੱਕ ਸਿਰ ਤੇ ਗੋਲ ਦਸਤਾਰ ਕਸ਼ਹਿਰਾ ਪਾ ਕੇ ਰੱਖਦੇ ਹੋ, ਬਈ ਸੰਤ ਦੀ ਨਿਸ਼ਾਨੀ ਬਸ ਇਹੀ ਆ? ਜਿਹਦੇ ਚੋਲਾ ਪਾਇਆ ਹੋਵੇ, ਗੋਲ ਦਸਤਾਰ ਹੋਵੇ, ਉਹਨੂੰ ਅਸੀਂ ਸੰਤ ਕਹਿ ਦਈਏ? ਬਾਬਾ ਅਤਰ ਸਿੰਘ ਜੀ ਕਹਿੰਦੇ ਨਾ ਭਲਿਆ, ਇਹ ਗਲਤੀ ਨਹੀਂ ਕਰਨੀ। ਇਹ ਤੇ ਸਾਡਾ ਆਪਣਾ ਲਿਬਾਸ ਹੈ, ਇਹ ਤੇ ਸਾਡੇ ਸਰੀਰ ਦਾ ਲਿਬਾਸ ਹੈ, ਇਹ ਸੰਤ ਦਾ ਲਿਬਾਸ ਨਹੀਂ ਹੈ। ਸੰਤ ਤਾਂ ਕਿਸੇ ਵੀ ਲਿਬਾਸ ਵਿੱਚ ਹੋ ਸਕਦਾ ਹੈ, ਸੰਤ ਤਾਂ ਕਿਸੇ ਵੀ ਧਰਮ ਵਿੱਚ ਹੋ ਸਕਦਾ ਹੈ। ਇੱਕ ਗੁਰਮੁਖ ਪ੍ਰਭੂ ਨਾਲ ਜੁੜਿਆ, ਪ੍ਰਭੂ ਦੀ ਬੰਦਗੀ ਕਰਨ ਵਾਲਾ ਭਗਤ ਕਿਸੇ ਵੀ ਧਰਮ, ਕਿਸੇ ਵੀ ਲਿਬਾਸ, ਕਿਸੇ ਵੀ ਬਾਣੇ 'ਚ ਹੋ ਸਕਦਾ ਹੈ। ਜ਼ਰੂਰੀ ਨਹੀਂ ਕੇਵਲ ਚੋਲੇ ਤੇ ਗੋਲ ਦਸਤਾਰ ਦੇ ਵਿੱਚ ਇੱਕ ਭਗਤ ਹੋਵੇਗਾ, ਇੱਕ ਨਾਮ ਜਪਣ ਵਾਲਾ ਅਭਿਆਸੀ ਹੋਵੇਗਾ। ਤਾਂ ਸਾਧ ਸੰਗਤ, ਇਸ ਪ੍ਰਕਾਰ ਸੰਤ ਅਤਰ ਸਿੰਘ ਸਾਹਿਬ ਜੀ ਉਹ ਗੁਰਸਿੱਖੀ ਦਾ ਪ੍ਰਚਾਰ ਕਰਦੇ ਰਹੇ। ਚੀਫ ਖਾਲਸਾ ਦੀਵਾਨ ਦੇ ਉਪਦੇਸ਼ਕ ਨੇ ਸਰਦਾਰ ਕਰਤਾਰ ਸਿੰਘ, ਉਹ ਦੱਸਦੇ ਨੇ, ਕਹਿੰਦੇ ਇੱਕ ਦਫਾ ਮੈਨੂੰ ਚੱਲ ਕੇ ਮਸਤੂਆਣਾ ਸਾਹਿਬ ਆਉਣ ਦਾ ਸਮਾਂ ਪ੍ਰਾਪਤ ਹੋਇਆ। ਮੈਂ ਆਇਆ
ਤੇ ਉਸ ਵੇਲੇ ਬਾਬਾ ਅਤਰ ਸਿੰਘ ਜੀ ਖੂਹ ਦੇ ਕਿਨਾਰੇ ਤੇ ਬਣੇ ਹੋਏ ਥੜੇ ਉੱਪਰ ਬੈਠੇ ਹੋਏ ਸੀ ਔਰ ਖੂਹ ਦੇ ਵਿੱਚ ਵੇਖ ਰਹੇ ਸੀ। ਕਹਿੰਦੇ ਮੈਂ ਪੁੱਛਿਆ, ਬਾਬਾ ਜੀ ਕੀ ਵੇਖ ਰਹੇ ਹੋ? ਤੇ ਸੰਤ ਅਤਰ ਸਿੰਘ ਜੀ ਕਹਿਣ ਲੱਗੇ, ਭਾਈ ਅਸੀਂ ਸੋਚਦੇ ਹਾਂ ਕਿਉਂ ਨਾ ਖੂਹ ਬਾਟਾ ਬਣ ਜਾਵੇ ਤੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਪੰਜ ਪਿਆਰਿਆਂ ਦੇ ਪਾਸੋਂ ਆ ਬਾਟੇ ਰੂਪੀ ਖੂਹ ਦੇ ਵਿੱਚ ਅੰਮ੍ਰਿਤ ਤਿਆਰ ਕਰਕੇ ਹਰ ਪ੍ਰਾਣੀ ਮਾਤਰ ਨੂੰ ਛਕਾ ਦਈਏ, ਹਰ ਪ੍ਰਾਣੀ ਮਾਤਰ ਨੂੰ ਛਕਾ ਦਈਏ। ਇੰਨੀ ਤੀਬਰ ਭਾਵਨਾ ਸੀ ਸੰਤ ਅਤਰ ਸਿੰਘ ਜੀ ਦੇ ਵਿੱਚ ਖਾਲਸੇ ਦੀ ਚੜ੍ਹਦੀ ਕਲਾ ਨੂੰ ਵੇਖਣ ਦੀ, ਇੰਨੀ ਤੀਬਰ ਭਾਵਨਾ। 1910 ਦੇ ਵਿੱਚ ਦਿੱਲੀ ਦਾ ਬਾਦਸ਼ਾਹ ਸੀ ਐਡਵਰਡ, ਉਹਦੀ ਮ੍ਰਿਤਿੂ ਹੋ ਗਈ ਸੀ ਔਰ ਉਹਦੀ ਥਾਂ ਤੇ ਦੂਸਰਾ ਰਾਜਾ ਚੁਣਿਆ ਗਿਆ ਸੀ ਜਾਰਜ ਪੰਚਮ। ਉਹਦੀ ਤਾਜਪੋਸ਼ੀ ਵਾਸਤੇ 1911 ਦਸੰਬਰ ਦਾ ਸਮਾਂ ਨਿਸ਼ਚਿਤ ਕੀਤਾ ਗਿਆ। ਜਾਰਜ ਪੰਚਮ ਨੇ ਹਿੰਦੁਸਤਾਨ ਦੇ ਸਾਰੇ ਰਾਜੇ ਮਹਾਰਾਜਿਆਂ ਨੂੰ ਨਿਯੋਤਾ ਦਿੱਤਾ ਵੀ ਜਦੋਂ ਮੇਰੀ ਤਾਜਪੋਸ਼ੀ ਹੋਵੇ ਉਦੋਂ ਸਾਰੇ ਰਾਜੇ ਮਹਾਰਾਜੇ ਦਿੱਲੀ ਵਿਖੇ ਆਉਣ। ਦਿੱਲੀ ਦੇ ਰਾਜਿਆਂ ਨੇ ਮਹਾਰਾਜਾ ਹੀਰਾ ਸਿੰਘ ਨੂੰ ਸੱਦਾ ਭੇਜਿਆ। ਮਹਾਰਾਜਾ ਹੀਰਾ ਸਿੰਘ ਨੇ ਸੰਤ ਅਤਰ ਸਿੰਘ ਜੀ ਨੂੰ ਬੇਨਤੀ ਕੀਤੀ ਵੀ ਬਾਬਾ ਜੀ ਸਾਡੇ ਨਾਲ ਆਪ ਜੀ ਚੱਲੋ, ਸਾਡੇ ਨਾਲ ਚੱਲੋ, ਦਿੱਲੀ ਜਾਣਾ, ਜਾਰਜ ਪੰਚਮ ਦੀ ਤਾਜਪੋਸ਼ੀ ਹੋਣੀ। ਬਾਬਾ ਜੀ ਕਹਿੰਦੇ ਭਾਈ ਚਲੇ ਚੱਲਦੇ ਆ। ਟ੍ਰੇਨ ਰਾਹੀਂ ਹੁੰਦੇ ਹੋਏ ਦਿੱਲੀ ਅੱਪੜੇ ਸਟੇਸ਼ਨ ਤੇ ਉਤਰ ਕੇ ਉੱਥੋਂ ਉਸ ਕੈਂਪ ਦੇ ਵਿੱਚ ਪਹੁੰਚੇ ਜਿੱਥੇ ਤਾਜਪੋਸ਼ੀ ਹੋਣੀ ਸੀ। ਜਦੋਂ ਜਾਰਜ ਪੰਚਮ ਦਰਬਾਰ ਦੇ ਵਿੱਚ ਆਇਆ ਸਾਰੇ ਉੱਠ ਖੜੋਤੇ ਹੋਏ ਉਹਦੇ ਸਤਿਕਾਰ ਲਈ, ਪਰ ਕੇਵਲ ਸੰਤ ਅਤਰ ਸਿੰਘ ਜੀ ਬੈਠੇ ਰਹੇ, ਉਹ ਨਹੀਂ ਉੱਠੇ, ਬਾਬਾ ਜੀ ਨਹੀਂ ਉੱਠੇ। ਉਹਨਾਂ ਨੂੰ ਕੋਈ ਪਰਵਾਹ ਨਹੀਂ ਵੀ ਕੌਣ ਆ ਰਿਹਾ। ਜਾਰਜ ਪੰਚਮ ਨੇ ਨੇੜੇ ਆ ਕੇ ਆਪਣੇ ਸਾਥੀ ਨੂੰ ਪੁੱਛਿਆ, ਕਹਿੰਦਾ ਇਹ ਕੌਣ ਨੇ? ਫਿਰ ਉਹਨੇ ਇੰਟਰੋਡਕਸ਼ਨ ਕਰਾਈ ਬਈ ਇਹ ਸਿੱਖਾਂ ਦੇ ਸੰਤ ਨੇ ਔਰ ਬੜੇ ਸਤਿਕਾਰਯੋਗ ਨੇ, ਸਾਰਾ ਪੰਥ ਇਹਨਾਂ ਦਾ ਸਨਮਾਨ ਕਰਦਾ, ਸਾਰੇ ਸਿੱਖ ਇਹਨਾਂ ਦਾ ਸਤਿਕਾਰ ਕਰਦੇ ਨੇ। ਬਾਬਾ ਜੀ ਦੀ ਸ਼ਖਸੀਅਤ ਤੋਂ ਜਾਰਜ ਪੰਚਮ ਇੰਨਾ ਪ੍ਰਭਾਵਿਤ ਹੋਇਆ ਸੀ, ਉਹਨੇ ਆਪਣੇ ਅਕੀਦੇ ਅਨੁਸਾਰ ਟੋਪੀ ਲਾ ਕੇ ਸਿਰ ਝੁਕਾਇਆ ਸੀ। ਅਗਲੇ ਹੀ ਦਿਨ ਦਿੱਲੀ ਵਿੱਚ ਰਾਜੇ ਮਹਾਰਾਜਿਆਂ ਨੇ ਸਲਾਹ ਕੀਤੀ ਬਈ ਕਿਉਂ ਨਾ ਆਪਾਂ ਨਗਰ ਕੀਰਤਨ ਕਰੀਏ, ਔਰ ਆਪਣੀ ਰਾਏ ਕਰਕੇ ਬਾਬਾ ਅਤਰ ਸਿੰਘ ਜੀ ਨੂੰ ਕਹਿਣ ਲੱਗੇ, ਬਾਬਾ ਜੀ ਅਸੀਂ ਮਤਾ ਪਕਾਇਆ ਬਈ ਕੱਲ ਨੂੰ ਨਗਰ ਕੀਰਤਨ ਕੀਤਾ ਜਾਣਾ। ਸਭ ਤੋਂ ਅੱਗੇ ਖਾਥੀ ਦੇ ਉੱਪਰ ਸੋਨੇ ਦੀ ਪਾਲਕੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੋਵੇਗਾ, ਉਸ ਤੋਂ ਪਿੱਛੇ ਆਪ ਜੀ ਹੋਵੋਗੇ, ਕੀਰਤਨੀ ਜਥਾ ਹੋਵੇਗਾ, ਉਹਨਾਂ ਤੋਂ ਪਿੱਛੇ ਅਸੀਂ ਸਾਰੇ ਰਾਜੇ ਮਹਾਰਾਜੇ ਆਵਾਂਗੇ। ਤੇ ਜੇ ਆਪ ਜੀ ਕਹੋ ਚੱਲੀਏ ਏਦਾਂ, ਬਾਬਾ ਜੀ ਕਹਿੰਦੇ ਚਲੋ ਭਾਈ। ਸਤ ਸੰਗਤ ਜੀ ਨਗਰ ਕੀਰਤਨ ਆਰੰਭ ਕਰ ਲਿਆ ਗਿਆ। ਹਾਥੀ ਦੇ ਉੱਪਰ ਸੋਨੇ ਦੀ ਪਾਲਕੀ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਚੌਰ ਸਾਹਿਬ ਹੋ ਰਿਹਾ। ਪਿਛਲੇ ਹਾਥੀ ਦੇ ਉੱਪਰ ਕੀਰਤਨੀ ਜਥਾ ਹੈ, ਬਾਬਾ ਜੀ ਆਪ ਬੈਠੇ ਨੇ। ਜਦੋਂ ਇਹ ਨਗਰ ਕੀਰਤਨ ਇਹ ਜਲੂਸ ਜਾਂਦਾ ਜਾਰਜ ਪੰਚਮ ਦੀ ਰਿਹਾਇਸ਼ ਦੇ ਕੋਲ ਦੀ ਲੰਘਿਆ ਨਾ, ਉਸ ਵੇਲੇ ਜਾਰਜ ਪੰਚਮ ਆਪਣੇ ਵਾਇਸਰਾਏ ਅਤੇ ਆਪਣੇ ਸਾਥੀਆਂ ਸਮੇਤ ਛੱਤ ਦੇ ਉੱਪਰ ਖੜ ਕੇ ਵੇਖ ਰਿਹਾ ਸੀ। ਜਦੋਂ ਸਾਹਮਣਿਓਂ ਦੀ ਲੰਘ ਰਹੇ ਸੀ ਤੇ ਤਦੋਂ ਸੰਤ ਬਾਬਾ ਅਤਰ ਸਿੰਘ ਜੀ ਨੇ ਆਪਣੀ ਰਸਨਾ ਤੋਂ ਇੱਕ ਸ਼ਬਦ ਪੜ੍ਹਿਆ। ਸ਼ਬਦ ਕਿਹੜਾ ਸੀ? ਕੋਊ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਿੱਦਾਂ ਗੁਰੂ ਨਾਨਕ ਮਹਾਰਾਜ ਜੀ ਨੇ ਆਖਿਆ ਸੀ ਨਾ, ਬਾਬਰ ਤੂੰ ਬਾਬਰ ਨਹੀਂ ਜਾਬਰ ਰਹੇ। ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਸੀ, ਨਾ ਜ਼ੇਬਤ ਤੁਰਾ ਨਾਮੇ ਔਰੰਗਜ਼ੇਬ ਕੇ ਔਰੰਗਜ਼ੇਬਾਂ ਨਾ ਵਾਇਦ ਫਰੇਬ। ਐ ਔਰੰਗਜ਼ੇਬ, ਜਾਂ ਤੇ ਤੂੰ ਆਪਣਾ ਨਾਮ ਬਦਲ ਜਾਂ ਆਪਣੇ ਕਰਮ ਬਦਲ, ਕਿਉਂਕਿ ਔਰੰਗਜ਼ੇਬ ਦਾ ਅਰਥ ਹੈ ਤਖਤ ਦੀ ਸ਼ੋਭਾ, ਪਰ ਤੂੰ ਤਖਤ ਦੀ ਸ਼ੋਭਾ ਨਹੀਂ ਹੈ, ਤੇਰੇ ਕਰਮ ਤਖਤ ਦੀ ਸ਼ੋਭਾ ਨਹੀਂ। ਜਾਂ ਤੇ ਆਪਣਾ ਨਾਮ ਬਦਲ ਲੈ ਜਾਂ ਆਪਣੇ ਕਰਮ ਬਦਲ ਲੈ। ਗੁਰੂ ਮਹਾਰਾਜ ਜੀ ਦੇ ਪਾਏ ਪੂਰਨਿਆਂ ਤੇ ਚੱਲਦੇ ਹੋਏ ਉਹਨਾਂ ਦੇ ਅਨੰਨ ਸਿੱਖ ਸੰਤ ਅਤਰ ਸਿੰਘ ਸਾਹਿਬ ਜੀ ਨੇ ਆਖਿਆ ਸੀ ਜਾਰਜ ਪੰਚਮ ਦੇ ਸਾਹਮਣੇ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਾਰਜ ਪੰਚਮ ਕਾਹਦਾ ਮਾਣ ਕਰਦਾ, ਤੁਸੀਂ ਤੇ ਝੂਠੇ ਰਾਜੇ ਹੋ। ਜਾਰਜ ਪੰਚਮ ਨੇ ਔਰ ਪਾਦਰੀ ਨੇ ਵਾਇਸਰਾਏ ਨੂੰ ਤੇ ਦੂਜਿਆਂ ਨੂੰ ਪੁੱਛਿਆ ਬਈ ਇਹ ਕੀ ਪੜ ਰਹੇ ਨੇ, ਤੇ ਉਹਨਾਂ ਨੇ ਦੱਸਿਆ ਵੀ ਗੁਰਬਾਣੀ ਪੜ੍ਹਦੇ ਨੇ ਤੇ ਇਹਦੇ ਅਰਥ ਇਹ ਨੇ। ਸਾਖੀਕਾਰਾਂ ਲਿਖਿਆ, ਕਹਿੰਦੇ ਉਸ ਪਾਦਰੀ ਨੇ ਜਿਹੜਾ ਜਾਰਜ ਪੰਚਮ ਦੇ ਕੋਲ ਖੜਾ ਸੀ ਨਾ, ਇੱਕ ਗੱਲ ਆਖੀ ਬੜੀ ਪ੍ਰਭਾਵਸ਼ਾਲੀ। ਕਹਿਣ ਲੱਗਿਆ, ਜੇ ਇਹਨਾਂ ਵਰਗਾ ਇਨਸਾਨ ਸਾਡੇ ਧਰਮ ਵਿੱਚ ਪੈਦਾ ਹੋਇਆ ਹੁੰਦਾ ਨਾ, ਤਾਂ ਅੱਜ ਨੂੰ ਅਸੀਂ ਸਾਰੀ ਦੁਨੀਆ ਈਸਾਈਆਂ ਦੀ ਬਣਾ ਲੈਂਦੇ। ਅੱਜ ਨੂੰ ਅਸੀਂ ਸਾਰੀ ਦੁਨੀਆ ਈਸਾਈਆਂ ਦੀ ਬਣਾ ਲੈਂਦੇ। ਇੰਨਾ
ਉਹ ਮਾਣ ਕਰਦੇ ਸੀ ਸੰਤ ਅਤਰ ਸਿੰਘ ਜੀ ਦੇ ਉੱਪਰ, ਸ਼ਖਸੀਅਤ ਤੋਂ ਇੰਨਾ ਪ੍ਰਭਾਵਿਤ ਹੁੰਦੇ ਸੀ। ਸਾਧ ਸੰਗਤ ਜੀ, ਉੱਥੋਂ ਦਿੱਲੀ ਤੋਂ ਚੱਲ ਕੇ ਫਿਰ ਮਸਤੂਆਣਾ ਸਾਹਿਬ ਦੀ ਧਰਤੀ ਤੇ ਇੱਥੇ ਕਾਰ ਸੇਵਾ ਲਗਭਗ ਚੱਲਦੀ ਹੀ ਰਹਿੰਦੀ ਸੀ। ਔਰ ਕਈ ਹੋਰ ਇਹੋ ਜਿਹੇ ਇਨਸਾਨ ਸੀ ਜਿਨ੍ਹਾਂ ਦੇ ਉੱਪਰ ਮਹਾਂਪੁਰਸ਼ਾਂ ਦੀ ਸ਼ਖਸੀਅਤ ਦਾ ਬੜਾ ਪ੍ਰਭਾਵ ਪਿਆ। ਉਹਨਾਂ ਦੇ ਵਿੱਚੋਂ ਇੱਕ ਵਿਦਵਾਨ ਦਾ ਨਾਮ ਆਉਂਦਾ ਹੈ ਪ੍ਰਿੰਸੀਪਲ ਗੰਗਾ ਸਿੰਘ। ਇੱਕ ਥਾਂ ਤੇ ਸੰਤ ਅਤਰ ਸਿੰਘ ਜੀ ਦੇ ਨਾਲ ਪ੍ਰਿੰਸੀਪਲ ਗੰਗਾ ਸਿੰਘ ਜੀ ਦਾ ਦੀਵਾਨ ਸੀ। ਪ੍ਰਿੰਸੀਪਲ ਗੰਗਾ ਸਿੰਘ ਜੀ ਦਾ ਲੈਕਚਰ ਰੱਖਿਆ ਹੋਇਆ ਹੈ ਔਰ ਉਹ ਸੱਚਖੰਡ ਦੀ ਅਵਸਥਾ ਦਾ ਜ਼ਿਕਰ ਕਰ ਰਹੇ ਨੇ। ਗੰਗਾ ਸਿੰਘ ਜੀ ਦੱਸ ਰਹੇ ਨੇ ਵੀ ਸੱਚਖੰਡ ਇਦਾਂ ਦਾ ਹੁੰਦਾ, ਇਦਾਂ ਰੌਸ਼ਨੀ ਹੁੰਦੀ ਔਰ ਕੋਈ ਦੁੱਖ ਨਹੀਂ ਹੁੰਦਾ, ਔਰ ਉਹ ਬੇਗਮਪੁਰਾ ਹੁੰਦਾ, ਉੱਥੇ ਗਮ ਨਹੀਂ ਹੁੰਦਾ। ਬੜੀਆਂ ਦਲੀਲਾਂ ਦੇ ਕੇ ਸੰਗਤ ਨੂੰ ਸੱਚਖੰਡ ਦੀ ਅਵਸਥਾ ਤੋਂ ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਜਾਣੂ ਕਰਾਇਆ। ਜਦੋਂ ਆਪ ਜੀ ਪ੍ਰਿੰਸੀਪਲ ਗੰਗਾ ਸਿੰਘ ਜੀ ਲੈਕਚਰ ਦੀ ਸਮਾਪਤੀ ਕਰਕੇ ਆਏ, ਸੰਤ ਅਤਰ ਸਿੰਘ ਜੀ ਨੇ ਪੁੱਛਿਆ, ਕਹਿੰਦੇ ਪ੍ਰਿੰਸੀਪਲ ਸਾਹਿਬ ਬੜਾ ਸੋਹਣਾ ਵਿਖਿਆਨ ਤੁਸੀਂ ਕੀਤਾ ਹੈ। ਆ ਜਿਹੜੇ ਸੱਚਖੰਡ ਦੀ ਗੱਲ ਤੁਸੀਂ ਕੀਤੀ, ਕਦੀ ਦਰਸ਼ਨ ਕੀਤੇ ਆ ਇਹਦੇ? ਆ ਜਿਹੜੀਆਂ ਬਿਜਲੀਆਂ, ਜਿਹੜੀਆਂ ਰੌਸ਼ਨੀਆਂ, ਜਿਸ ਬੇਗਮਪੁਰੇ ਦੀ ਗੱਲ ਤੁਸੀਂ ਕਰ ਰਹੇ ਸੀ, ਕਦੀ ਵੇਖਿਆ? ਤੇ ਸਾਧ ਸੰਗਤ ਗੰਗਾ ਸਿੰਘ ਜੀ ਕਹਿਣ ਲੱਗੇ, ਮੈਂ ਜਵਾਬ ਦਿੱਤਾ ਵੀ ਬਾਬਾ ਜੀ ਇਹ ਤੇ ਕਹਿਣ ਕਹਾਉਣ ਦੀਆਂ ਗੱਲਾਂ ਨੇ, ਮੈਂ ਨਹੀਂ ਇਹਨਾਂ ਨੂੰ ਮੰਨਦਾ। ਇਹ ਤੇ ਬਾਣੀ 'ਚ ਲਿਖਿਆ ਹੋਇਆ ਤੇ ਮੈਂ ਕਹਿ ਦਿੱਤਾ, ਮੇਰਾ ਤੇ ਕੰਮ ਹੈ ਪ੍ਰਚਾਰ ਕਰਨਾ, ਪੈਸੇ ਲੈਣਾ, ਤੇ ਮੈਂ ਕਰੀ ਜਾਣਾ। ਤੇ ਆਪਾਂ ਜੋ ਲਿਖਿਆ ਹੋਇਆ ਪੜ੍ਹ ਕੇ ਸੁਣਾਈ ਜਾਂਦੇ ਤੇ ਕਹਿਣ ਕਹਾਉਣ ਦੀਆਂ ਗੱਲਾਂ ਨੇ। ਕਹਿੰਦਾ ਕਿਹੜਾ ਸੱਚਖੰਡ, ਮੈਂ ਨਹੀਂ ਮੰਨਦਾ। ਤੇ ਸੰਤ ਅਤਰ ਸਿੰਘ ਜੀ ਕਹਿੰਦੇ ਫਿਰ ਵਿਖਾਈਏ। ਗੰਗਾ ਸਿੰਘ ਜੀ ਕਹਿੰਦੇ ਕਰੋ ਕਿਰਪਾ। ਬਾਬਾ ਜੀ ਨੇ ਸਮਾਧੀ ਲਾ ਲਈ। ਸਮਾਧੀ ਕਹੀਏ ਚੌਕੜਾ। ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਆਪਣੀ ਕਲਮ ਤੋਂ ਲਿਖੀ ਇਹ ਗੱਲ। ਕਹਿੰਦੇ ਚੌਕੜਾ ਲਾ ਕੇ ਬੈਠੇ, ਅੱਧੇ ਨੇਤਰ ਬੰਦ ਨੇ, ਬੁੱਲ ਫਰਕਦੇ ਪਏ ਨੇ ਔਰ ਬੁੱਲਾਂ ਤੋਂ ਕੇਵਲ ਵਾਹ 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 ਦੀ ਗੱਲ ਆਵਾਜ਼ ਆ ਰਹੀ ਹੈ। ਕਹਿੰਦੇ ਸੰਤ ਅਤਰ ਸਿੰਘ ਜੀ ਦਾ ਤੇਜ ਪ੍ਰਤਾਪ ਇਹੋ ਜਿਹਾ ਸੀ ਉਸ ਵੇਲੇ। ਗੰਗਾ ਸਿੰਘ ਜੀ ਕਹਿੰਦੇ ਮੇਰੇ ਤੋਂ ਝੱਲਿਆ ਨਹੀਂ ਸੀ ਜਾ ਰਿਹਾ। ਔਰ ਨੇਤਰ ਖੋਲ ਕੇ ਬਾਬਾ ਜੀ ਨੇ ਇੱਕ ਗੱਲ ਆਖੀ ਸੀ, ਗੰਗਾ ਸਿੰਘ ਜੀ ਉਹ ਅਵਸਥਾ ਨੂੰ ਸਿਰਫ ਮਾਣ ਸਕਦੇ ਆ, ਉਹਦੇ ਬਾਰੇ ਦੱਸ ਨਹੀਂ ਸਕਦੇ। ਗੰਗਾ ਸਿੰਘ ਜੀ ਕਹਿੰਦੇ ਮੈਨੂੰ ਗੁੱਟ ਤੋਂ ਬਸ ਏਦਾਂ ਸੰਤ ਅਤਰ ਸਿੰਘ ਜੀ ਨੇ ਫੜਿਆ ਕਿ ਮੇਰੇ ਜੀਵਨ ਦੀ ਪਹਿਲੀ ਸਮਾਧੀ ਲੱਗੀ। ਉਸ ਤੋਂ ਬਾਅਦ ਤੇ ਰੰਗਤ ਇੰਨੀ ਚੜੀ, ਅੱਜ ਹੋਰ ਕੱਲ ਹੋਰ, ਇੰਨਾ ਸ਼ਰਧਾਲੂ ਗੰਗਾ ਸਿੰਘ ਜੀ ਬਣ ਗਏ ਕਿ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਮੋ ਨਮਸਕਾਰ ਬਾਰੰਬਾਰ ਕਰਦੇ ਪਏ ਨੇ। ਉਹ ਇਨਸਾਨ ਜੋ ਕਦੀ ਗੁਰੂ ਗ੍ਰੰਥ ਸਾਹਿਬ ਜੀ 'ਚ ਲਿਖੀਆਂ ਹੋਈਆਂ ਗੱਲਾਂ ਨੂੰ ਕਲਪਨਾ ਆਖਦੇ ਸੀ, ਉਹ ਉਹਨਾਂ ਨੂੰ ਸਵੀਕਾਰ ਕਰਨ ਲੱਗ ਪਏ ਔਰ ਉਸ ਅਵਸਥਾ ਤੱਕ ਪਹੁੰਚ ਵੀ ਗਏ ਸੀ। ਸਤ ਸੰਗਤ ਜੀਓ, ਉਹਨਾਂ ਸਮਿਆਂ ਦੇ ਵਿੱਚ ਸਿੱਖਾਂ ਦਾ ਤਖਤ ਗਿਣਿਆ ਜਾਂਦਾ ਹੈ ਸ਼੍ਰੀ ਅਬਚਲ ਨਗਰ ਹਜੂਰ ਸਾਹਿਬ ਨਾਂਦੇੜ। ਸੰਤ ਅਤਰ ਸਿੰਘ ਜੀ ਦੇ ਸਮੇਂ ਉਹ ਜਿਹੜਾ ਹਜੂਰ ਸਾਹਿਬ ਸਾਡਾ ਤਖਤ ਹੈ ਨਾ, ਸਾਧ ਸੰਗਤ ਜੀ, ਉੱਥੇ ਬਿਜਲੀ ਦਾ ਪ੍ਰਬੰਧ ਨਹੀਂ ਸੀ। ਉਸ ਵੇਲੇ ਰਿਪਦਮਨ ਸਿੰਘ, ਉਹਦੇ ਘਰ ਲੜਕੇ ਦਾ ਜਨਮ ਹੋਇਆ ਸੀ। ਲੜਕੇ ਦੇ ਜਨਮ ਦੀ ਖੁਸ਼ੀ ਦੇ ਵਿੱਚ ਸੰਤ ਅਤਰ ਸਿੰਘ ਜੀ ਨੂੰ ਵੀ ਬੁਲਾਇਆ ਹੋਇਆ ਸੀ ਔਰ ਹਜੂਰ ਸਾਹਿਬ ਵੀ ਇਸ ਗੱਲ ਦਾ ਪਤਾ ਚੱਲਿਆ ਵੀ ਰਿਪਦਮਨ ਸਿੰਘ ਦੇ ਘਰੇ ਬੇਟੇ ਦਾ ਜਨਮ ਹੋਇਆ। ਉੱਥੋਂ ਇੱਕ ਦਸਤਾਰ ਔਰ ਪ੍ਰਸ਼ਾਦ ਲੈ ਕਰਕੇ ਇੱਕ ਸਿੰਘ ਆਇਆ। ਉਹਨੇ ਆ ਕੇ ਬੇਨਤੀ ਕੀਤੀ, ਕਹਿੰਦਾ ਬਾਬਾ ਜੀ ਹਜੂਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਇੱਕ ਤੇ ਨਗਰ ਕੀਰਤਨ ਵਿੱਚ ਨਾਲ ਜਾਣ ਲਈ ਘੋੜਾ ਹੈ ਨਹੀਂ, ਬੁੱਢਾ ਹੋਇਆ ਪਿਆ, ਔਰ ਦੂਸਰਾ ਉੱਥੇ ਬਿਜਲੀ ਦਾ ਪ੍ਰਬੰਧ ਹੈ ਨਹੀਂ। ਜੇ ਆਪ ਜੀ ਮਹਾਰਾਜਾ ਰਿਪਦਮਨ ਸਿੰਘ ਨੂੰ ਕਹਿ ਦਿਓ ਤੇ ਸੇਵਾ ਹੋ ਜਾਏ। ਸੰਤ ਅਤਰ ਸਿੰਘ ਜੀ ਕਹਿਣ ਲੱਗੇ, ਹੈ ਭਾਈ ਬਿਜਲੀ ਦਾ ਪ੍ਰਬੰਧ ਉੱਥੇ ਹੋਇਆ ਨਹੀਂ? ਕਹਿੰਦੇ ਨਹੀਂ ਜੀ। ਬਾਬਾ ਜੀ ਕਹਿੰਦੇ ਹੁਣੇ ਲਓ। ਉਹਨਾਂ ਨੇ, ਸੰਤ ਅਤਰ ਸਿੰਘ ਜੀ ਨੇ ਆਪਣੇ ਵੱਲੋਂ ਇੱਕ ਚਿੱਠੀ ਲਿਖੀ। ਉਸ ਚਿੱਠੀ ਦੇ ਵਿੱਚ ਮਹਾਰਾਜਾ ਰਿਪਦਮਨ ਸਿੰਘ ਨੂੰ ਆਖਿਆ ਕਿ ਇਹ ਮਹਾਰਾਜੇ, ਇੱਕ ਤੇ ਘੋੜਾ ਉੱਥੇ ਭੇਜਿਆ ਜਾਵੇ ਚੰਗਾ ਨਗਰ ਕੀਰਤਨ ਲਈ, ਔਰ ਦੂਸਰਾ ਉੱਥੇ ਬਿਜਲੀ ਦਾ ਪ੍ਰਬੰਧ ਕਰਵਾਇਆ ਜਾਵੇ। ਜਦੋਂ ਸੰਤ ਅਤਰ ਸਿੰਘ ਜੀ ਦੀ ਲਿਖਤ ਰਿਪਦਮਨ ਸਿੰਘ ਦੇ ਪਾਸ ਪਹੁੰਚੀ, ਕਹਿੰਦੇ ਰਿਪਦਮਨ ਸਿੰਘ ਨੇ ਉਸੇ ਵੇਲੇ 5000 ਰੁਪਈਆ ਨਗਦ ਦਿੱਤਾ, ਬਈ ਆਹ ਲਓ ਘੋੜਾ ਖਰੀਦੋ ਚੰਗੀ ਨਸਲ ਦਾ, ਔਰ 45000 ਰੁਪਈਆ ਬਾਅਦ ਵਿੱਚ ਭੇਜ ਦਿੱਤਾ ਸੀ ਬਈ ਹਜੂਰ ਸਾਹਿਬ ਦੀ ਧਰਤੀ ਤੇ ਬਿਜਲੀ ਦਾ ਪ੍ਰਬੰਧ ਕਰੋ। ਇਹ ਉਦਮ ਸੰਤ ਅਤਰ ਸਿੰਘ ਜੀ ਦੇ ਉਦਮ ਦੇ ਸਦਕਾ ਹੀ ਸੰਭਵ ਹੋ ਸਕਿਆ ਜੇ ਉਹਨਾਂ ਨੇ ਆਖਿਆ, ਤੇ ਰਿਪਦਮਨ ਸਿੰਘ ਨੇ ਉੱਥੇ ਇੰਨੀ ਵੱਡੀ ਸੇਵਾ ਸਾਧ ਸੰਗਤ ਕਰਵਾਈ। ਰਿਪਦਮਨ ਸਿੰਘ ਸਿੱਖੀ ਦੇ ਵਿੱਚ ਇੰਨਾ ਸਿੱਖੀ ਨੂੰ ਸਮਰਪਿਤ ਸੀ
ਜਦੋਂ ਮਸਤੂਆਣਾ ਸਾਹਿਬ ਦੀ ਧਰਤੀ ਤੇ ਲੰਗਰ ਕਾਲਜ ਚਲਾਇਆ ਗਿਆ ਸੀ ਤੇ ਉਸ ਵੇਲੇ ਰੁਪਦਮਨ ਸਿੰਘ ਜੀ ਨੇ ਲਗਭਗ 30,000 ਰੁਪਏ ਲੰਗਰ ਵਾਸਤੇ ਦਿੱਤੇ ਸੀ। 1 ਲੱਖ ਰੁਪਈਆ ਕਾਲਜ ਦੇ ਲਈ ਨਾਭੇ ਦੀ ਬੈਂਕ ਵਿੱਚ ਧਰਿਆ ਸੀ, ਜਿਹਦਾ 500 ਰੁਪਈਆ ਸੂਦ ਆਉਂਦਾ ਸੀ, ਵਿਆਜ ਆਉਂਦਾ ਸੀ, ਔਰ ਉਹ 500 ਰੁਪਈਆ ਬੱਚਿਆਂ ਦੀ ਪੜ੍ਹਾਈ ਦੇ ਉੱਪਰ ਖਰਚ ਹੁੰਦਾ ਸੀ, ਬੱਚਿਆਂ ਦੀ ਪੜ੍ਹਾਈ ਤੇ ਲੱਗਦਾ ਸੀ। ਸੋ ਉਹ ਵੀ ਸਾਰੇ ਦਾ ਸਾਰਾ ਜੋ ਸੀ ਸੇਵਾ ਦਾ ਕਾਰਜ, ਵਿਦਿਆ ਬੱਚਿਆਂ ਨੂੰ ਕਿੱਦਾਂ ਦਿੱਤੀ ਜਾਵੇ ਔਰ ਉਹਨਾਂ ਨੂੰ ਸਿੱਖੀ ਦੇ ਪੱਖ ਤੋਂ ਵੀ ਉન્નਤ ਕੀਤਾ ਜਾਵੇ। ਦੁਨਿਆਵੀ ਵਿਦਿਆ ਦੇ ਨਾਲ ਨਾਲ ਗੁਰਬਾਣੀ ਦੀ ਸੰਥਿਆ ਵੀ ਕਰਵਾਈ ਜਾਂਦੀ ਸੀ, ਸਿੱਖ ਇਤਿਹਾਸ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਸੀ। ਇੱਕ ਦਫਾ ਸੰਤ ਅਤਰ ਸਿੰਘ ਸਾਹਿਬ ਜੀ ਪਟਿਆਲੇ ਗਏ ਹੋਏ ਸੀ। ਮਹਾਂਪੁਰਖਾਂ ਦਾ ਦੀਵਾਨ ਲੱਗਿਆ ਹੋਇਆ ਸੀ ਔਰ ਉਹ ਜੋ ਥਾਂ ਸੀ ਨਾ, ਉਥੋਂ ਲਾਗਿਓਂ ਦੀ ਰੇਲਵੇ ਲਾਈਨ ਲੰਘਦੀ ਪਈ ਸੀ, ਰੇਲਵੇ ਟਰੈਕ ਲਾਗਿਓਂ ਲੰਘਦਾ ਪਿਆ ਸੀ। ਬਾਬਾ ਜੀ ਬਚਨ ਕਰ ਰਹੇ ਸੀ, ਜਦ ਨੂੰ ਟ੍ਰੇਨ ਆਈ, ਸਾਰੀ ਸੰਗਤ ਟ੍ਰੇਨ ਵੱਲ ਵੇਖਣ ਲੱਗ ਪਈ। ਸੰਤ ਅਤਰ ਸਿੰਘ ਜੀ ਕਹਿਣ ਲੱਗੇ, ਵਾਹ ਉਹ ਪ੍ਰੇਮੀਓ, ਤੁਹਾਡੀ ਸੁਰਤ ਇੰਨੀ ਕੱਚੀ, ਸ਼ਬਦ ਦੇ ਨਾਲ ਤੁਸੀਂ ਜੁੜੇ ਨਹੀਂ ਸਕੇ। ਅਸੀਂ ਤੇ ਸ਼ਬਦ ਦੀ ਗੱਲ ਕਰ ਰਹੇ ਹਾਂ, ਗੁਰੂ ਸਾਹਿਬ ਦੀ ਗੱਲ ਕਰ ਰਹੇ ਹਾਂ, ਤੇ ਤੁਸੀਂ ਟ੍ਰੇਨ ਵੱਲ ਵੇਖੀ ਜਾਂਦੇ ਹੋ। ਕਹਿੰਦੇ ਟ੍ਰੇਨ ਆਈ ਹੈ, ਕੋਈ ਹੋਰ ਚੀਜ਼ ਤੇ ਨਹੀਂ ਆਈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਇੱਥੋਂ ਤੱਕ ਆਖਦੇ ਹੁੰਦੇ ਸੀ, ਖਾਲਸਾ ਜੀ, ਸਿੱਖ ਦਾ ਧਿਆਨ ਇੰਨਾ ਪੱਕਾ ਹੋਣਾ ਚਾਹੀਦਾ, ਭਾਵੇਂ ਗੋਲੀ ਸ਼ੂਕਦੀ ਹੋਈ ਕੰਨ ਕੋਲ ਦੀ ਲੰਘ ਜਾਵੇ, ਫਿਰ ਵੀ ਬਿਰਤੀ ਨਾ ਟੁੱਟੇ, ਫਿਰ ਵੀ ਉਹ ਜੁੜੀ ਰਹੇ। ਤੁਸੀਂ ਬਿਰਤੀ ਜੋੜ ਕੇ ਰੱਖਿਆ ਕਰੋ। ਜਦੋਂ ਸ਼ਬਦ ਨਾਲ ਜੁੜਨਾ ਉਦੋਂ ਆਸੇ ਪਾਸਿਓਂ ਹਟ ਕੇ ਸ਼ਬਦ ਦੇ ਨਾਲ ਜੁੜਿਆ ਕਰੋ। ਮਸਤੂਆਣਾ ਸਾਹਿਬ ਵੀ ਇੱਕ ਦਫਾ ਘਟਨਾ ਵਾਪਰੀ ਸੀ। ਇਮਾਰਤ ਅਜੇ ਤਿਆਰ ਹੋਈ ਸੀ, ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ ਦਰਬਾਰ ਸਾਹਿਬ ਦੇ ਵਿੱਚ ਮਹਾਂਪੁਰਸ਼ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਬੈਠੇ ਹੋਏ ਨੇ, ਸਾਰੀ ਸੰਗਤ ਸਜੀ ਹੋਈ, ਦੀਵਾਨ ਚੱਲ ਰਿਹਾ ਹੈ ਕਿ ਅਚਾਨਕ ਭੁਚਾਲ ਦੇ ਝਟਕੇ ਮਹਿਸੂਸ ਹੋਏ। ਜਦੋਂ ਭੁਚਾਲ ਦੇ ਝਟਕੇ ਮਹਿਸੂਸ ਹੋਏ ਨਾ, ਤੇ ਸੰਗਤ ਉੱਠ ਕੇ ਜਾਣ ਲੱਗ ਪਈ, ਬਾਹਰ ਨੂੰ ਦੌੜਨ ਲੱਗ ਪਈ ਵੀ ਭੁਚਾਲ ਆਇਆ, ਇਮਾਰਤ ਨੇ ਡਿੱਗ ਪੈਣਾ ਤੇ ਬਚੀਏ। ਪਰ ਸੰਤ ਅਤਰ ਸਿੰਘ ਜੀ ਅਡੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਹੋਏ ਚੌਰ ਸਾਹਿਬ ਕਰਦੇ ਰਹੇ। ਜਦੋਂ ਟਿਕ ਟਿਕਾ ਹੋਇਆ, ਇੱਕ ਇੱਕ ਕਰਕੇ ਵੱਖ-ਵੱਖ ਦਰਵਾਜ਼ਿਆਂ ਰਾਹੀਂ ਸੰਗਤ ਅੰਦਰ ਆ ਕੇ ਨਮਸਕਾਰ ਕਰਕੇ ਬੈਠੀ। ਬਾਬਾ ਜੀ ਨੇ ਪੁੱਛਿਆ, ਪ੍ਰੇਮੀਓ ਕਿੱਥੇ ਗਏ ਸੀ? ਕਹਿੰਦੇ ਬਾਬਾ ਜੀ ਭੁਚਾਲ ਆਇਆ ਸੀ ਤੇ ਅਸੀਂ ਬਾਹਰ ਚਲੇ ਗਏ ਸੀ, ਬਚਾਅ ਹੋ ਜੇ। ਹੁਣ ਵੇਖਿਓ ਸੰਤ ਅਤਰ ਸਿੰਘ ਜੀ ਨੇ ਕੀ ਜਵਾਬ ਦਿੱਤਾ। ਕਹਿਣ ਲੱਗੇ, ਭਲਿਓ, ਤੁਹਾਨੂੰ ਬਚਾਉਣ ਵਾਲਾ ਗੁਰੂ ਗ੍ਰੰਥ ਸਾਹਿਬ ਤੇ ਅੰਦਰ ਹੈ, ਬਾਹਰ ਤੁਸੀਂ ਕਿਹਦੀ ਓਟ ਲਈ? ਬਚਾਉਣ ਵਾਲੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਅੰਦਰ ਨੇ, ਬਾਹਰ ਤੁਸੀਂ ਕਿਹਦੀਆਂ ਓਟਾਂ ਭਾਲਦੇ ਹੋ? ਉੱਥੇ ਕਿਹਦਾ ਆਸਰਾ ਲੱਭਦੇ ਹੋ? ਤੁਸੀਂ ਤੇ ਭੁਚਾਲ ਆਇਆ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਚਲੇ ਗਏ, ਕੋਈ ਹੋਰ ਬਿਪਤਾ ਆਈ ਤੁਸੀਂ ਤੇ ਸਿੱਖੀ ਨੂੰ ਛੱਡ ਕੇ ਚਲੇ ਜਾਓਗੇ। ਇਸ ਪ੍ਰਕਾਰ ਗੁਰਸਿੱਖੀ ਦੇ ਵਿੱਚ ਪਰਪੱਕ ਕਰਦੇ ਹੁੰਦੇ ਸੀ। ਕਿਸੇ ਗੁਰਮੁਖ ਨੇ ਪੁੱਛਿਆ, ਕਹਿੰਦਾ ਬਾਬਾ ਜੀ, ਬੜੇ ਲੋਕਾਂ ਤੋਂ ਸੁਣਿਆ ਵੀ ਕਪਾਟ ਖੁੱਲ ਗਿਆ, ਕਪਾਟ ਖੁੱਲ ਗਏ, ਕਪਾਟ ਖੁੱਲਣਾ ਕੀ ਹੁੰਦਾ? ਬਾਬਾ ਜੀ ਕਹਿੰਦੇ ਤੂੰ ਕੀ ਸਮਝਦਾ? ਕਹਿੰਦਾ ਜੀ ਦੱਸੋ ਵੀ ਇਹ ਕਪਾਟ ਕਿੱਦਾਂ, ਕੋਈ ਦਰਵਾਜ਼ਾ ਕੋਈ ਕਿੱਦਾਂ ਖੁੱਲਦਾ? ਤੇ ਸੰਤ ਅਤਰ ਸਿੰਘ ਜੀ ਕਹਿਣ ਲੱਗੇ, ਭਲਿਆ ਖੋਪੜੀ ਤੇ ਪਾੜ ਜਾਣ ਨੂੰ ਕਪਾਟ ਖੁੱਲਣਾ ਨਹੀਂ ਆਖਦੇ। ਕਹਿੰਦਾ ਬਾਬਾ ਜੀ ਫਿਰ ਹੋਰ ਇਹ ਕਪਾਟ ਕਿੱਦਾਂ ਖੁੱਲਦਾ? ਕਹਿੰਦੇ ਗੁਰਬਾਣੀ ਦਾ ਅਭਿਆਸ ਕਰਿਆ ਕਰ, ਉਸ ਅਭਿਆਸ ਦੇ ਨਾਲ ਅਗਿਆਨਤਾ ਦੂਰ ਹੋਵੇਗੀ, ਭਰਮ ਦੂਰ ਹੋਵੇਗਾ, ਅੰਧ ਵਿਸ਼ਵਾਸ ਦੂਰ ਹੋਵੇਗਾ। ਜਦੋਂ ਆਹ ਤਿੰਨ ਚੀਜ਼ਾਂ ਦੂਰ ਹੋਈਆਂ, ਤੇਰਾ ਕਪਾਟ ਖੁੱਲ ਜਾਵੇਗਾ। ਇਹਨਾਂ ਤਿੰਨ ਚੀਜ਼ਾਂ ਦਾ ਦੂਰ ਹੋਣਾ ਹੀ ਕਪਾਟ ਖੁੱਲਣਾ ਹੈ। ਕਹਿੰਦੇ ਹੋਰ ਕਪਾਟ ਖੁੱਲਣਾ ਕੋਈ ਏਦਾਂ ਨਹੀਂ ਵੀ ਵੱਡਾ ਸਾਰਾ ਦਰਵਾਜ਼ਾ ਖੁੱਲਣਾ ਹੈ ਜਾਂ ਖੋਪੜੀ ਪਾਟ ਜਾਣੀ ਹੈ ਜਾਂ ਏਦਾਂ ਹੋ ਜਾਣਾ। ਅੰਧ ਵਿਸ਼ਵਾਸ, ਅਗਿਆਨਤਾ ਤੇ ਭਰਮ ਦਾ ਦੂਰ ਹੋਣਾ ਅਸਲ ਕਪਾਟ ਖੁੱਲਣਾ, ਤੇ ਇਹ ਕਪਾਟ ਗੁਰਬਾਣੀ ਨਾਲ ਖੁੱਲਣਾ। ਸਤ ਸੰਗਤ ਜੀ, ਸਮੇਂ ਦੀਆਂ ਜਿਹੜੀਆਂ ਪੰਥਕ ਸਰਗਰਮੀਆਂ ਸੀ ਨਾ, ਉਹਨਾਂ ਦੇ ਵਿੱਚ ਵੀ ਬਾਬਾ ਜੀ ਵੱਧ ਚੜ ਕੇ ਹਿੱਸਾ ਲੈਂਦੇ ਹੁੰਦੇ। ਜੈਤੋ ਦਾ ਮੋਰਚਾ ਲੱਗਿਆ, 1926 ਦੇ ਵਿੱਚ ਫਤਿਹ ਹੋਇਆ। ਜਦੋਂ ਫਤਿਹ ਹੋਣਾ ਸੀ, ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ ਉੱਥੇ ਆਰੰਭ ਕੀਤੀ ਗਈ ਸੀ। ਸੰਪੂਰਨਤਾਈ ਤੇ ਸੰਤ ਅਤਰ ਸਿੰਘ ਜੀ ਨੂੰ ਉੱਥੇ ਸੱਦਾ ਦਿੱਤਾ ਗਿਆ ਸੀ ਤੇ ਬਾਬਾ ਜੀ ਕਾਲੀ ਦਸਤਾਰ ਸਜਾ ਕੇ, ਅੰਗਰੇਜ਼ਾਂ ਦੇ ਵਿਰੋਧ ਵਜੋਂ ਕਾਲੀ ਦਸਤਾਰ ਸਜਾ ਕੇ ਜੈਤੋ ਦੇ ਮੋਰਚੇ ਵਿੱਚ ਸ਼ਾਮਿਲ ਹੋਏ ਸੀ। ਔਰ ਉਸ ਥਾਂ ਤੇ ਬਾਬਾ ਜੀ ਨੇ ਜਾ ਕੇ ਸਿੱਖੀ ਦਾ ਪ੍ਰਚਾਰ, ਦੀਵਾਨ ਸਜਾਇਆ ਸੀ। ਉਸ ਤੋਂ ਬਾਅਦ ਵਿੱਚ ਦਿੱਲੀ ਦੀ ਸੰਗਤ ਨੇ ਬੇਨਤੀ ਕੀਤੀ, ਆਪ ਜੀ ਦਿੱਲੀ ਗਏ, ਬੰਗਲਾ ਸਾਹਿਬ ਦੀ ਧਰਤੀ ਦੇ ਉੱਪਰ ਦੀਵਾਨ ਸਜਾਇਆ। ਤੇ ਉਦੋਂ ਸਾਧ ਸੰਗਤ ਮਹਾਂਪੁਰਸ਼ਾਂ ਦੀ ਉਮਰ ਲਗਭਗ 61 ਸਾਲ ਨੂੰ ਢੁੱਕ ਗਈ ਸੀ ਔਰ ਜ਼ਿਆਦਾ ਸਮਾਂ ਚੌਕੜਾ ਲਾਉਣ ਦੇ ਨਾਲ ਸਰੀਰ ਦੇ ਉੱਪਰ ਇੱਕ ਰੋਗ ਵੀ ਆ ਗਿਆ ਸੀ। ਚਲਦਿਆਂ ਪੈਰ ਦੇ ਵਿੱਚ ਕੋਈ ਕੰਡਾ ਚੁਭਿਆ
ਤੇ ਪਾਣੀ ਰਿਸਣਾ ਸ਼ੁਰੂ ਹੋਇਆ ਤੇ ਉਹ ਜ਼ਖਮ ਇੰਨਾ ਬਣ ਗਿਆ ਵੀ ਉਹ ਠੀਕ ਨਾ ਹੋਇਆ। ਗੁਰਨਾਮ ਸਿੰਘ ਨਾਂ ਦਾ ਕੋਈ ਪ੍ਰੇਮੀ ਸੀ, ਦਿੱਲੀ ਦਾ ਰਹਿਣ ਵਾਲਾ। ਉਹਨੇ ਪੁੱਛਿਆ, ਕਹਿੰਦਾ ਬਾਬਾ ਜੀ ਆਪ ਜੀ ਦਾ ਸਰੀਰ ਹੁਣ ਦੁਰਬਲ ਹੁੰਦਾ ਜਾ ਰਿਹਾ ਹੈ। ਤੇ ਸੰਤ ਅਤਰ ਸਿੰਘ ਜੀ ਨੇ ਆਖਿਆ ਸੀ, ਭਲਿਆ ਅਸੀਂ ਤੇ ਸਰੀਰ ਹੈ ਹੀ ਨਹੀਂ, ਅਸੀਂ ਤੇ ਸਰੀਰ ਤੋਂ ਪਰਾਂ ਰਹਿਣ ਵਾਲੇ। ਇਹਨਾਂ ਸਰੀਰਾਂ ਦਾ ਕੀ ਹੈ, ਤੇ ਮਿਲਦੇ ਹੀ ਰਹਿੰਦੇ ਨੇ। ਤੇ ਕੱਪੜੇ ਨੇ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ, ਤੇ ਬਸਤਰਾਂ ਦੀ ਨਿਆਈ ਨੇ, ਇਹਨਾਂ ਤੋਂ ਉੱਪਰ ਉੱਠਣ ਦੀ ਕੋਸ਼ਿਸ਼ ਕਰੋ। ਬੜੇ ਇਲਾਜ ਕਰਵਾਏ, ਆਪਰੇਸ਼ਨ ਵੀ ਆਪ ਜੀ ਦੇ ਚਰਨਾਂ ਦਾ, ਪੈਰ ਦਾ ਹੋਇਆ ਸੀ, ਪਰ ਫਿਰ ਵੀ ਉਹ ਰੋਗ ਠੀਕ ਨਹੀਂ ਸੀ ਹੋਇਆ। ਇੱਕ ਡਾਕਟਰ ਨੇ ਆਪ ਜੀ ਨੂੰ ਸਲਾਹ ਦਿੱਤੀ ਸੀ, ਅੰਗਰੇਜ਼ੀ ਡਾਕਟਰ ਸੀ ਕੋਈ। ਉਹਨੇ ਆਖਿਆ ਸੀ, ਕਹਿੰਦਾ ਬਾਬਾ ਜੀ ਜਦੋਂ ਤੁਰਦੇ ਹੋ ਨਾ, ਉਦੋਂ ਥੋੜਾ ਜਿਹਾ ਖਿਆਲ ਰੱਖਿਓ, ਕੋਈ ਡੱਕਾ, ਕੋਈ ਕੰਡਾ, ਕੋਈ ਰੋੜ ਉਹ ਨਾ ਚੁੱਭ ਜਾਏ। ਜੇ ਜ਼ਖਮ ਹੋ ਗਿਆ ਤੇ ਠੀਕ ਨਹੀਂ ਹੋਣਾ। ਸ਼ਾਇਦ ਉਹਦੀ ਕਹੀ ਗੱਲ ਸੱਚੀ ਸੀ ਕਿ ਮਹਾਂਪੁਰਸ਼ਾਂ ਦੇ ਪੈਰ ਦੇ ਅੰਗੂਠੇ ਹੇਠਾਂ ਕੋਈ ਡੱਕਾ ਆਦਿਕ ਲੱਗਿਆ, ਜਿਹਦੇ ਨਾਲ ਜ਼ਖਮ ਇਦਾਂ ਦਾ ਹੋਇਆ ਸੀ ਜੋ ਮੁੜ ਕੇ ਠੀਕ ਨਹੀਂ ਸੀ ਹੋਇਆ। ਉੱਥੇ ਥੋੜੀ ਖੇਚਲ ਆਪ ਜੀ ਨੂੰ ਜ਼ਿਆਦਾ ਸੀ। ਉੱਥੋਂ ਬਾਲੇਆਲ ਆ ਗਏ, ਥੋੜਾ ਸਮਾਂ ਬਾਲੇਆਲ ਰਹੇ। ਉੱਥੇ ਵੀ ਬੜੇ ਡਾਕਟਰਾਂ ਨੇ ਆਪ ਜੀ ਦੇ ਪੈਰ ਦਾ ਇਲਾਜ ਕੀਤਾ, ਪਰ ਫਿਰ ਵੀ ਠੀਕ ਨਹੀਂ ਹੋਇਆ। ਉੱਥੋਂ ਫਿਰ ਆਪ ਜੀ ਨੂੰ ਸਰਦਾਰ ਗੋਬਿੰਦਰ ਸਿੰਘ ਸੰਗਰੂਰ ਦਾ ਰਹਿਣ ਵਾਲਾ, ਉਹਨੇ ਬੇਨਤੀ ਕੀਤੀ, ਕਹਿੰਦਾ ਬਾਬਾ ਜੀ ਕਿਰਪਾ ਕਰੋ, ਆਪ ਜੀ ਮੇਰੀ ਕੋਠੀ ਵਿੱਚ ਚਾਲੇ ਪਾਓ। ਬਾਬਾ ਜੀ ਕਹਿਣ ਲੱਗੇ, ਭਾਈ 5-7 ਦਿਨ ਠਹਿਰ ਜਾਂਦਾ। ਕਹਿੰਦਾ ਨਹੀਂ ਜੀ, ਹੁਣੇ ਚੱਲੋ। ਕਹਿੰਦੇ ਭਾਈ ਇੱਕ ਸ਼ਰਤ ਹੈ, ਆਪਰੇਸ਼ਨ ਕਰਾਉਣ ਨੂੰ ਨਾ ਆਖੀ ਤੇ ਚਲੇ ਚੱਲਦੇ ਆ। ਕਹਿੰਦਾ ਜੀ ਚਲੋ। ਉਹਦੀ ਕੋਠੀ ਵਿੱਚ ਆਏ ਸਾਧ ਸੰਗਤ, ਤੇ ਉਹ ਜਿਹੜੇ ਅੰਤਿਮ 5-4 ਦਿਨ ਸੰਤ ਅਤਰ ਸਿੰਘ ਜੀ ਨੇ ਕੱਟੇ ਨਾ, ਸਰੀਰ ਕਰਕੇ ਆਪ ਜੀ ਨੂੰ ਬੜੀ ਖੇਚਲ ਹੋਈ ਸੀ। ਇੱਕ ਪ੍ਰੇਮੀ ਨੇ ਤੇ ਕਹਿ ਵੀ ਦਿੱਤਾ ਸੀ, ਕਹਿੰਦਾ ਬਾਬਾ ਜੀ ਜ਼ਖਮ ਇੰਨਾ ਵੱਡਾ ਹੈ, ਪੈਰ ਆਪ ਜੀ ਦਾ ਸਾਰਾ ਚੀਰਿਆ ਪਿਆ ਔਰ ਪੱਟੀਆਂ ਨਾਲ, ਟਾਂਕਿਆਂ ਨਾਲ ਸੀਤਾ ਪਿਆ, ਬੜਾ ਦਰਦ ਹੁੰਦਾ ਹੋਵੇਗਾ। ਸੰਤ ਅਤਰ ਸਿੰਘ ਜੀ ਕਹਿਣ ਲੱਗੇ, ਭਾਈ ਸੁਖ ਦੁੱਖ ਦੋਨੋਂ ਸਮ ਕਰ ਜਾਣੈ, ਖੋਜੈ ਪਦ ਨਿਰਬਾਨਾ। ਕਹਿਣ ਲੱਗੇ, ਗੁਰੂ ਮਹਾਰਾਜ ਤੇ ਸਾਨੂੰ ਇਹੋ ਸਮਝਾਉਂਦੇ ਪਏ ਨੇ, ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਭੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਅਸੀਂ ਤੇ ਹੁਣ ਵੀ ਉਹਦੀ ਰਜ਼ਾ ਵਿੱਚ ਹਾਂ, ਅਸੀਂ ਤੇ ਹੁਣ ਵੀ ਉਹਦੇ ਭਾਣੇ ਵਿੱਚ ਹਾਂ। ਜੇ ਖੇਚਲ ਹੁੰਦੀ ਹੈ ਤਾਂ ਵੀ ਕੀ ਹੈ, ਇਹ ਵੀ ਉਸ ਪ੍ਰਮਾਤਮਾ ਦੀ ਇੱਕ ਬਖਸ਼ਿਸ਼ ਹੈ, ਇਹ ਵੀ ਉਹਨਾਂ ਦੀ ਇੱਕ ਕਿਰਪਾ ਹੈ। ਭਾਣਾ ਵਿਧੇ ਏਦਾਂ ਬਣਨੀ ਹੈ। ਸੋ ਕਾਫੀ ਖੇਚਲ, ਬਹੁਤੀ ਜ਼ਿਆਦਾ ਖੇਚਲ ਮਹਿਸੂਸ ਹੋਈ। ਸਤ ਸੰਗਤ ਜੀ ਵੇਖ ਕੇ ਬੜੀ ਹੈਰਾਨੀ ਹੁੰਦੀ ਬਈ ਸੰਤ ਅਤਰ ਸਿੰਘ ਸਾਹਿਬ ਜੀ ਦੀ ਬਰਸੀ ਜਦੋਂ ਮਨਾਈ ਜਾਂਦੀ ਉਹਨਾਂ ਦੇ ਅਸਥਾਨ ਦੇ ਉੱਪਰ, ਤੇ ਉਸ ਵੇਲੇ ਹੁਣ ਉਹ ਜਿਹੜੇ 4-5 ਦਿਨ ਨੇ, ਉਹਨਾਂ ਦਿਨਾਂ ਦੇ ਵਿੱਚ ਆਪ ਜੀ ਇੰਨੇ ਮਤਲਬ ਸਰੀਰ ਕਰਕੇ ਬੜੀ ਖੇਚਲ, ਬੜਾ ਦੁੱਖ ਮਹਿਸੂਸ ਹੋਇਆ। ਭਾਵੇਂ ਆਪ ਜੀ ਨੇ ਉਹਨੂੰ ਵਿਅਕਤ ਨਹੀਂ ਕੀਤਾ, ਉਹਨੂੰ ਮਹਿਸੂਸ ਨਹੀਂ ਕੀਤਾ, ਪਰ ਫਿਰ ਵੀ ਮਹਿਸੂਸ ਹੋਇਆ। ਪਰ ਫਿਰ ਵੀ ਉਹ ਦੁੱਖ ਤੇ ਆਇਆ। ਪਰ ਉਸ ਦੁੱਖ ਨੂੰ ਨਾ ਦੇਖਦੇ ਹੋਏ ਅੱਜ ਉਹ ਜਿਹੜੀ ਬਰਸੀ ਆ ਉਹ ਮੇਲੇ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ, ਔਰ ਉੱਥੇ ਝੂਲੇ ਲੱਗਦੇ, ਹਾ ਹਾ ਹੀ ਹੀ ਲੋਕ ਕਰਦੇ ਨੇ, ਉਹ ਚੀਜ਼ ਨੂੰ ਮਹਿਸੂਸ ਨਹੀਂ ਕਰ ਰਹੇ। ਵੀਰ ਦਵਿੰਦਰ ਸਿੰਘ ਦੀ ਲਿਖੀ ਹੋਈ ਇੱਕ ਲਿਖਤ ਮੈਂ ਪੜ੍ਹੀ ਸੀ। ਆਪਾਂ ਕਿਸੇ ਪੱਖ ਤੋਂ ਕਿਸੇ ਪਾਰਟੀਬਾਜ਼ੀ ਨਾਲ ਸੰਬੰਧ ਨਹੀਂ ਨਾ ਰੱਖਦੇ। ਉਹਨਾਂ ਨੇ ਇੱਕ ਬੜੀ ਕਮਾਲ ਦੀ ਗੱਲ ਲਿਖੀ। ਉਹ ਕਹਿੰਦੇ, ਮੈਨੂੰ ਕਿਸੇ ਵਿਦੇਸ਼ ਦੇ ਵਿੱਚ ਬੋਲਣ ਦਾ ਸਮਾਂ ਮਿਲਿਆ ਔਰ ਉਹਨਾਂ ਨੇ ਟੌਪਿਕ ਦਿੱਤਾ ਵੀ ਤੁਸੀਂ ਆਪਣੇ ਧਰਮ ਦੀ ਕੋਈ ਗੱਲ ਸਾਂਝੀ ਕਰੋ। ਕਹਿੰਦੇ ਉਹ ਅੰਗਰੇਜ਼ ਸੀ, ਬੈਠੇ ਸੁਣ ਰਹੇ ਸੀ, ਤੇ ਮੈਂ ਛੋਟੇ ਸਾਹਿਬਜ਼ਾਦਿਆਂ ਦੀ ਸਾਖੀ ਸ਼ੁਰੂ ਕਰ ਲਈ ਇੰਗਲਿਸ਼ ਦੇ ਵਿੱਚ। ਕਹਿੰਦੇ ਜਿਉਂ-ਜਿਉਂ ਮੈਂ ਬੋਲ ਰਿਹਾ ਸੀ, ਦੱਸ ਰਿਹਾ ਸੀ ਬਈ ਇਦਾਂ ਇਦਾਂ ਹੋਇਆ, ਉਹ ਜਲਾਦ ਫੜ ਕੇ ਲੈ ਕੇ ਗਏ। ਵੀਰ ਦਵਿੰਦਰ ਸਿੰਘ ਕਹਿੰਦੇ ਮੈਂ ਬੋਲੀ ਜਾਣਾ, ਤੇ ਪਹਿਲੀ ਕਤਾਰ ਦੇ ਵਿੱਚ ਇੱਕ ਅੰਗਰੇਜ਼ ਔਰਤ, ਉਹਦੇ ਨਾਲ ਉਹਦੇ 2 ਬੇਟੇ ਬੈਠੇ ਨੇ, ਇੱਕ ਸੱਜੇ ਇੱਕ ਖੱਬੇ। ਕਹਿੰਦੇ ਜਿਉਂ-ਜਿਉਂ ਮੈਂ ਦੱਸ ਰਿਹਾ ਸੀ ਨਾ, ਤਿਉਂ-ਤਿਉਂ ਉਹ ਅੰਗਰੇਜ਼ ਔਰਤ ਆਪਣੇ ਬੱਚਿਆਂ ਨੂੰ ਗਲਵੱਕੜੀ ਵਿੱਚ ਲੈ ਕੇ ਘੁੱਟੀ ਜਾ ਰਹੀ ਸੀ। ਉਹ ਮਹਿਸੂਸ ਕਰ ਰਹੀ ਸੀ ਉਹ ਚੀਜ਼ ਨੂੰ। ਔਰ ਜਦੋਂ ਮੈਂ ਇਹ ਗੱਲ ਦੱਸੀ ਬਈ ਇਦਾਂ ਉਹਨਾਂ ਨੇ ਦੀਵਾਰ ਚਿਣਨੀ ਸ਼ੁਰੂ ਕਰ ਦਿੱਤੀ, ਦੀਵਾਰ ਚਿਣਨ ਤੋਂ ਉਪਰੰਤ ਸਾਹਿਬਜ਼ਾਦਿਆਂ ਤੇ ਵਾਰ ਕੀਤੇ, ਤੇ ਦਵਿੰਦਰ ਸਿੰਘ ਕਹਿੰਦੇ ਉਹ ਚੀਖ ਉੱਠੀ ਔਰ ਕਹਿਣ ਲੱਗੀ, ਇੱਥੇ ਬੰਦ ਕਰ ਦੇ, ਮੇਰੇ ਤੋਂ ਸੁਣਿਆ ਨਹੀਂ ਜਾ ਰਿਹਾ, ਜੋ ਤੁਸੀਂ ਦੱਸ ਰਹੇ ਹੋ ਨਾ ਮੈਂ ਸੁਣ ਨਹੀਂ ਸਕਦੀ। ਕਹਿੰਦੇ ਮੈਂ ਮਾਣ ਮਹਿਸੂਸ ਕੀਤਾ ਵੀ ਸਾਡੇ ਧਰਮ 'ਚ ਇੰਨੀਆਂ ਵੱਡੀਆਂ ਸ਼ਹਾਦਤਾਂ ਹੋਈਆਂ, ਇਹ ਲੋਕ ਸੁਣ ਵੀ ਨਹੀਂ ਸਕਦੇ। ਪਰ ਕਹਿੰਦੇ ਵਿੱਚੋਂ ਇੱਕ ਮੁਸਲਿਮ ਨੇ ਮੈਨੂੰ ਸਵਾਲ ਖੜਾ ਕਰ ਦਿੱਤਾ। ਉਹਨੇ ਆਖਿਆ ਬਈ ਦਵਿੰਦਰ ਜੀ, ਸਾਡੇ ਇੱਕ ਕਰਬਲਾ ਦੀ ਲੜਾਈ ਹੋਈ, ਉਸ ਲੜਾਈ ਦੇ ਵਿੱਚ ਇੱਕ ਬੱਚੇ ਨੂੰ ਮਾਰਿਆ ਗਿਆ ਸੀ, ਸ਼ਹੀਦ ਕੀਤਾ ਗਿਆ ਸੀ ਕੁੱਟ-ਕੁੱਟ ਕੇ। ਅੱਜ ਵੀ ਜਦੋਂ ਉਹ ਦਿਨ ਆਉਂਦਾ ਹੈ, ਉਹ ਸਮਾਂ ਆਉਂਦਾ ਹੈ,
ਅਸੀਂ ਆਪਣੇ ਸਰੀਰ ਦੇ ਉੱਪਰ ਸੰਗਲਾਂ ਦੇ ਵਾਰ ਕਰਕੇ ਉਹ ਚੀਜ਼ ਨੂੰ ਮਹਿਸੂਸ ਕਰਦੇ ਹਾਂ। ਕਹਿੰਦੇ ਦਵਿੰਦਰ ਜੀ ਤੁਸੀਂ ਸਾਨੂੰ ਦੱਸੋ, ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਮਾਂ ਆਉਂਦਾ ਤੁਸੀਂ ਉਦੋਂ ਕੀ ਕਰਦੇ ਹੋ? ਤੁਸੀਂ ਉਹ ਸਮੇਂ ਨੂੰ ਕਿੱਦਾਂ ਮਹਿਸੂਸ ਕਰਦੇ ਹੋ? ਤੇ ਦਵਿੰਦਰ ਸਿੰਘ ਕਹਿਣ ਲੱਗੇ ਮੇਰਾ ਸਿਰ ਝੁਕ ਗਿਆ। ਹੁਣ ਕੀ ਦੱਸਾਂ ਇਹਨਾਂ ਨੂੰ, ਅਸੀਂ ਕੀ ਮਹਿਸੂਸ ਕਰਦੇ ਹਾਂ ਉਸ ਵੇਲੇ? ਅਸੀਂ ਮੇਲਿਆਂ 'ਚ ਫਿਰਦੇ ਹਾਂ, ਅਸੀਂ ਉੱਥੇ ਲੰਗਰ ਛਕਦੇ ਹਾਂ, ਅਸੀਂ ਉੱਥੇ ਝੂਲਿਆਂ ਤੇ ਝੂਟੇ ਲੈਂਦੇ ਹਾਂ। ਸਾਨੂੰ ਤੇ ਅਜੇ ਤੱਕ ਇਹ ਨਹੀਂ ਪੱਕਾ ਪਤਾ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਮਾਂ ਕੀ ਸੀ। ਕੋਈ ਸਵੇਰੇ 9 ਵਜੇ ਦੱਸ ਰਿਹਾ, ਕੋਈ 10 ਵਜੇ ਦੱਸ ਰਿਹਾ, ਕੋਈ 11 ਵਜੇ ਦੱਸ ਰਿਹਾ। ਸਾਡੇ ਤੱਕ ਤੇ ਪੂਰਾ ਇਤਿਹਾਸ ਨਹੀਂ ਸਾਧ ਸੰਗਤ ਪਹੁੰਚ ਸਕਿਆ। ਕੋਸ਼ਿਸ਼ ਆਪਾਂ ਇਹ ਕਰਨੀ, ਯਤਨ ਆਪਾਂ ਇਹ ਕਰਨਾ ਵੀ ਜਦੋਂ ਸਾਡੇ ਇਤਿਹਾਸਿਕ ਦਿਹਾੜੇ ਆਉਂਦੇ ਨੇ ਨਾ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਹਾੜਾ ਆਉਂਦਾ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੁੰਦਾ ਵੀ ਸਵੇਰੇ 10:15 ਵਜੇ ਸਾਰਿਆਂ ਨੇ 15 ਮਿੰਟ ਸਿਮਰਨ ਕਰਨਾ ਹੈ। ਉਹ ਜਾਂ ਤੇ ਹਰ ਇੱਕ ਘਰ ਵਿੱਚ ਪਹੁੰਚ ਨਹੀਂ ਸਕਦਾ, ਜਾਂ ਫਿਰ ਜਿੱਥੇ ਪਹੁੰਚਦਾ ਕੋਈ ਉਹਨੂੰ ਮੰਨਦਾ ਨਹੀਂ। ਕਿਹੜਾ 15 ਮਿੰਟ ਕੱਢਦਾ ਸਾਹਿਬਜ਼ਾਦਿਆਂ ਲਈ ਜਿਨ੍ਹਾਂ ਨੇ ਸਾਡੇ ਲਈ ਇੰਨੇ ਪੂਰਨੇ ਪਾਏ। ਚਮਕੌਰ ਸਾਹਿਬ ਦੀ ਧਰਤੀ ਤੇ ਸ਼ਹੀਦ ਹੋਏ ਸਿੰਘਾਂ ਦੇ ਲਈ ਅਸੀਂ ਕੀ ਦੇ ਰਹੇ ਹਾਂ? ਕੇਸਾਂ ਨੂੰ ਕਤਲ ਕਰਵਾ ਕੇ, ਫੈਸ਼ਨ ਪ੍ਰਸਤੀ ਦੇ ਪਿੱਛੇ ਲੱਗ ਕੇ ਅਸੀਂ ਇਹ ਮੁੱਲ ਤਾਰ ਰਹੇ ਹਾਂ ਉਹਨਾਂ ਦਾ। ਤਾਂ ਸਾਧ ਸੰਗਤ ਬੇਨਤੀ ਮੈਂ ਇਹ ਕਰ ਰਿਹਾ ਸੀ ਵੀ ਜਦੋਂ ਕਿਉਂਕਿ ਗੁਰੂ ਸਾਹਿਬ ਦੇ ਅਨੰਨ ਸਿੱਖ ਨੇ ਸੰਤ ਅਤਰ ਸਿੰਘ ਜੀ, ਔਰ ਉਹਨਾਂ ਨੇ ਅਖੀਰਲੇ 4-5 ਦਿਨਾਂ ਦੇ ਵਿੱਚ ਸਰੀਰ ਦੇ ਉੱਪਰ ਬੜੀ ਖੇਚਲ ਮਹਿਸੂਸ ਕੀਤੀ। ਤੇ ਆਪਾਂ ਕੋਸ਼ਿਸ਼ ਇਹ ਕਰਨੀ ਜਦੋਂ ਉਹਨਾਂ ਦੀ ਯਾਦ ਮਨਾਉਣੀ ਤੇ ਉਦੋਂ ਉਹ ਚੀਜ਼ ਨੂੰ ਆਪਾਂ ਨੇ ਸਾਹਮਣੇ ਰੱਖ ਕੇ ਯਾਦ ਮਨਾਉਣੀ ਹੈ ਬਈ ਉਦੋਂ ਕੋਈ ਏਦਾਂ ਦਾ ਕਰਮ ਨਾ ਹੋਵੇ ਵੀ ਉਹ ਮੇਲੇ ਦਾ ਰੂਪ ਧਾਰਨ ਕਰ ਜਾਵੇ ਜਾਂ ਉੱਥੇ ਕੇਵਲ ਹਾਹਾ ਹੀ ਬਸ ਉਹ ਚੀਜ਼ਾਂ ਹੀ ਰਹਿ ਜਾਣ। ਸੋ ਸਾਧ ਸੰਗਤ 31 ਜਨਵਰੀ 1927 ਦਾ ਦਿਨ ਆਇਆ। ਰਾਤ ਦਾ ਕੋਈ ਵੇਲਾ ਸੀ, ਲਗਭਗ 1 ਵਜੇ ਦਾ। ਮਹਾਂਪੁਰਸ਼ਾਂ ਦੇ ਨਬਜ਼ ਬਿਲਕੁਲ ਹੌਲੀ 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 ਹੁੰਦੀ ਹੋਈ ਰੁਕ ਗਈ ਸੀ। ਔਰ ਜੋ ਆਸੇ-ਪਾਸੇ ਸੇਵਾਦਾਰ ਸੀ ਉਹਨਾਂ ਨੇ ਦੱਸਿਆ, ਕਹਿੰਦੇ ਇੱਕਦਮ ਚਾਨਣ ਹੋਇਆ ਸੀ ਤੇ ਜਦੋਂ ਦਰਵਾਜ਼ਾ ਖੋਲ ਕੇ ਵੇਖਿਆ ਸੀ ਤਦ ਨੂੰ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਦੀ ਅਵਸਥਾ ਨੂੰ ਪਹੁੰਚ ਗਏ ਸੀ। ਔਰ ਫਿਰ ਉਹਨਾਂ ਦਾ ਸਰੀਰ ਇੱਕ ਗੱਡੀ ਦੇ ਰਾਹੀਂ ਸੰਗਰੂਰ ਤੋਂ ਮਸਤੂਆਣਾ ਸਾਹਿਬ ਲਿਆਂਦਾ ਗਿਆ। ਉੱਥੇ ਮਹਾਂਪੁਰਸ਼ਾਂ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ। ਸੰਸਕਾਰ ਦੇ ਉੱਪਰ ਪ੍ਰਿੰਸੀਪਲ ਜੋਧ ਸਿੰਘ ਜੀ ਹੋਰੀ ਔਰ ਹੋਰ ਬੜੇ ਵੱਡੇ ਵੱਡੇ ਵਿਦਵਾਨ ਪਹੁੰਚੇ। ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਵੀ ਆਏ। ਵਿਦਵਾਨਾਂ ਨੇ ਲਿਖਿਆ, ਕਹਿੰਦੇ ਜਦੋਂ ਦੁਸ਼ਹਿਰੇ ਦਾ ਦਿਨ ਸੀ ਨਾ, ਸੰਸਕਾਰ ਤੋਂ ਬਾਅਦ ਵਿੱਚ ਪਾਠ ਰੱਖਿਆ ਗਿਆ। 10ਵੇਂ ਦਿਨ ਉਹਦੀ ਸਮਾਪਤੀ ਹੋਣੀ ਸੀ। ਮਹਾਂਪੁਰਸ਼ਾਂ ਦੀ ਯਾਦ ਵਿੱਚ ਪਾਠ ਰੱਖਿਆ ਗਿਆ ਤੇ ਉਦੋਂ ਸੰਗਤਾਂ ਦਾ ਇਕੱਠ, ਸਾਧ ਸੰਗਤ ਇੰਨਾ ਸੀ। ਹੁਣ ਵੇਖੋ ਸੰਤ ਅਤਰ ਸਿੰਘ ਜੀ ਦਾ ਪ੍ਰੇਮ ਕਿੰਨਾ ਸੀ ਇਲਾਕੇ ਵਿੱਚ। ਸੰਗਤਾਂ ਦਾ ਇਕੱਠ ਇੰਨਾ ਸੀ, 80 ਕੜਾਹੇ ਕੜਾਹ ਪ੍ਰਸ਼ਾਦ ਦੀ ਦੇਗ ਦੇ ਵਰਤੇ ਸੀ। ਔਰ ਕਹਿੰਦੇ ਉਹ ਇਕੱਠ ਮਾਲਵੇ ਦੀ ਧਰਤੀ ਤੇ ਹੁਣ ਤੱਕ ਦਾ ਪਹਿਲਾ ਇਕੱਠ ਹੈ। ਇੰਨੀ ਸੰਗਤ ਨਾ ਤੇ ਪਹਿਲਾਂ ਕਦੀ ਵੇਖੀ ਗਈ ਔਰ ਨਾ ਹੀ ਵੇਖੀ ਜਾਣੀ। 80 ਕੜਾਹੇ ਦੇਗ ਦੇ ਵਰਤੇ ਔਰ ਰਾਤ ਨੂੰ 11 ਵਜੇ ਤੱਕ ਲੰਗਰ ਵਰਤਦਾ ਰਿਹਾ ਤਾਂ ਵੀ ਸਾਰਿਆਂ ਨੇ ਭੋਜਨ ਨਹੀਂ ਸੀ ਛਕਿਆ। ਔਰ ਉਹ ਜੋ ਸਾਰਾ ਪ੍ਰਬੰਧ ਸੀ ਮਹਾਰਾਜਾ ਨਾਭਾ ਸਰਦਾਰ ਰਿਪਦਮਨ ਸਿੰਘ ਨੇ ਕੀਤਾ ਸੀ। ਸਾਰੇ ਦਾ ਸਾਰਾ ਖਰਚ ਸੰਗਤ ਦੇ ਰਹਿਣ ਦਾ, ਆਉਣ ਦਾ ਔਰ ਲੰਗਰ ਦਾ ਔਰ ਦੇਗ ਦਾ, ਜੋ ਪਾਠ ਦਾ ਸਾਰਾ ਪ੍ਰਬੰਧ ਮਹਾਰਾਜਾ ਰਿਪਦਮਨ ਸਿੰਘ ਨੇ ਆਪਣੇ ਵੱਲੋਂ ਕੀਤਾ ਸੀ। ਕਿਉਂਕਿ ਸੰਤ ਅਤਰ ਸਿੰਘ ਜੀ ਨੇ ਜਦੋਂ ਸਰੀਰ ਨੂੰ ਤਿਆਗਣਾ ਸੀ ਉਦੋਂ ਬਾਬਾ ਜੀ ਤੋਂ ਪੁੱਛਿਆ ਗਿਆ ਸੀ, ਕਿਸੇ ਪ੍ਰੇਮੀ ਨੇ ਪੁੱਛਿਆ, ਕਹਿੰਦਾ ਬਾਬਾ ਜੀ ਜਾਣ ਤੋਂ ਪਹਿਲਾਂ ਆਪਣੀ ਜੋਤ, ਆਪਣੀ ਗੱਦੀ ਕਿਹਨੂੰ ਦੇ ਕੇ ਜਾਓਗੇ? ਜ਼ਿਆਦਾਤਰ ਡੇਰਿਆਂ ਗੁਰਦੁਆਰਿਆਂ ਦੇ ਵਿੱਚ ਸਾਧੂ ਸੰਤਾਂ ਵਾਲਾ ਜਿੱਥੇ ਹਿਸਾਬ ਕਿਤਾਬ ਹੁੰਦਾ ਉੱਥੇ ਸਾਧ ਸੰਗਤ ਗੱਦੀਦਾਰੀ ਸਿਸਟਮ ਚੱਲ ਪੈਂਦਾ। ਸੰਤ ਅਤਰ ਸਿੰਘ ਜੀ ਨੂੰ ਪੁੱਛਿਆ ਗੱਦੀ ਕਿਹਨੂੰ ਦੇ ਕੇ ਜਾਓਗੇ? ਤੇ ਬਾਬਾ ਜੀ ਕਹਿੰਦੇ ਭਾਈ ਨਾ ਗੱਦੀ ਕਿਸੇ ਤੋਂ ਲਈ ਤੇ ਨਾ ਕਿਸੇ ਨੂੰ ਦੇਣੀ। ਗੁਰੂ ਮਹਾਰਾਜ ਜੀ ਨੇ ਸਾਨੂੰ ਸੇਵਾ ਦਿੱਤੀ ਤੇ ਸਾਡੇ ਤੋਂ ਸੇਵਾ ਕਰਵਾ ਲਈ। ਅੱਗੇ ਜਿਹਦੇ ਤੋਂ ਸੇਵਾ ਲੈਣੀ ਹੋਵੇਗੀ ਪਾਤਸ਼ਾਹ ਆਪੇ ਉਹਨੂੰ ਸੇਵਾ ਬਖਸ਼ ਦੇਣਗੇ। ਕਹਿੰਦੇ ਅਸੀਂ ਨਾ ਗੱਦੀ ਲਈ ਹੈ ਤੇ ਨਾ ਅਸੀਂ ਗੱਦੀ ਦੇਣੀ ਹੈ। ਇਹ ਮਸਤੂਆਣਾ ਸਾਹਿਬ, ਇਹ ਗੁਰਸਾਗਰ ਸਾਹਿਬ, ਇਹ ਕਾਲਜ, ਇਹ ਸਕੂਲ ਜੋ ਇੱਥੇ ਚੱਲ ਰਿਹਾ ਹੈ ਇਹ ਪੰਥ ਦੀ ਅਮਾਨਤ ਹੈ। ਪੰਥ ਹੀ ਇਹਨੂੰ ਸੰਭਾਲੇਗਾ। ਬਾਬਾ ਜੀ ਨੇ ਆਪਣਾ ਚਲਾਣਾ ਕਰਨ ਤੋਂ ਪਹਿਲਾਂ ਇੱਕ 5 ਮੈਂਬਰੀ ਕਮੇਟੀ ਬਣਾ ਦਿੱਤੀ ਸੀ ਜਿਹਦਾ ਪ੍ਰਧਾਨ ਸਰਦਾਰ ਸੇਵਾ ਸਿੰਘ ਠੀਕਰੀ ਵਾਲਾ ਨੂੰ ਬਣਾਇਆ ਗਿਆ। ਇਹ ਸਰਦਾਰ ਸੇਵਾ ਸਿੰਘ ਠੀਕਰੀ ਵਾਲਾ ਇਹਨਾਂ ਨੇ ਵੀ ਸੰਤ ਅਤਰ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ। ਔਰ ਇੱਕ ਹੋਰ ਬੜੀ ਵੱਡੀ ਸ਼ਖਸੀਅਤ ਦਾ ਨਾਮ ਲੈਣਾ ਭੁੱਲ ਗਿਆ ਸੀ, ਗਿਆਨੀ ਪ੍ਰਤਾਪ ਸਿੰਘ ਜੀ।
ਜਿਨ੍ਹਾਂ ਨੇ ਸੰਤ ਬਾਬਾ ਅਤਰ ਸਿੰਘ ਜੀ ਤੋਂ ਅੰਮ੍ਰਿਤ ਛਕਿਆ, ਸਿੱਖੀ ਵਿੱਚ ਪ੍ਰਵੇਸ਼ ਕੀਤੇ ਔਰ ਇਸ ਹੱਦ ਤੱਕ ਪ੍ਰਵੇਸ਼ ਕਰ ਗਏ ਕਿ ਬੜੇ ਵੱਡੇ ਵਿਦਵਾਨ ਬਣੇ। ਵਿਦਵਾਨ ਦੇ ਨਾਲ ਨਾਲ ਸਾਡੀ ਸਰਬ ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਉਹ ਰਹੇ ਨੇ। ਇੰਨੇ ਵੱਡੇ ਵੱਡੇ ਗੁਣੀ ਗਿਆਨੀ ਮਹਾਂਪੁਰਖਾਂ ਨੇ ਸੋ ਉਹ ਜੋ ਸੀ ਉਹਨਾਂ ਨੂੰ ਤਿਆਰ ਕੀਤਾ ਸੀ ਸਿੱਖ ਪੰਥ ਦੀ ਸੇਵਾ ਦੇ ਲਈ। ਸਰਦਾਰ ਸੇਵਾ ਸਿੰਘ ਠੀਕਰੀ ਵਾਲਾ ਨੂੰ ਪਹਿਲਾ ਪ੍ਰਧਾਨ ਕੌਂਸਲ ਦਾ ਬਣਾਇਆ ਗਿਆ ਸੀ। ਬਾਬਾ ਅਤਰ ਸਿੰਘ ਜੀ ਆਪ ਉਸ ਕੌਂਸਲ ਤੋਂ ਲਗਭਗ ਬਾਹਰ ਰਹੇ ਸੀ। ਪੰਥ ਦੀ ਅਮਾਨਤ ਬਣਾ ਕੇ ਪੰਥ ਨੂੰ ਸੁਪੁਰਦ ਕਰਕੇ ਆਪ ਚਾਲਾ ਪਾ ਗਏ ਸੀ। ਸੋ ਸਾਧ ਸੰਗਤ ਆਪਾਂ ਪੂਰਾ ਜੀਵਨ ਸੰਤ ਅਤਰ ਸਿੰਘ ਜੀ ਦਾ ਸਾਂਝਾ ਕੀਤਾ ਹੈ। ਪੂਰੇ ਜੀਵਨ ਦੇ ਵਿੱਚੋਂ ਕਿਤੋਂ ਵੀ ਕੋਈ ਬਚਨ ਇਦਾਂ ਦਾ ਨਹੀਂ ਮਿਲਦਾ ਕਿ ਬਾਬਾ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਤੋਂ ਬਾਹਰ ਜਾਣਾ ਕੀਤਾ ਹੋਵੇ। 1925 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਹਿਤ ਮਰਿਆਦਾ ਲਾਗੂ ਹੋਈ। ਉਹਦਾ ਖਰੜਾ ਜਿਹੜਾ ਤਿਆਰ ਹੋਇਆ ਸੀ ਨਾ, ਉਹਦੇ ਜਿਹੜੇ ਕਨਵੀਨਰ ਸੀ, ਰਹਿਤ ਮਰਿਆਦਾ ਕੋਰ ਕਮੇਟੀ ਦੇ ਜਿਹੜੇ ਕਨਵੀਨਰ ਸੀ, ਉਹ ਜ਼ਬਾਨੀ ਦੱਸਦੇ ਐ, ਕਹਿੰਦੇ ਅਸੀਂ ਸੰਤ ਅਤਰ ਸਿੰਘ ਜੀ ਦੇ ਕੋਲ ਖਰੜਾ ਲੈ ਕੇ ਆਏ। ਸਾਰੀ ਰਹਿਤ ਮਰਿਆਦਾ, ਅਜੋਕੀ ਰਹਿਤ ਮਰਿਆਦਾ ਜੋ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਨਿਤ ਹੈ, ਔਰ ਉਹ ਰਹਿਤ ਮਰਿਆਦਾ ਲੈ ਕੇ ਸੰਤ ਅਤਰ ਸਿੰਘ ਜੀ ਨੂੰ ਪੜ੍ਹਾਈ ਔਰ ਬਾਬਾ ਜੀ ਨੂੰ ਪੁੱਛਿਆ ਵੀ ਬਾਬਾ ਜੀ ਜੇ 'ਚ ਕੋਈ ਵਾਧ ਘਾਟ ਕਰਨੀ ਤਾਂ ਆਪ ਜੀ ਦੱਸ ਦਿਓ, ਕੋਈ ਰਾਏ ਦੇਣੀ ਤਾਂ ਵੀ ਦੱਸ ਦਿਓ। ਸੰਤ ਅਤਰ ਸਿੰਘ ਜੀ ਨੇ ਸਾਰੀ ਸੁਣ ਕੇ ਇੱਕ ਗੱਲ ਆਖੀ ਸੀ, ਕਹਿੰਦੇ ਭਾਈ ਟਕਸਾਲ ਨੂੰ ਇਹ ਮਰਿਆਦਾ ਪ੍ਰਵਾਨ ਹੈ, ਬਈ ਉਹਨਾਂ ਨੇ ਪ੍ਰਵਾਨਗੀ ਦੇ ਦਿੱਤੀ। ਤੇ ਕਨਵੀਨਰ ਜੀ ਕਹਿਣ ਲੱਗੇ ਹਾਂਜੀ ਟਕਸਾਲ ਨੇ ਪ੍ਰਵਾਨਗੀ ਦੇ ਦਿੱਤੀ। ਸੰਤ ਅਤਰ ਸਿੰਘ ਜੀ ਕਹਿੰਦੇ ਬਸ ਫਿਰ ਅਸੀਂ ਵੀ ਪ੍ਰਵਾਨਗੀ ਦਿੰਨੇ ਆ, ਅਸੀਂ ਵੀ ਕੋਈ ਵਾਧਾ ਘਾਟਾ ਇਹਦੇ ਵਿੱਚ ਨਹੀਂ ਕਰਨਾ। ਇਹ ਮਰਿਆਦਾ ਜੋ ਪੰਥ ਨੂੰ ਮਨਜ਼ੂਰ ਹੈ ਸਾਨੂੰ ਵੀ ਮਨਜ਼ੂਰ ਹੈ। ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਜੋ ਹੈ ਉਹ ਗੁਰਸਾਗਰ ਸਾਹਿਬ ਤੇ ਉਸੇ ਤਰ੍ਹਾਂ ਲਾਗੂ ਕੀਤੀ ਗਈ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਕਾਸ਼ਿਤ ਹੋਈ ਹੈ। ਤੇ ਬਾਬਾ ਜੀ ਦਾ ਲਾਇਆ ਹੋਇਆ ਉਹ ਬੂਟਾ ਅੱਜ ਵੀ ਦਿਨ ਦੁਗਣੀ ਰਾਤ ਚੌਗਣੀ ਜੋ ਹੈ ਬੁਲੰਦੀ ਔਰ ਪੰਥ ਦੀ ਸੇਵਾ ਦੇ ਵੱਲ ਜਾ ਰਿਹਾ ਹੈ। ਸੋ ਸਾਧ ਸੰਗਤ ਜੀ ਆਪਾਂ ਕੋਸ਼ਿਸ਼ ਕਰਨੀ ਹੈ ਸੰਤ ਅਤਰ ਸਿੰਘ ਜੀ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਸਵਾਰਨ ਦੀ, ਤਾਂ ਕਿ ਸਾਡਾ ਲੋਕ ਪਰਲੋਕ ਸਵਰ ਜਾਵੇ। ਇਨੀ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।